शुरुआत तो लैके हुण तक ਦੀ ਜੇ ਆਪਾਂ ਪੂਰੀ ਜਰਨੀ ਦੀ ਗੱਲ ਕਰੀਏ ਸਭ ਤੋਂ ਵੱਡਾ ਚੇਂਜ ਤੁਸੀਂ ਕੀ ਵੇਖਦੇ ਹੋ ਆਪਣੇ ਸਰਾਊਂਡਿੰਗਸ ਇੰਡਸਟਰੀ ਦੀ ਗੱਲ ਕਰੀਏ ਤੁਹਾਡੀ ਪਰਸਨਲ ਲਾਈਫ ਦੀ ਗੱਲ ਕਰੀਏ कि पहले दिन ही हर एक चाहे छोटा शहर है कस्बा जो भी है पहले दिन ही पिक्चर्स देखने को मिल जाती है। ये बहुत बड़ा चेंज है, वेट नहीं करनी पैंती। ਅੱਜ ਕੱਲ੍ਹ ਕੁੜੀਆਂ ਵੀ ਬਹੁਤ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਨੇ। ਆਮ ਸ਼ੋਰ ਉਦੋਂ ਇੰਨਾ ਐਕਸਪੋਜ਼ਰ ਕੁੜੀਆਂ ਲਈ ਨਹੀਂ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ। ਸੋ ਕਿਸ ਤਰੀਕੇ ਦੇ ਨਾਲ ਇੱਕ ਬਦਲਾਵ ਤੁਸੀਂ ਵੇਖਦੇ ਹੋ? ਜੋ ਸੈੱਟ ਦੇ ਉੱਤੇ ਜੇ ਲੜਕੀ ਦੇਖੀ ਜਾਏ ਤਾਂ ਇੱਕੋ ਹੀ ਹੁੰਦੀ ਸੀ ਹੇਅਰ ਡਰੈਸਰ, ਉਸ ਤੋਂ ਇਲਾਵਾ ਕੋਈ ਨਹੀਂ ਹੁੰਦਾ ਸੀ। ਸਾਰਿਆਂ ਦਾ ਹੈ ਨਾ ਜੀ ਬੰਦਿਆਂ ਦਾ ਹੀ ਕਰੂ ਹੁੰਦਾ ਸੀਗਾ। ਅੱਜ ਦੀ ਤਰੀਕ 'ਚ ਤਾਂ ਤੁਸੀਂ ਹਰ ਡਿਪਾਰਟਮੈਂਟ ਦੇ ਅੰਦਰ ਲੜਕੀਆਂ ਨੇ। ਉਸ ਟਾਈਮ ਤੇ ਜਿਹੜਾ ਉਹ ਸਟਰਗਲ ਸੀ ਅੱਜ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਅੱਜ ਜਦੋਂ ਬੈਠੇ ਹੋ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਦੇ ਮੈਮਰੀਜ਼ ਜਿਹੜੀਆਂ ਨੇ ਉਹ ਆਉਂਦੀਆਂ ਨੇ? ਜਦ ਮੈਂ ਪਹਿਲੀ ਫਿਲਮ ਕੀਤੀ ਮਾਹੌਲ ਠੀਕ ਹੈ ਜਸਪਾਲ ਭੱਟੀ ਸਾਹਿਬ ਨਾਲ, ਉਦੋਂ ਤਾਂ ਮੈਂ ਸਟੂਡੈਂਟ ਸੀਗਾ, ਮੈਂ ਕੈਮੀਕਲ ਇੰਜੀਨੀਅਰਿੰਗ ਕਰਦਾ ਸੀ ਪੰਜਾਬ ਯੂਨੀਵਰਸਿਟੀ। ਤਾਂ ਉਹ ਆਡੀਸ਼ਨ ਦੇ ਅੰਦਰ ਮੇਰੀ ਸਿਲੈਕਸ਼ਨ ਹੋ ਗਈ ਔਰ ਮੇਰੇ ਪੜ੍ਹਦੇ ਉਹ ਫਿਲਮ ਬਣ ਗਈ। ਮੇਰੇ ਫਾਈਨਲ ਈਅਰ ਤੱਕ ਫਿਲਮ ਰਿਲੀਜ਼ ਹੋ ਗਈ ਔਰ ਹਿੱਟ ਹੋ ਗਈ। ਵਿਊਅਰਸ ਨੇ ਨਾ ਬਹੁਤ ਹੱਦ ਤੱਕ ਕਿਹਾ ਸੀਗਾ, ਮਤਲਬ ਉਹਨਾਂ ਦਾ ਇੱਕ ਸਟੇਟਮੈਂਟ ਸੀਗਾ ਜਦੋਂ ਕੈਰੀ ਔਨ ਜੱਟਾ ਰਿਲੀਜ਼ ਹੋਈ ਹੈ ਨਾ, ਜੋ ਕਿ ਇੱਕ ਬਿਲਕੁਲ ਮਤਲਬ ਟ੍ਰੈਂਡ ਹੀ ਚੇਂਜ ਕਰਦਾ ਸੀ ਸਿਨੇਮਾ ਦਾ, ਹੈ ਨਾ। ਬਹੁਤ ਬਸ ਮਿਲ ਗਿਆ ਸੀ ਫਿਲਮਾਂ ਨੂੰ ਕਿ ਮਾਹੌਲ ਠੀਕ ਹੈ ਦਾ ਫੀਲ ਹੈ ਉਹਦੇ ਵਿੱਚ, ਡਾਇਲੌਗਸ ਕਹਿ ਲਈਏ ਜਾਂ ਉਵੇਂ ਇੱਕ ਫੀਲ ਕਹਿ ਲਈਏ। ਸੋ ਇਸ ਦੀ ਖਾਸ ਵਜ੍ਹਾ ਇਹੀ ਸੀਗੀ ਕਿ ਦੋਨੋਂ ਹੀ ਤੁਹਾਡੀ ਜ਼ਿੰਦਗੀ ਦੇ ਅਹਿਮ ਹਿੱਸੇ ਸੀ, ਦੋਨਾਂ ਨੇ ਹੀ ਤੁਹਾਡੀ ਜ਼ਿੰਦਗੀ ਦਾ ਇੱਕ ਟਰਨ ਚੇਂਜ ਕੀਤਾ, ਉਹਨੇ ਹਿੱਸਾ ਬਣਾਇਆ ਔਰ ਕੈਰੀ ਔਨ ਜੱਟਾ ਨੇ ਤਾਂ ਇੱਕ ਲੰਬੀ ਜਰਨੀ ਸਟਾਰਟ ਹੋ ਗਈ। ਜਦ ਮੈਨੂੰ ਇੰਨੀ ਖੁਸ਼ੀ ਹੋਈ ਜਦ ਕੈਰੀ ਔਨ ਜੱਟਾ ਰਿਲੀਜ਼ ਹੋਈ ਔਰ ਬਹੁਤ ਵੱਡੀ ਹਿੱਟ ਹੋ ਰਹੀ ਸੀ, ਰੌਲਾ ਪੈ ਰਿਹਾ ਸੀ, ਚੀਕਾਂ ਪੈ ਰਹੀਆਂ, ਅਤੇ ਭੱਟੀ ਸਾਹਿਬ ਨੇ ਪਿਕਚਰ ਦੇਖੀ ਔਰ ਮੈਨੂੰ ਫ਼ੋਨ ਕੀਤਾ ਉਹਨਾਂ ਨੇ ਕਿ ਫ਼ੋਨ ਕਰਕੇ ਕਹਿੰਦੇ ਉਹ ਸਮੀਪ ਯਾਰ ਤੇਰੀ ਪਿਕਚਰ ਤਾਂ ਬਹੁਤ ਚੱਲ ਰਹੀ ਹੈ, ਇੱਥੇ ਤਾਂ ਰੌਲਾ ਪੈ ਰਿਹਾ ਥੀਏਟਰ 'ਚ। ਕਿਉਂ ਕਰਕੇ ਉਹਨਾਂ ਲਈ ਵੀ ਬੜੀ ਪ੍ਰਾਊਡ ਮੂਮੈਂਟ ਸੀਗੀ। ਅਤੇ ਮੈਨੂੰ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਕਿਹਾ ਜੇ ਭੱਟੀ ਸਾਹਿਬ ਨੇ ਮੈਨੂੰ ਐਡੀ ਵੱਡੀ ਗੱਲ ਕਹਿ ਦਿੱਤੀ ਤਾਂ ਮੇਰੇ ਲਈ ਹੋਰ ਕੀ ਹੋ ਸਕਦਾ। ਬਹੁਤ ਵਧੀਆ। ਅਜਿਹਾ ਟਾਈਮ ਵੀ ਰਿਹਾ ਜ਼ਿੰਦਗੀ 'ਚ ਕਿ ਤੁਸੀਂ ਦੋ ਹੀ ਜਣੇ ਸੀ ਆਸ-ਪਾਸ, ਹੋਰ ਕੋਈ ਸਾਥ ਖੜਨ ਵਾਲਾ ਜਾਂ ਸਾਥ ਦੇਣ ਵਾਲਾ ਜਾਂ ਖੁਸ਼ੀ 'ਚ ਖੁਸ਼ ਹੋਣ ਵਾਲਾ ਨਹੀਂ ਸੀ? ਟੂ ਬੀ ਵੈਰੀ ਓਨੈਸਟ, ਰੱਬ ਦੀ ਕਿਰਪਾ ਕਹੂੰਗੀ ਮੈਂ, ਸਾਡੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਸੀਗਾ, ਕਦੇ ਵੀ ਨਹੀਂ ਸੀਗਾ। ਸੋ ਮੈਨੂੰ ਰੱਬ ਦੀ ਕਿਰਪਾ ਲੱਗਦੀ ਹੈ ਕਿਉਂਕਿ ਅੱਧੀ ਸਟਰਗਲ ਤੁਹਾਡੀ ਨਹੀਂ ਤਾਂ ਉਹ ਖਰਾਬ ਕਰ ਦਿੰਦੇ ਆ। ਬੜੇ ਆਰਟਿਸਟਾਂ ਦੇ ਨਾਲ, ਆਰਟਿਸਟ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਨਾਲ ਕੰਮ ਕੀਤਾ, ਆਈ ਮੀਨ ਆਲਮੋਸਟ ਸਾਰੀ ਇੰਡਸਟਰੀ ਦੇ ਨਾਲ ਹੀ, ਹੈ ਨਾ। ਉਹਨਾਂ ਵਿੱਚੋਂ ਕਈ ਨੇ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਵੀ ਬਹੁਤ ਅੱਛਾ ਆਪਣਾ ਸਪੇਸ ਕ੍ਰੀਏਟ ਕੀਤਾ ਹੈ। ਸੋ ਤੁਸੀਂ ਇਸ ਗਰੋਥ ਨੂੰ ਕਿਵੇਂ ਦੇਖਦੇ ਹੋ? ਤੁਸੀਂ ਉਹਨਾਂ ਆਰਟਿਸਟ ਨੂੰ ਕਿਵੇਂ ਵੇਖਦੇ ਹੋ? ਸੁਨੀਲ ਗਰੋਵਰ ਜੀ, ਜਿਮੀ ਸ਼ੇਰਗਿਲ ਜੀ, ਇਹ ਦੋ ਬੰਦੇ ਤਾਂ ਹੈਗੇ ਨੇ ਜਿਹੜੇ ਮੈਨੂੰ ਦਿਖ ਰਹੇ, ਜਿਨ੍ਹਾਂ ਨਾਲ ਮੈਂ ਪਰਸਨਲੀ ਕੰਮ ਕੀਤਾ ਔਰ ਜਿਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਸਿਨੇ ਪੰਜਾਬੀ ਤੇ ਮੈਂ ਹਾਂ ਕਮਾਇਨੀ ਸ਼ਰਮਾ। ਦੋਸਤੋ, ਅਸੀਂ ਸਾਰਿਆਂ ਨੇ ਸੁਣਿਆ ਹੈ ਕਿ ਚਲਤੀ ਕਾ ਨਾਮ ਜ਼ਿੰਦਗੀ, ਲੇਕਿਨ ਉਸ ਜ਼ਿੰਦਗੀ ਦੇ ਵਿੱਚ ਜੇ ਇੱਕ ਅੱਛਾ ਹਮਸਫਰ ਮਿਲ ਜਾਏ ਔਰ ਉਸ ਦੇ ਨਾਲ ਸਾਨੂੰ ਪਤਾ ਹੋਵੇ ਕਿ ਜ਼ਿੰਦਗੀ ਨੂੰ ਪੋਜ਼ਿਟਿਵਿਟੀ ਦੇ ਨਾਲ ਕਿਸ ਤਰ੍ਹਾਂ ਖੂਬਸੂਰਤ ਬਣਾਉਣਾ ਹੈ, ਤੇ ਬਸ ਫਿਰ ਜ਼ਿੰਦਗੀ ਜੀਣ ਦਾ ਜਿਹੜਾ ਸਵਾਦ ਹੁੰਦਾ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਸੋ ਅੱਜ ਸਾਡੇ ਨਾਲ ਨੇ ਅਜਿਹੇ ਕਲਾਕਾਰ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਨੂੰ ਬਹੁਤ ਕੁਝ ਦਿੱਤਾ ਹੈ, ਫਿਲਮਾਂ ਦੇ ਰੂਪ ਦੇ ਵਿੱਚ, ਅਦਾਕਾਰੀ ਦੇ ਰੂਪ ਦੇ ਵਿੱਚ, ਐਂਡ ਓਬਵੀਅਸਲੀ ਕਨਸੈਪਟਸ ਦੇ ਰੂਪ ਦੇ ਵਿੱਚ। ਔਰ ਇੰਨਾ ਹੀ ਨਹੀਂ, ਹਮੇਸ਼ਾ ਉਹਨਾਂ ਵੱਲੋਂ ਇਹੀ ਸੁਣਿਆ ਜਾਂਦਾ ਹੈ ਕਿ ਜਦੋਂ ਉਹ ਸੈੱਟ ਤੇ ਹੁੰਦੇ ਨੇ ਤੇ ਮਾਹੌਲ ਬਹੁਤ ਖੂਬਸੂਰਤ ਹੁੰਦਾ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਪਰਮਾਤਮਾ ਵੀ ਹੱਥ ਫੜ ਉਹਨਾਂ ਨੂੰ ਅੱਗੇ ਲੈ ਕੇ ਜਾ ਰਿਹਾ ਹੈ। ਸੋ ਮੇਰੇ ਨਾਲ ਨੇ ਪੰਜਾਬੀ ਸਿਨੇਮਾ ਦੇ ਬਹੁਤ ਬਾਕਮਾਲ ਨਿਰਦੇਸ਼ਕ ਸਮੀਪ ਕੰਗ ਜੀ ਐਂਡ ਉਹਨਾਂ ਦੇ ਵਾਈਫ ਪ੍ਰਨੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸੋ ਸਰ, ਜਿੱਦਾਂ ਕਿ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ ਕੰਮ ਦੀ, ਹੈ ਨਾ, ਤੁਸੀਂ ਬਹੁਤ ਲੰਬੇ ਐਕਸਪੀਰੀਅੰਸ ਦੇ ਨਾਲ ਤੁਰਦੇ ਜਾ ਰਹੇ ਹੋ, ਹੈ ਨਾ। ਅਤੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਜੇ ਆਪਾਂ ਪੂਰੀ ਜਰਨੀ ਦੀ ਗੱਲ ਕਰੀਏ ਸਭ ਤੋਂ ਵੱਡਾ ਚੇਂਜ ਤੁਸੀਂ ਕੀ ਵੇਖਦੇ ਹੋ? ਆਪਣੇ ਸਰਾਊਂਡਿੰਗਸ ਇੰਡਸਟਰੀ ਦੀ ਗੱਲ ਕਰੀਏ, ਤੁਹਾਡੀ ਪਰਸਨਲ ਲਾਈਫ ਦੀ ਗੱਲ ਕਰੀਏ। ਜੇ ਇੰਡਸਟਰੀ ਦੀ ਗੱਲ ਕਰੀਏ ਤਾਂ ਜਿਸ ਵੇਲੇ ਮੈਂ ਸ਼ੁਰੂ ਕੀਤਾ ਸੀਗਾ ਲੇਟ 90s 'ਚ, ਉਦੋਂ ਫਿਲਮਸ 6-7 ਪ੍ਰਿੰਟ ਲੱਗਦੇ ਹੁੰਦੇ ਸੀ ਪੂਰੇ ਪੰਜਾਬ 'ਚ, ਅਤੇ ਉਹੀ ਘੁੰਮਦੇ ਹੁੰਦੇ ਸੀਗੇ। ਪਹਿਲਾਂ 6 ਸਟੇਸ਼ਨ ਮੇਨ ਸਟੇਸ਼ਨ 'ਤੇ ਲੱਗਦੇ ਸੀ, ਫਿਰ ਉਹੀ ਘੁੰਮਦੇ ਹੁੰਦੇ ਸੀਗੇ। ਉਹ ਅੱਜ ਦੀ ਤਰੀਕ 'ਚ ਦੇਖੋ ਕਿੰਨੇ ਪ੍ਰਿੰਟਸ ਲੱਗਦੇ ਆ ਜੀ, ਹੈ ਨਾ, 100, 150, 200। ਤਾਂ ਉਹ ਇੱਕ ਮੇਜਰ ਚੇਂਜ ਹੈ ਕਿ ਪਹਿਲੇ ਦਿਨ ਹੀ ਹਰ ਇੱਕ ਚਾਹੇ ਛੋਟਾ ਸ਼ਹਿਰ ਹੈ ਕਸਬਾ ਜੋ ਵੀ ਹੈ ਪਹਿਲੇ ਦਿਨ ਹੀ ਪਿਕਚਰਸ ਦੇਖਣ ਨੂੰ ਮਿਲ ਜਾਂਦੀ ਹੈ। ਇਹ ਬਹੁਤ ਵੱਡਾ ਚੇਂਜ ਹੈ, ਵੇਟ ਨਹੀਂ ਕਰਨੀ ਪੈਂਦੀ। ਇਹ ਇੱਕ ਬਹੁਤ ਵੱਡਾ ਚੇਂਜ ਹੈ।
ਔਰ ਉਸ ਟਾਈਮ ਦੇ ਉੱਤੇ ਨੰਬਰ ਆਫ ਫਿਲਮਸ ਜਿਹੜੀਆਂ ਨੇ ਉਹ ਇੰਨੀਆਂ ਨਹੀਂ ਬਣਦੀਆਂ ਹੁੰਦੀਆਂ ਸੀਗੀਆਂ ਜਿੰਨੀਆਂ ਹੁਣ ਬਣਦੀਆਂ। ਉਦੋਂ ਮੁਸ਼ਕਿਲ ਦੀਆਂ ਸਾਲ ਦੀਆਂ 2-4 ਫਿਲਮਾਂ ਬਣਦੀਆਂ ਹੁੰਦੀਆਂ ਸੀਗੀਆਂ। ਅੱਜ ਦੀ ਤਰੀਕ 'ਚ ਦੇਖੋ ਕਿ 80 ਫਿਲਮਾਂ 100 ਫਿਲਮਾਂ ਇਹ। ਸੋ ਨੰਬਰ ਆਫ ਫਿਲਮਸ ਇਨਕਰੀਜ਼ ਹੋਏ, ਨੰਬਰ ਆਫ ਸ਼ੋਜ਼ ਇਨਕਰੀਜ਼ ਹੋਏ, ਰੈਵਨਿਊ ਬਹੁਤ ਇਨਕਰੀਜ਼ ਹੋਇਆ ਜੋ ਉਦੋਂ ਕੁਝ ਵੀ ਨਹੀਂ ਸੀਗਾ। ਸੋ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਮੈਂ, ਤੁਸੀਂ ਵੀ ਇੰਡਸਟਰੀ ਦਾ ਹਿੱਸਾ ਹੋ, ਐਕਟਿੰਗ ਦੀ ਗੱਲ ਕਰੀਏ ਜਾਂ ਫਿਰ ਅਸੀਂ ਹੁਣ ਡਾਇਰੈਕਸ਼ਨ ਦੀ ਗੱਲ ਕਰੀਏ, ਹੈ ਨਾ। ਸੋ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਜਿਹੜੀ ਹੋਈ ਹੈ ਮੈਮ, ਉਹ ਇੰਟੈਂਸ਼ਨਲੀ ਸੀ, ਉਹ ਵੈਲ ਪਲੈਨਡ ਸੀ ਜਾਂ ਫਿਰ ਆਪਣੇ ਆਪ ਸੁਭਾਅ ਬਣਦਾ ਗਿਆ? ਤੁਸੀਂ ਮੇਰਾ ਰੋਲ ਦਾ ਪੁੱਛ ਰਹੇ ਹੋ ਕਿ ਤੁਸੀਂ ਸਮੀਪ ਦੀ ਕਰੀਅਰ ਦੇ ਬਾਰੇ ਪੁੱਛ ਰਹੇ ਹੋ? ਓਕੇ, ਮੇਰਾ ਐਵੇਂ ਸੀਗਾ ਕਿ ਜਿਵੇਂ ਸਮੀਪ ਤੇ ਜੇ ਕਦ ਸ਼ੂਟਿੰਗ ਤੋਂ ਬਾਅਦ ਘਰੇ ਆਉਣਾ ਤਾਂ ਯੂਜੂਅਲੀ ਡਿਸਕਸ਼ਨ ਹੁੰਦੀ ਸੀ ਕਿ ਕਿਵੇਂ ਪ੍ਰੋਡਿਊਸਰ ਦਾ ਫਾਈਨੈਂਸ ਕਈ ਵਾਰ ਮਿਸਯੂਜ਼ ਹੋ ਰਿਹਾ ਹੁੰਦਾ ਹੈ, ਰਾਈਟ। ਕਿ ਆਪਾਂ ਕਿਉਂਕਿ ਆਪਾਂ ਨੇ ਸਭ ਨੂੰ ਅਥਾਰਟੀਜ਼ ਦਿੱਤੀਆਂ ਹੁੰਦੀਆਂ, ਤੁਸੀਂ ਆਹ ਡਿਪਾਰਟਮੈਂਟ, ਤੁਸੀਂ ਆਹ ਡਿਪਾਰਟਮੈਂਟ, ਤਾਂ ਅਲਟੀਮੇਟਲੀ ਬਹੁਤ ਵਾਰ ਮੈਂ ਕਾਸਟਿਊਮਸ ਕਰਨ ਲੱਗ ਗਈ, ਹੈ ਨਾ। ਇਟ ਇਜ਼ ਨੋਟ ਕਿ ਮੈਂ ਕਾਸਟਿਊਮ ਡਿਜ਼ਾਈਨਰ ਬਣਨਾ ਸੀ, ਮੈਂ ਨੀਤਾ ਲੂਲਾ ਬਣਨਾ ਸੀਗਾ ਜਾਂ ਕੁਛ ਐਵੇਂ, ਕੋਈ ਮੇਰਾ ਐਸਾ ਏਮ ਨਹੀਂ ਸੀਗਾ। ਬਟ ਲੁਕਿੰਗ ਐਟ ਦੈਟ ਕਿ ਮਿਸਯੂਜ਼ ਹੋ ਰਹੀਆਂ ਚੀਜ਼ਾਂ, ਹੈ ਨਾ। ਇਹ ਚਾਹੇ ਪ੍ਰੋਡਿਊਸਰ ਦਾ ਫਾਈਨੈਂਸ ਹੈ ਚਾਹੇ ਕਿਸੇ ਦਾ ਵੀ ਹੈ, ਬੇਸਿਕਲੀ ਉਹ ਇਟ ਕਮਸ ਅੰਡਰ ਸਮੀਪਸ ਡਿਪਾਰਟਮੈਂਟ, ਠੀਕ ਹੈ ਜੀ। ਤਾਂ ਉਹ ਜਦੋਂ ਮਿਸਯੂਜ਼ ਹੋ ਰਿਹਾ ਹੁੰਦਾ ਸੀ, ਸਾਨੂੰ ਸਮੀਪ ਨੂੰ ਪੇਨ ਹੁੰਦੀ ਸੀ, ਮੈਨੂੰ ਬਾਅਦ 'ਚ ਪੇਨ ਦਾ ਪਤਾ ਚੱਲਿਆ। ਸਮੀਪ ਨੂੰ ਪੇਨ ਹੁੰਦੀ ਸੀ ਕਿ ਪ੍ਰੋਡਿਊਸਰ ਦਾ ਪੈਸਾ ਮਿਸਯੂਜ਼ ਕਿਵੇਂ ਹੋ ਸਕਦਾ ਹੈ, ਠੀਕ ਹੈ। ਉਹਦੀ ਵੀ ਹਾਰਡ ਅਰਨਡ ਮਨੀ ਹੈ, ਰਾਈਟ। ਸਾਨੂੰ ਸਭ ਨੂੰ ਫੀਸ ਮਿਲ ਰਹੀ ਹੈ, ਤਾਂ ਮਿਸਯੂਜ਼ ਕਿਉਂ ਹੋ ਰਿਹਾ ਹੈ? ਸੋ ਦੈਟ ਵਾਜ਼ ਦ ਟਾਈਮ ਜਦੋਂ ਸਮੀਪ ਨੇ ਰਿਅਲਾਈਜ਼ ਕੀਤਾ ਕਿ ਪੈਸਾ ਆਪਾਂ ਸੇਵ ਕਰ ਸਕਦੇ। ਹੀ ਯੂਜ਼ਡ ਟੂ ਆਸਕ ਮੀ, ਅੱਛਾ ਇਹ ਕੱਪੜਾ ਕਿੰਨੇ ਪਰ ਮੀਟਰ ਹੋਊਗਾ, ਇਹ ਤੈਨੂੰ ਕੀ ਲੱਗਦਾ ਸੂਟ ਦਾ ਕੱਪੜਾ ਕਿੰਨੇ ਦਾ ਆਉਣਾ ਚਾਹੀਦਾ ਹੈ? ਤਾਂ ਜਿੰਨੀ ਕੁ ਮੈਨੂੰ ਨੌਲੇਜ ਹੁੰਦੀ ਸੀ ਮੈਂ ਦੱਸ ਦਿਆ ਕਰਦੀ ਸੀ। ਐਂਡ ਬਾਈ ਗੋਡਸ ਗ੍ਰੇਸ ਮੈਂ ਥੋੜ੍ਹੀ ਜਿਹੀ ਆਰਟਿਸਟਿਕ ਹੈਗੀ ਬਾਈ ਨੇਚਰ, ਤਾਂ ਨੌਲੇਜ ਸੀਗੀ ਮੈਨੂੰ। ਤਾਂ ਦੈਟ ਟਾਈਮ ਹੀ ਸੈਡ ਕਿ ਵਾਈ ਕਾਂਟ ਯੂ ਡੂ ਇਟ, ਬਿਕੋਜ਼ ਨਹੀਂ ਤਾਂ ਪੈਸਾ ਪ੍ਰੋਡਿਊਸਰ ਦਾ ਮਿਸਯੂਜ਼ ਹੁੰਦਾ ਹੈ, ਵਿਚ ਇਜ਼ ਅ ਪੇਨ ਟੂ ਅਸ, ਸਪੈਸ਼ਲੀ ਟੂ ਹਿਮ। ਮੈਨੂੰ ਉਸ ਤੋਂ ਬਾਅਦ ਪੇਨ ਦਾ ਪਤਾ ਚੱਲਿਆ, ਰਾਈਟ। ਸੋ ਇਸ ਕਰਕੇ ਮੇਰੀ ਐਂਟਰੀ ਹੋ ਗਈ। ਅਦਰਵਾਈਜ਼ ਮੇਰਾ ਕੋਈ ਐਵੇਂ ਨਹੀਂ ਸੀਗਾ ਕਿ ਮੈਂ ਬਹੁਤ ਕੋਈ ਗਲੈਮਰਸ ਇੰਡਸਟਰੀ 'ਚ ਆਉਣਾ ਹੈ, ਮੇਰਾ ਕੋਈ ਨਾਮ ਹੋਵੇ। ਸੋ ਇਟ ਵਾਜ਼ ਨੋਟ ਮਾਈ ਇੰਟੈਂਸ਼ਨ ਆਫ ਡੂਇੰਗ दैट। सो बेसिकली पत्नी ने निभाया अपना धर्म और शुरू कर दिया कर्म। ਜੀ ਸਰ, ਚੇਂਜਸ ਜੇ ਆਪਾਂ ਇੰਡਸਟਰੀ ਦੀ ਗੱਲ ਕਰੀਏ, ਹੈ ਨਾ, ਕਿਸ ਤਰੀਕੇ ਦੇ ਨਾਲ ਕੰਮ ਦਾ ਜਿਹੜਾ ਪੈਟਰਨ ਹੈ ਉਹ ਚੇਂਜ ਹੋਇਆ? ਤੁਹਾਡੇ ਟਾਈਮ ਤੇ ਕੰਮ ਕਿਵੇਂ ਹੁੰਦਾ ਸੀਗਾ? ਅੱਜ ਕੱਲ੍ਹ ਕੁੜੀਆਂ ਵੀ ਬਹੁਤ ਵੱਧ ਚੜ੍ਹ ਕੇ ਅੱਗੇ ਆ ਰਹੀਆਂ ਨੇ। ਆਮ ਸ਼ੋਰ ਉਦੋਂ ਇੰਨਾ ਐਕਸਪੋਜਰ ਕੁੜੀਆਂ ਲਈ ਨਹੀਂ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਸੀ। ਸੋ ਕਿਸ ਤਰੀਕੇ ਦੇ ਨਾਲ ਇੱਕ ਬਦਲਾਵ ਤੁਸੀਂ ਵੇਖਦੇ ਹੋ? ਜਦੋਂ ਮੈਂ ਸ਼ੁਰੂ ਕੀਤਾ ਸੀਗਾ ਜੀ, ਅੱਜ ਤੋਂ 25 ਸਾਲ ਪਹਿਲਾਂ, ਉਦੋਂ ਯੂਨਿਟ ਆਉਂਦਾ ਹੁੰਦਾ ਸੀ ਬੰਬੇ ਤੋਂ। ਇੱਥੇ ਤੋਂ ਯੂਨਿਟ ਨਹੀਂ ਆਉਂਦਾ ਸੀਗਾ। ਤਾਂ ਯੂਨਿਟ ਦੇ ਅੰਦਰ ਲੜਕੀਆਂ ਜੇ ਮੈਂ ਦੇਖਾਂ ਤਾਂ ਇੱਕ ਤਾਂ ਹੇਅਰ ਡਰੈਸਰ ਹੁੰਦੀ ਸੀ, ਹੈ ਨਾ ਜੀ। ਇੱਕ ਜੇ ਕੋਈ ਮੋਸਟਲੀ ਕਾਸਟਿਊਮ ਡਿਜ਼ਾਈਨਰ ਹੁੰਦੇ ਸੀ, ਉਹ ਪੰਜਾਬ ਤੋਂ ਹੁੰਦੇ ਸੀ, ਬਟ ਉਹ ਸੈੱਟ ਤੇ ਨਹੀਂ ਹੁੰਦੇ ਸੀ। ਸੋ ਸੈੱਟ ਦੇ ਉੱਤੇ ਜੇ ਲੜਕੀ ਦੇਖੀ ਜਾਏ ਤਾਂ ਇੱਕੋ ਹੀ ਹੁੰਦੀ ਸੀ, ਹੇਅਰ ਡਰੈਸਰ। ਉਸ ਤੋਂ ਇਲਾਵਾ ਕੋਈ ਨਹੀਂ ਹੁੰਦਾ ਸੀ। ਸਾਰਿਆਂ ਦਾ, ਹੈ ਨਾ ਜੀ, ਬੰਦਿਆਂ ਦਾ ਹੀ ਕਰੂ ਹੁੰਦਾ ਸੀਗਾ। ਅੱਜ ਦੀ ਤਰੀਕ 'ਚ ਤਾਂ ਤੁਸੀਂ ਹਰ ਡਿਪਾਰਟਮੈਂਟ ਦੇ ਅੰਦਰ ਲੜਕੀਆਂ ਨੇ, ਹਰ ਡਿਪਾਰਟਮੈਂਟ, ਚਾਹੇ ਡਾਇਰੈਕਸ਼ਨ ਆ, ਚਾਹੇ ਕੈਮਰਾ ਹੈ, ਜਿਹਦੇ ਮਰਜ਼ੀ 'ਚ ਦੇਖ ਲਓ ਜੀ ਤੁਸੀਂ, ਤੁਹਾਡੇ ਕੋਲ ਲੜਕੀਆਂ ਹੈਗੀਆਂ, ਵਿਚ ਇਜ਼ ਅ ਵੈਰੀ ਗੁੱਡ ਸਾਈਨ ਕਿ ਇਹਦਾ ਮਤਲਬ ਇਹ ਆ ਕਿ ਇਹ ਪ੍ਰੋਫੈਸ਼ਨ ਸੋਸ਼ਲੀ ਐਕਸੈਪਟੇਬਲ ਹੋ ਗਿਆ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਤਾਂ ਇਹ ਮੁੰਡਿਆਂ ਲਈ ਸੋਸ਼ਲੀ ਐਕਸੈਪਟੇਬਲ ਨਹੀਂ ਸੀ। ਇਹਨੂੰ ਹੌਬੀ ਕਹਿੰਦੇ ਹੁੰਦੇ ਸੀ ਕਿ ਤੁਸੀਂ, ਅੱਛਾ ਤੁਹਾਨੂੰ ਸ਼ੌਕ ਆ ਕਿ ਫਿਲਮਾਂ 'ਚ ਕੰਮ ਕਰਨਾ, ਫਿਲਮਾਂ 4 ਤਾਂ ਬਣਦੀਆਂ ਨੇ, ਇਹਨੂੰ ਪ੍ਰੋਫੈਸ਼ਨ ਤਾਂ ਸਮਝ ਨਹੀਂ ਸਕਦੇ, ਤੁਸੀਂ ਕੰਮ ਕਰੋ, ਇਹਨੂੰ ਐਜ਼ ਹੌਬੀ ਟਰੀਟ ਕਰੋ, ਕੰਮ ਹੋ, ਜੌਬ ਕਰੋ ਕਿਤੇ, ਔਰ ਨਾਲ ਨਾਲ ਜੇ ਤੁਹਾਨੂੰ ਕੋਈ ਫਿਲਮ ਮਿਲਦੀ ਆ ਉਹ 'ਚ ਛੁੱਟੀ ਲੈ ਕੇ ਸ਼ੂਟਿੰਗ ਕਰੋ। ਜਿਹੜੇ ਸੀਨੀਅਰ ਆਰਟਿਸਟ ਅੱਜ ਦੀ ਤਰੀਕ ਦੇ ਅੰਦਰ ਨੇ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, BN ਸ਼ਰਮਾ ਜੀ, ਜਸਵਿੰਦਰ ਭੱਲਾ ਸਾਹਿਬ, ਇਹ ਸਾਰੇ ਬੰਦੇ ਜੌਬ ਕਰਦੇ ਸੀ ਔਰ ਉੱਥੋਂ ਛੁੱਟੀ ਲੈ ਕੇ ਸ਼ੂਟਿੰਗ ਕਰਦੇ ਹੁੰਦੇ ਸੀ। ਅੱਜ ਦੀ ਤਰੀਕ ਦੇ ਅੰਦਰ ਮੈਂ ਕਹਿੰਦਾ ਜੀ 99% ਬੰਦੇ ਜਿਹੜੇ ਇਸ ਪ੍ਰੋਫੈਸ਼ਨ 'ਚ ਇਨਵੋਲਵਡ ਨੇ, ਉਹਨਾਂ ਲਈ ਇਹ ਪ੍ਰੋਫੈਸ਼ਨ ਆ, ਹੌਬੀ ਨਹੀਂ ਹੈ। ਇਹ ਫਰਕ ਹੈ। ਸੋ ਜਿੱਦਾਂ ਤੁਸੀਂ BN ਜੀ ਦੀ ਗੱਲ ਕੀਤੀ ਹੈ ਨਾ, ਪੁਲਿਸ ਮਹਿਕਮੇ ਦੇ ਵਿੱਚ ਉਹ ਸੀਗੇ ਤੇ ਝੂਠ ਬੋਲ ਕੇ ਬੰਕ ਬੁੰਕ ਕਰਕੇ ਵੀ ਉਹ ਐਕਟਿੰਗ ਦੇ ਲਈ ਉਹਨਾਂ ਨੂੰ ਇੰਨਾ ਜ਼ਿਆਦਾ ਮਤਲਬ ਕਰੇਜ਼ ਸੀਗਾ, ਹੈ ਨਾ, ਉਹਨਾਂ ਦਾ ਜਨੂਨ ਸੀਗਾ। ਤੇ ਜੇ ਮੈਂ ਗੱਲ ਕਰਾਂ ਤੁਹਾਡੀ ਸਰ, ਇਸ ਇੰਡਸਟਰੀ ਦੇ ਨਾਲ ਜੁੜਨ ਦੇ ਲਈ ਜਿਹੜਾ ਸਟਰਗਲ ਆ ਉਸ ਦੇ ਪਿੱਛੇ ਦਾ, ਜਿਹੜੇ ਅਪ ਐਂਡ ਡਾਊਨਸ ਹੈ ਉਸ ਦੇ ਪਿੱਛੇ ਦੇ, ਸੋ ਸਰ ਕਿਸੇ ਵੀ ਚੀਜ਼ ਦੇ ਨਾਲ ਜੁੜਨਾ, ਕਿਸੇ ਵੀ ਪਹਿਲੇ ਕਹਿੰਦੇ ਸੀ ਕਿ ਪਹਿਲੇ ਸੌਖਾ ਸੀ ਜਾਂ ਔਖਾ ਸੀ, ਹੁਣ ਸੌਖਾ ਜਾਂ ਔਖਾ, ਪਰ ਫਿਰ ਵੀ ਉਸ ਕਿਸੇ ਵੀ ਚੀਜ਼ ਦਾ ਪਾਰਟ ਬਣਨ ਦੇ ਲਈ, ਉਸ 'ਤੇ ਆਪਣੀ ਥਾਂ ਬਣਾਉਣ ਦੇ ਲਈ ਮੁਸ਼ੱਕਤ ਵੀ ਬਹੁਤ ਕਰਨੀ ਪੈਂਦੀ ਹੈ ਔਰ ਅਪ ਐਂਡ ਡਾਊਨਸ ਵੀ ਬਹੁਤ ਦੇਖਣੇ ਪੈਂਦੇ ਹੈ ਨਾ। ਸੋ ਜਦੋਂ ਐਂਟਰੀ ਹੋਣੀ ਸੀ, ਜਦੋਂ ਹਿੱਸਾ ਬਣਨਾ ਸੀ, ਉਸ ਟਾਈਮ 'ਤੇ ਜਿਹੜਾ ਉਹ ਸਟਰਗਲ ਸੀ, ਅੱਜ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਅੱਜ ਜਦੋਂ ਬੈਠਦੇ ਹੋ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਦੇ ਮੈਮੋਰੀਜ਼ ਜਿਹੜੀਆਂ ਨੇ ਉਹ ਆਉਂਦੀਆਂ ਨੇ?
ਮੈਮਰੀਜ਼ ਇਹ ਹੈ ਜੀ, ਉਦੋਂ ਜਦ ਮੈਂ ਪਹਿਲੀ ਫਿਲਮ ਕੀਤੀ ਮਾਹੌਲ ਠੀਕ ਹੈ ਜਸਪਾਲ ਭੱਟੀ ਸਾਹਿਬ ਨਾਲ, ਉਦੋਂ ਤਾਂ ਮੈਂ ਸਟੂਡੈਂਟ ਸੀਗਾ, ਮੈਂ ਕੈਮੀਕਲ ਇੰਜੀਨੀਅਰਿੰਗ ਕਰਦਾ ਸੀ ਪੰਜਾਬ ਯੂਨੀਵਰਸਿਟੀ। ਤਾਂ ਉਹ ਆਡੀਸ਼ਨ ਦੇ ਅੰਦਰ ਮੇਰੀ ਸਿਲੈਕਸ਼ਨ ਹੋ ਗਈ ਔਰ ਮੇਰੇ ਪੜ੍ਹਦੇ ਪੜ੍ਹਦੇ ਉਹ ਫਿਲਮ ਬਣ ਗਈ। ਮੇਰੇ ਫਾਈਨਲ ਈਅਰ ਤੱਕ ਫਿਲਮ ਰਿਲੀਜ਼ ਹੋ ਗਈ ਔਰ ਹਿੱਟ ਹੋ ਗਈ। ਪਰ ਹਿੱਟ ਹੋਣ ਤੋਂ ਬਾਅਦ ਫਿਲਮ ਤਾਂ ਕੋਈ ਹੋਰ ਹੈ ਹੀ ਨਹੀਂ ਸੀ। ਅਤੇ ਜੇ ਬੰਦਾ ਸੋਚਦਾ ਕਿ ਯਾਰ ਮੇਰੀ ਤਾਂ ਪਿਕਚਰ ਚੱਲ ਗਈ ਹੈ, ਚਲੋ ਹੁਣ ਅੱਗੇ ਫਿਲਮਾਂ ਮਿਲਣਗੀਆਂ ਮੈਨੂੰ, ਫਿਲਮਾਂ ਬਣਦੀਆਂ ਨਹੀਂ ਸੀ, ਸਾਲ 'ਚ 2-3 ਫਿਲਮਾਂ ਬਣਦੀਆਂ ਸੀ। ਤਾਂ ਉਸ ਵਕਤ ਮੈਂ 2-4-5 ਮਹੀਨੇ ਵੇਟ ਕੀਤੀ, ਕੁਛ ਮੇਰਾ ਬਣਿਆ ਹੀ ਨਹੀਂ, ਕੋਈ ਫਿਲਮ ਹੀ ਨਹੀਂ ਬਣ ਰਹੀ, ਪੰਜਾਬ 'ਚ ਬਣਦੀ ਨਹੀਂ ਸੀ। ਅਦਰ ਦੈਨ ਫਿਲਮ ਜੇ ਤੁਸੀਂ ਟੈਲੀਵਿਜ਼ਨ ਦੀ ਗੱਲ ਕਰੋ, ਉਹ ਵੀ ਨਹੀਂ ਸੀ, ਕੋਈ ਚੈਨਲ ਨਹੀਂ ਸੀ, ਕੋਈ ਕੁਛ ਵੀ ਨਹੀਂ ਸੀ। ਤਾਂ ਫਿਰ ਮੈਂ ਕਿਹਾ ਚਲੋ ਬੰਬੇ ਚੱਲਦੇ ਹਾਂ, ਜੋਬ ਲੈਂਦੇ ਹਾਂ, ਜੋਬ ਲੈ ਕੇ ਉੱਥੇ ਇਹਨੂੰ ਐਜ਼ ਹੌਬੀ ਟਰੀਟ ਕਰਦੇ ਹਾਂ। ਉਹੀ ਕੀਤਾ ਜੀ, ਉੱਥੇ ਕੁਝ ਦੇਰ ਜੋਬ ਕੀਤੀ, ਇਹਨੂੰ ਐਜ਼ ਹੌਬੀ ਟਰੀਟ ਕੀਤਾ। ਹੌਲੀ ਹੌਲੀ ਫਿਰ ਮੈਨੂੰ ਇਹ ਲੱਗਿਆ ਕਿ ਮੈਂ ਐਜ਼ ਐਕਟਰ ਜਿਹੜਾ ਕੰਮ ਕਰ ਰਿਹਾ, ਮੈਨੂੰ ਲੱਗਦਾ ਕਿ ਮੈਂ ਜੇ ਆਪ ਡਾਇਰੈਕਟ ਕਰਾਂ ਉਹ ਬੈਟਰ ਕਰ ਲਊਂਗਾ। ਸੋ ਮੈਂ ਕਿਹਾ ਵੀ ਇੱਕ ਹੁਣ ਇਹ ਡਿਸੀਜਨ ਲੈਂਦੇ ਆ। ਅਤੇ ਇੱਕ ਮੇਰੇ ਮਨ ਦੇ ਅੰਦਰ ਇਹ ਸੀਗਾ ਕਿ ਵੀ ਇਹ ਜਿਹੜਾ ਪ੍ਰੋਫੈਸ਼ਨ ਹੈਗਾ ਐਕਟਿੰਗ, ਸ਼ਾਇਦ ਜਵਾਨੀ ਦਾ ਪ੍ਰੋਫੈਸ਼ਨ ਆ। ਇੱਕ ਸਰਟਨ ਏਜ ਤੋਂ ਬਾਅਦ ਇਹਦੇ ਅੰਦਰ ਜੇ ਤੁਹਾਨੂੰ ਸਕਸੈਸ ਨਹੀਂ ਮਿਲੀ ਤਾਂ ਸਾਡਾ ਲੰਬੀ ਸਟਰਗਲ ਹੋ ਜਾਊ। ਤਾਂ ਮੈਂ ਕੋਈ ਨਾ ਟੈਕਨੀਕਲ ਸਾਈਡ ਮੇਰਾ ਸ਼ੌਕ ਸ਼ੁਰੂ ਤੋਂ ਹੀ ਸੀਗਾ, ਕਿਉਂ ਕਰਕੇ ਇੰਜੀਨੀਅਰਿੰਗ ਬੈਕਗਰਾਊਂਡ ਆ, ਜਸਪਾਲ ਭੱਟੀ ਸਾਹਿਬ ਦੇ ਨਾਲ 2 ਸਾਲ ਸਪੈਂਡ ਕੀਤੇ ਜਦ ਤੱਕ ਫਿਲਮ ਬਣ ਰਹੀ। ਤਾਂ ਮੈਂ ਕਿਹਾ ਆਪ ਟਰਾਈ ਕਰਦੇ ਹਾਂ। ਤਾਂ ਫਿਰ ਉਹ ਮੈਂ ਸ਼ੁਰੂਆਤ ਕੀਤੀ ਡਾਇਰੈਕਸ਼ਨ ਦੀ, ਔਰ ਡਾਇਰੈਕਸ਼ਨ ਦੇ ਅੰਦਰ ਮੇਰਾ ਜੋ ਲੋਕ ਦੇਖਦੇ ਐਕਸਪੀਰੀਅੰਸ ਅੱਛਾ ਹੋਇਆ। ਸੋ ਬੇਸਿਕਲੀ ਪਹਿਲਾਂ ਇੱਕ ਡਾਇਰੈਕਟ ਟੂ ਵੀਡੀਓ ਬਣਾਈ, ਮੇਰੀ ਵਹੁਟੀ ਦਾ ਵਿਆਹ, ਉਹ ਠੀਕ ਗਈ। ਫਿਰ ਚੱਕ ਦੇ ਫੱਟੇ ਬਣਾਈ, ਉਹ ਥੀਏਟਰਕਲੀ ਤਾਂ ਇੰਨੀ ਵਧੀਆ ਨਹੀਂ ਗਈ, ਬਟ ਉਹਦੀ ਰਿਸਪੌਂਸ ਮੈਨੂੰ ਬਹੁਤ ਅੱਛਾ ਮਿਲਿਆ, ਜਿਹਦੇ ਕਰਕੇ ਮੈਨੂੰ ਫਿਲਮ ਕੈਰੀ ਔਨ ਜੱਟਾ ਮਿਲ ਗਈ। ਕੈਰੀ ਔਨ ਜੱਟਾ ਤੋਂ ਬਾਅਦ ਤਾਂ ਫਿਰ ਸਫ਼ਰ ਸਮੂਥ ਹੋ ਗਿਆ। ਪਰ ਜੇ ਤੁਸੀਂ ਗੱਲ ਕਰੋ 96 ਤੋਂ ਲੈ ਕੇ 2012 16 ਸਾਲ ਤਾਂ ਸਮੂਥ ਤਾਂ ਨਹੀਂ ਸੀਗਾ। ਇਟ ਹੈਜ਼ ਬੀਨ ਅ ਲੌਂਗ ਸਟਰਗਲ। 16 ਸਾਲ ਦੀ ਸਟਰਗਲ, ਉਹ ਜਦ ਸ਼ੁਰੂਆਤ ਕੀਤੀ ਉਦੋਂ ਨਹੀਂ ਪਤਾ ਸੀ ਵੀ ਇੰਨਾ ਲੰਬਾ ਸਫ਼ਰ ਰਹੂਗਾ। ਬਟ ਅੱਜ ਲੁਕਿੰਗ ਬੈਕ ਇਹ ਲੱਗਦਾ ਕਿ ਸ਼ਾਇਦ ਇੰਨੀ ਲੰਬੀ ਸਟਰਗਲ ਨੇ ਬੰਦਾ ਬਣਾਤਾ ਵੀ ਹੁਣ ਇਹ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ, ਦਿਮਾਗ ਖਰਾਬ ਨਹੀਂ ਹੁੰਦਾ, ਠੀਕ ਰਹਿੰਦੇ ਹੋ, ਔਰ ਤੁਹਾਨੂੰ ਇਹ ਲੱਗਦਾ ਕਿ ਚਲੋ ਯਾਰ ਇੰਨੀ ਮੁਸ਼ਕਿਲ ਨਾਲ ਚੀਜ਼ ਮਿਲੀ ਆ ਤਾਂ ਤੁਸੀਂ ਮਿਹਨਤ ਵੀ ਕਰਦੇ ਹੋ, ਔਰ ਤੁਸੀਂ ਫੋਰ ਗ੍ਰਾਂਟਿਡ ਨਹੀਂ ਲੈਂਦੇ ਕਿਸੇ ਚੀਜ਼ ਨੂੰ। ਕਿ ਹੈ ਨਾ ਵੀ ਜਿਵੇਂ ਇੱਕ ਹੁੰਦਾ ਬੰਦੇ ਦਾ ਫਲੂਕ ਲੱਗ ਗਿਆ, ਫਲੂਕ ਨਹੀਂ ਲੱਗਿਆ, ਬਹੁਤ ਕਸਾਈ ਹੋਈ ਹੈ, ਬਹੁਤ ਲੰਬਾ ਸਟਰਗਲ ਹੈ ਨਾ ਜੀ। ਅਤੇ ਉਹ ਇਹ ਹੈ, ਅਤੇ ਘਰਦਿਆਂ ਦੀ ਵੀ ਸਟਰਗਲ ਨਾਲ ਚੱਲਦੀ ਹੈ ਬੰਦਾ। ਮੈਨੂੰ ਤਾਂ ਐਂ ਨਾ ਕਿ ਮੇਰਾ ਤਾਂ ਪੈਸ਼ਨ ਸੀਗਾ, ਉਹ ਤਾਂ ਸਟਰਗਲ ਕਈ ਵਾਰ ਪਤਾ ਵੀ ਨਹੀਂ ਲੱਗਦੀ ਜਿਹੜਾ ਬੰਦਾ ਪੈਸ਼ਨੇਟ ਹੋਏ। ਘਰਦਿਆਂ ਨੂੰ ਤਾਂ ਇੱਕ ਦਿਨ ਦੀ ਸਟਰਗਲ ਪਤਾ ਲੱਗਦੀ ਹੈ, ਚਾਹੇ ਉਹ ਫਾਈਨੈਂਸ਼ੀਅਲ ਆ, ਹੈ ਨਾ, ਚਾਹੇ ਬੰਦੇ ਨੂੰ ਜੇ ਸਕਸੈਸ ਨਹੀਂ ਮਿਲਦੀ ਉਹਦਾ ਮੂਡ ਸਵਿੰਗਸ ਵੀ ਹੁੰਦੇ ਨੇ, ਬੜਾ ਕੁਛ ਹੁੰਦਾ। ਉਹ ਘਰ ਦੇ ਸਾਰਾ ਕੁਛ ਸਹਿੰਦੇ ਆ, ਤਾਂ ਹੋਮ ਮਿਨਿਸਟਰੀ ਨੇ ਸਾਰਾ ਸਿਹਾ। ਮੈਂ ਉਹੀ ਗੱਲ ਕਰਨ ਲੱਗੀ ਸੀਗੀ ਕਿ ਇੱਕ ਆਰਟਿਸਟ ਦੀ ਲਾਈਫ ਬਹੁਤ ਡਿਫਿਕਲਟ ਹੁੰਦੀ ਹੈ, ਕਿਉਂਕਿ ਉੱਥੇ ਹਰ ਮਹੀਨੇ ਸੈਲਰੀ ਨਹੀਂ ਆਣੀ ਹੁੰਦੀ, ਕੰਮ ਮਿਲਦਾ ਵੀ ਹੈ ਨਹੀਂ ਵੀ ਮਿਲਦਾ, ਸਕਸੈਸ ਮਿਲਦੀ ਵੀ ਹੈ ਨਹੀਂ ਵੀ ਮਿਲਦੀ, ਕਈ ਵਾਰ ਬਾਹਰਲਾ ਗੁੱਸਾ ਘਰਦਿਆਂ 'ਤੇ ਉਤਰਦਾ। ਇੱਦਾਂ ਦੀਆਂ ਸਿਚੁਏਸ਼ਨਸ ਜਦੋਂ ਸਟਾਰਟਿੰਗ ਦੇ ਵਿੱਚ ਬਣੀਆਂ ਸੀਗੀਆਂ, ਹੈ ਨਾ, ਕਿਉਂਕਿ ਤੁਹਾਡੀ ਅੰਡਰਸਟੈਂਡਿੰਗ ਆਲਰੇਡੀ ਪਹਿਲਾਂ ਤੋਂ ਸੀਗੀ, ਲੇਕਿਨ ਬਾਅਦ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹੈਂਡਲ ਕਰਨਾ, ਔਰ ਫਿਰ ਹੈਂਡਲ ਕਰਨ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਅੱਗੇ ਕੈਰੀ ਔਨ ਕਰਨਾ, ਆਈ ਮੀਨ ਇਹ ਕਿਸ ਤਰ੍ਹਾਂ ਦਾ ਇੱਕ ਚੈਲੰਜ ਹੁੰਦਾ ਸੀਗਾ ਇੱਕ ਵਾਈਫ ਦੇ ਲਈ, ਇੱਕ ਪਾਰਟਨਰ ਦੇ ਲਈ, ਇੱਕ ਹਮਸਫਰ ਦੇ ਲਈ? ਹਾਂਜੀ, ਸ਼ੁਰੂ 'ਚ ਲਾਈਕ ਸਰਟਨਲੀ ਮੇਰੇ ਲਈ ਲਵਿੰਗ ਹਿਮ ਵਾਜ਼ ਲਾਈਕ ਪ੍ਰੇਇੰਗ ਅ ਗੋਡ, ਰਾਈਟ। ਸੋ ਸ਼ਾਇਦ ਹਲੇ ਵੀ ਅੰਦਰੋਂ, ਉੱਪਰੋਂ ਨਹੀਂ ਮੈਂ ਸ਼ੋ ਕਰਦੀ, ਅੰਦਰੋਂ ਹਲੇ ਵੀ ਇਟਸ ਸਟਿਲ ਦ ਸੇਮ। ਮਤਲਬ ਕਿ ਉਦੋਂ ਮੈਨੂੰ ਐਂ ਲੱਗਦਾ ਸੀਗਾ ਇਟ ਵਾਜ਼ ਟਫ ਮੇਰੇ ਲਈ। ਅਸੀਂ ਇੱਕ ਰੂਮ 'ਚ ਵੀ ਰਹੇ ਹਾਂ ਬੰਬੇ, ਰਾਈਟ। ਔਰ ਸਭ ਤੋਂ ਅੱਛੀ ਚੀਜ਼ ਮੈਂ ਉਸਨੂੰ ਖੂਬਸੂਰਤੀ ਕਹੂੰਗੀ ਕਿ ਨੋ ਬਡੀ ਅਪਾਰਟ ਫਰੋਮ ਗੋਡ ਹੈਜ਼ ਹੈਲਪਡ ਅਸ ਵਿਦ ਅ ਪੈਨੀ। ਅਪਾਰਟ ਫਰੋਮ ਗੋਡ ਕਿਸੇ ਨੇ ਨਹੀਂ ਕੀਤਾ। ਸੋ ਆਈ ਫੀਲ ਇਮੈਂਸ ਪ੍ਰਾਊਡ। ਅੱਜ ਮੈਨੂੰ ਕੋਈ ਇਹ ਨਹੀਂ ਉੱਠ ਕੇ ਕਹਿ ਸਕਦਾ, ਜਾਂ ਸਮੀਪ ਨੂੰ ਨਹੀਂ ਕੋਈ ਕਹਿ ਸਕਦਾ ਉੱਠ ਕੇ, ਕੋਈ ਵੀ ਇਸ ਦੁਨੀਆ 'ਚ ਬੰਦਾ, ਕਿ ਵੀ ਹੈਲਪਡ ਹਿਮ, ਯੂ ਨੋ। ਸੋ ਮੈਨੂੰ ਸਟਰਗਲ ਦੀ ਉਹ ਖੂਬਸੂਰਤੀ ਲੱਗਦੀ ਹੈ, ਜਿਹਦਾ ਐਂਡ ਰਿਜ਼ਲਟ ਮੈਨੂੰ ਬਹੁਤ ਅੱਛਾ ਮਿਲ ਰਿਹਾ ਕਿ ਅੱਛਾ ਅਸੀਂ ਉੱਥੋਂ ਨਿਕਲ ਕੇ ਆਏ ਹਾਂ। ਸੋ ਜਿਹੜਾ ਸਟਰਗਲ ਸੀ ਸਰਟਨਲੀ ਇੱਕ ਰੂਮ 'ਚ ਰਹਿਣਾ, ਔਰ ਕਦੇ ਜ਼ਿੰਦਗੀ 'ਚ ਫਲੋਰ 'ਤੇ ਨਹੀਂ ਸੌਂ ਕੇ ਦੇਖਿਆ, ਤਾਂ ਅਸੀਂ ਫਲੋਰ 'ਤੇ ਵੀ ਸੁੱਤੇ ਹੈ। ਸੋ ਉਹ ਚੀਜ਼ਾਂ ਨੇ ਕੀ ਕੀਤਾ, ਇੱਕ ਤਾਂ ਸਾਨੂੰ ਗਰਾਊਂਡਡ ਕਰਤਾ। ਸਾਡਾ ਬੇਟਾ ਵੀ ਹੀ ਇਜ਼ ਫੋਰ ਸ਼ੋਰ, ਮੈਂ ਵੀ, ਅਸੀਂ ਬਹੁਤ ਗਰਾਊਂਡਡ ਹੋ ਕੇ ਚੱਲਦੇ ਹਾਂ, ਹੈ ਨਾ। ਵੀ ਆਰ ਨੋਟ ਕਿ ਜੀ ਅਸੀਂ ਬਹੁਤ ਤਿਆਰ ਹੋ ਕੇ ਸਪੈਸ਼ਲੀ ਕੋਈ ਅਟਾਇਰ ਪਾ ਕੇ ਅਸੀਂ ਆਈਏ,
ਉਹ ਸ਼ੌਕ ਹੀ ਨਹੀਂ ਰਹੇ ਕਹਿ ਲਓ, ਜਾਂ ਕਹਿ ਲਓ ਕਿ ਸ਼ਾਇਦ ਇੰਨੇ ਗਰਾਊਂਡਡ ਹੋ ਗਏ ਚੀਜ਼ਾਂ ਦਾ ਇੰਨਾ ਕੋਈ ਫਰਕ ਨਹੀਂ ਪੈ ਰਿਹਾ। ਸੋ ਠੀਕ ਸਟਰਗਲ ਤਾਂ ਬਹੁਤ ਹੈਵੀ ਸੀਗੀ, ਬਹੁਤ ਜ਼ਿਆਦਾ ਹੈਵੀ ਸੀਗੀ, ਬਟ ਉਸਨੇ ਕੀ ਕੀਤਾ, ਇੱਕ ਜਿਹੜੇ ਮੇਰੇ ਅੰਦਰ ਡੋਸਾਈਲ ਸੀਗੇ, ਜੋ ਸਮੀਤ ਦੇ ਅੰਦਰ ਡੋਸਾਈਲ ਬੰਦਾ ਸੀਗਾ, ਕਿਤੇ ਨਾ ਕਿਤੇ ਸਾਨੂੰ ਪ੍ਰੋਫੈਸ਼ਨਲ ਕਰਤਾ ਕਿ ਅੱਛਾ ਇੱਥੇ ਆਪਾਂ ਪ੍ਰੋਫੈਸ਼ਨਲ ਹੋ ਕੇ ਗੱਲ ਕਰਨੀ ਹੈ, ਇੱਥੇ ਆਪਾਂ ਡੋਸਾਈਲ ਰਹਿ ਕੇ ਗੱਲ ਕਰਨੀ ਹੈ। ਸੋ ਉਹ ਚੀਜ਼ ਦੀ ਚੇਂਜ ਆਈ ਹੈ ਮੇਰੇ 'ਚ ਖਾਸ ਕਰਕੇ, ਬਿਕੋਜ਼ ਮੈਂ ਇਹਨਾਂ ਦਾ ਚੰਗਾ ਮਾੜਾ ਰੂਪ ਸਾਰਾ ਘਰੇ ਦੇਖਿਆ ਹੋਇਆ, ਰਾਈਟ। ਤਾਂ ਉਸ 'ਚ ਕੀ ਹੋਇਆ ਕਿ ਮੈਂ ਡੋਸਾਈਲ ਤੋਂ ਬਾਅਦ ਆਈ ਬਿਲੀਵ ਕਿ ਸਮਟਾਈਮਸ ਦ ਸਟਿਕ ਵਰਕਸ, ਰਾਈਟ। ਤਾਂ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਬਾਹਰਲੇ ਲੋਕ ਮਿਸਯੂਜ਼ ਕਰਨ ਲੱਗ ਗਏ ਆ, ਉਦੋਂ ਮੈਂ ਥੋੜੀ ਜਿਹੀ ਸਟ੍ਰਿਕਟ ਹੋਈ ਸੀਗੀ। ਅਦਰਵਾਈਜ਼ ਮੈਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ। ਹੀ ਇਜ਼ ਵੈਰੀ ਇਨੋਸੈਂਟ, ਪੀਪਲ ਕੈਨ ਮਿਸਯੂਜ਼ ਹਿਮ। ਮੇਰੇ ਮਨ 'ਚ ਹਮੇਸ਼ਾ ਇਹ ਡਰ ਰਹਿੰਦਾ, ਮੈਂ ਹਮੇਸ਼ਾ ਵਿਜੀਲੈਂਟ ਰਹਿੰਦੀ ਹਾਂ ਕਿ ਅੱਛਾ ਕੋਈ ਮਿਸਯੂਜ਼ ਤਾਂ ਨਹੀਂ ਕਰ ਰਿਹਾ, ਕੋਈ ਗਲਤ ਚੀਜ਼ ਤਾਂ ਨਹੀਂ ਕਰ ਰਿਹਾ। ਸੋ ਉੱਥੇ ਮੈਂ ਥੋੜੀ ਜਿਹੀ ਸਟਰਨ ਹੋ ਜਾਂਦੀ। ਅਦਰਵਾਈਜ਼ ਆਈ ਨੋ ਹੀ ਇਜ਼ ਅ ਵੈਰੀ ਇੰਟੈਲੀਜੈਂਟ ਮੈਨ, ਹੀ ਇਜ਼ ਵੈਰੀ ਸਟਬਨ ਫਰੋਮ ਹਿਜ਼ ਬ੍ਰੇਨ, ਸੋ ਹੀ ਟੇਕਸ ਵਾਈਜ਼ ਡਿਸੀਜਨਸ। ਤਾਰੀਫਾਂ ਹੀ ਤਾਰੀਫਾਂ। ਸਰ ਜਿੱਦਾਂ ਫਾਈਨੈਂਸ਼ੀਅਲੀ ਆਪਾਂ ਗੱਲ ਕਰੀਏ ਹੈ ਨਾ, ਸਟਾਰਟਿੰਗ 'ਚ ਤੇ ਚਲੋ ਹੁੰਦਾ ਹੀ ਔਖਾ ਹੈ, ਲੇਕਿਨ ਜਦੋਂ ਤੁਸੀਂ ਇੰਡਸਟਰੀ ਜੁਆਇਨ ਕੀਤੀ ਸੀ, ਜਦੋਂ ਤੁਸੀਂ ਹਿੱਸਾ ਬਣੇ ਸੀ, ਉਦੋਂ ਫਿਲਮਾਂ ਜਿਹੜੀਆਂ ਨੇ ਉਹ ਇੱਕ ਹੈਵੀ ਇਨਕਮ ਸੋਰਸ ਨਹੀਂ ਸੀਗੀਆਂ ਹੈ ਨਾ। ਹੁਣ ਫਿਲਮਾਂ ਤੋਂ ਕਮਾਈ ਆਣੀ ਸ਼ੁਰੂ ਹੋਈ ਹੈ, ਇਹ ਕਹਿ ਲਈਏ ਕਿ ਹਰ ਕਿਸੇ ਦਾ ਸੁਪਨਾ ਹੀ ਇਸ ਕਰਕੇ ਬਣ ਗਿਆ, ਇੱਕ ਤਾਂ ਫੇਮ ਮਿਲੇਗਾ, ਇੱਕ ਪੈਸਾ ਮੋਟਾ ਆ ਜਾਏਗਾ, ਪਰ ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ। ਆਈ ਮੀਨ ਬਹੁਤ ਇੱਕ ਵੱਡਾ ਚੇਂਜ ਆਇਆ, ਰਾਈਟ। ਸੋ ਤੁਹਾਡਾ ਐਕਸਪੀਰੀਅੰਸ ਇਸ ਅਕੋਰਡਿੰਗ ਕੀ ਕਹਿੰਦਾ ਹੈ? ਆਈ ਮੀਨ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਿਆ ਔਰ ਮੈਨੇਜ ਕਿਵੇਂ ਕੀਤਾ? ਦੇਖੋ, ਜਦ ਬੰਦਾ ਯੰਗ ਹੁੰਦਾ ਨਾ ਜੀ, ਇੰਨਾ ਸੋਚ ਕੇ ਪ੍ਰੋਫੈਸ਼ਨ 'ਚ ਨਹੀਂ ਜਾਂਦਾ। ਉਸ ਵੇਲੇ ਇੰਨੇ ਕੈਲਕੂਲੇਸ਼ਨਸ ਨਹੀਂ ਬੰਦੇ ਦੀਆਂ ਆਉਂਦੀਆਂ। ਕ੍ਰੀਏਟਿਵ ਬੰਦਾ, ਸੈਂਸਿਟਿਵ ਹੁੰਦਾ। ਉਦੋਂ ਫਾਈਨੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਨਾ, ਉਦੋਂ ਚੀਜ਼ਾਂ ਬੰਦਾ ਸੋਚਦਾ ਨਹੀਂ। ਉਦੋਂ ਬੰਦੇ ਨੂੰ ਕੰਮ ਮਿਲਦਾ, ਬੰਦਾ ਪੈਸੇ ਬਾਰੇ ਨਹੀਂ ਸੋਚਦਾ। ਬੰਦਾ ਮਿਲਦਾ ਵੀ ਪੈਸਾ ਵੀ ਤਾਂ ਮਿਲ ਹੀ ਜਾਊਗਾ ਜੇ ਕੰਮ ਮਿਲ ਰਿਹਾ। ਪਰ ਉਦੋਂ ਪ੍ਰੋਬਲਮ ਸੀ, ਕੰਮ ਹੀ ਬਹੁਤ ਘੱਟ ਹੁੰਦਾ ਸੀਗਾ। ਇੰਨਾ ਕੰਮ ਨਹੀਂ ਹੁੰਦਾ ਜਿੰਨਾ ਅੱਜ ਕੱਲ੍ਹ ਹੋ ਰਿਹਾ ਨੈਚੁਰਲੀ ਜੀ। ਫਿਰ ਉਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਟਾਈਮਾਂ ਦੇ ਅੰਦਰ, ਅੱਜ ਤੋਂ 20-25 ਸਾਲ ਪਹਿਲਾਂ, ਇਹਨੂੰ ਹੌਬੀ ਟਰੀਟ ਕੀਤਾ ਜਾਂਦਾ ਸੀ। ਔਰ ਪੇਰੈਂਟਸ ਕਹਿੰਦੇ ਸੀ ਵੀ ਚੱਲ ਠੀਕ ਹੈ, ਇੰਜੀਨੀਅਰਿੰਗ ਕਰ ਰਿਹਾ, ਜੌਬ ਕਰ ਲੈ, ਨਾਲ ਇਹਨੂੰ ਐਸ ਹੌਬੀ ਰੱਖ, ਤੂੰ ਇਹਦੇ 'ਤੇ ਡਿਪੈਂਡ ਹੋ ਕੇ ਲਾਈਫ ਨਹੀਂ ਕੱਟ ਸਕਦਾ। ਔਰ ਗੱਲ ਸਹੀ ਵੀ ਸੀ। ਸੋ ਜਦੋਂ ਪਹਿਲੀ ਫਿਲਮ ਕੀਤੀ ਮਾਹੌਲ ਠੀਕ ਹੈ ਨਾ, ਤੇ ਸਰ ਕਿੰਨੇ ਉਦੋਂ ਤੁਹਾਨੂੰ ਮਿਲੇ ਸੀ ਪੈਸੇ? ਚੈੱਕ ਮਿਲਿਆ ਸੀਗਾ ਜਾਂ ਬਾਈ ਹੈਂਡ? ਮੈਨੂੰ ਯਾਦ ਹੈ ਜੀ, ਜਦੋਂ ਮੈਨੂੰ ਸਾਈਨਿੰਗ ਅਮਾਊਂਟ ਮਿਲੀ ਸੀ 1100 ਰੁਪਏ ਮਿਲੇ ਸੀ। ਔਰ ਮੈਂ ਉਦੋਂ ਹੋਸਟਲ ਨੰਬਰ 3 'ਚ ਰਹਿੰਦਾ ਸੀ ਪੰਜਾਬ ਯੂਨੀਵਰਸਿਟੀ ਦੇ। ਮੈਂ ਆਪਣੇ ਕਲਾਸ ਫੈਲੋਜ਼ ਨੂੰ ਜਾ ਕੇ ਕਿਹਾ ਕਿ ਆਹ ਦੇਖੋ ਮੈਨੂੰ 1100 ਰੁਪਏ ਮਿਲਿਆ, ਮੈਂ ਪਾਰਟੀ ਕੀਤੀ। ਔਰ ਉਦੋਂ ਬਹੁਤ ਵੱਡੀ ਗੱਲ ਸੀ ਮੇਰੇ ਲਈ 1100 ਰੁਪਏ ਜੀ। ਫਿਰ ਉਸ ਤੋਂ ਬਾਅਦ ਮੈਨੂੰ ਪਿਕਚਰ ਦਾ 11,000 ਰੁਪਏ ਮਿਲਿਆ ਸੀ, ਸਪਰੈਡ ਓਵਰ 2 ਇਅਰਸ। ਅਤੇ ਹੁਣ ਤੁਸੀਂ ਇਹ ਲਾ ਲਓ ਵੀ ਕਿੰਨਾ ਕੁ ਪੈਸਾ ਸੀਗਾ ਫਿਲਮਾਂ ਦੇ ਅੰਦਰ। ਖੈਰ ਮੈਂ ਉਦੋਂ ਸੀਗਾ ਵੀ ਨਵਾਂ ਜੀ, ਹੈ ਨਾ। ਉਹ ਵੀ ਬਹੁਤ ਸੀ ਮੈਨੂੰ ਜੋ ਉਹਨਾਂ ਨੇ ਦਿੱਤਾ, ਭੱਟੀ ਸਾਹਿਬ ਨੇ। ਔਰ ਪੈਸੇ ਦੇ ਨਾਲ ਮੇਰੇ ਲਈ ਬ੍ਰੇਕ ਭੱਟੀ ਸਾਹਿਬ ਨੇ ਜੋ ਦਿੱਤੀ, ਉਹ ਮਤਲਬ ਬਹੁਤ ਵੱਡੀ ਗੱਲ ਸੀ ਜੀ। ਬਹੁਤ ਇੱਕ ਮੁੰਡੇ ਨੂੰ ਜਿਹਦਾ ਕੋਈ ਬੈਕਗਰਾਊਂਡ ਨਹੀਂ ਹੈਗਾ, ਕੋਈ ਫਿਲਮ ਬੈਕਗਰਾਊਂਡ ਨਹੀਂ ਹੈਗਾ, ਮੈਂ ਤਾਂ ਉਹਨੂੰ ਚਾਂਸ ਦੇਣਾ ਭੱਟੀ ਸਾਹਿਬ ਲਈ, ਮੇਰਾ ਤਾਂ ਉਹ ਬਹੁਤ ਵੱਡਾ ਅਹਿਸਾਨ ਸੀ ਮੇਰੇ 'ਤੇ। ਅਤੇ ਪਰ ਫਿਲਮ ਦੇ ਹਿੱਟ ਹੋਣ ਤੋਂ ਬਾਅਦ ਵੀ ਫਿਲਮਾਂ ਹੀ ਨਹੀਂ ਬਣਦੀਆਂ ਸੀ ਨਾ ਜੀ। ਮੈਂ ਮਤਲਬ ਕਿਹਨੂੰ ਬਲੇਮ ਕਰਾਂ? ਫਿਲਮ ਚੱਲ ਵੀ ਗਈ, ਸਿਲਵਰ ਜੁਬਲੀ ਹੋ ਗਈ, 25 ਹਫ਼ਤੇ ਚੱਲੀ ਫਿਲਮ, ਬਟ ਅੱਗੇ ਕੋਈ ਫਿਲਮ ਹੀ ਨਹੀਂ ਬਣਦੀ ਸੀ। ਮੈਂ 6 ਮਹੀਨੇ ਵੇਟ ਕਰਦਾ ਰਿਹਾ, ਕੋਈ ਫਿਲਮ ਦੀ ਅਨਾਊਂਸਮੈਂਟ ਵੀ ਨਹੀਂ। ਤੁਸੀਂ ਇਹ ਦੇਖ ਲਓ ਕਿ ਮੇਰੀ ਪਿਕਚਰ ਰਿਲੀਜ਼ ਹੋਈ ਮਾਹੌਲ ਠੀਕ ਹੈ 18 ਦਸੰਬਰ 1998। ਮੈਂ ਜੂਨ 99 ਤੱਕ ਇਹ ਵੇਟ ਕਰਦਾ ਰਿਹਾ ਕਿ ਕੋਈ ਪਿਕਚਰ ਆਫਰ ਹੋ। ਪਿਕਚਰ ਆਫਰ ਤਾਂ ਹੁੰਦੀ ਜੇ ਪਿਕਚਰ ਬਣਦੀ। ਅਗਲੇ 6 ਮਹੀਨੇ 'ਚ ਕੋਈ ਫਿਲਮ ਹੀ ਨਹੀਂ ਬਣੀ। ਫਿਰ ਮੈਂ ਕਿਹਾ ਯਾਰ ਇਹਦਾ ਮਤਲਬ ਫਿਲਮਾਂ ਬੰਬੇ ਬਣਦੀਆਂ, ਮੇਰੇ ਮਨ ਸੀਗਾ। ਹੁਣ ਹੁੰਦਾ ਕੀ ਹੈ, ਜੇ ਤੁਸੀਂ ਤੁਹਾਡੀ ਫਿਲਮ ਚੱਲ ਜਾਂਦੀ ਹੈ, ਇੱਕ ਹੁੰਦਾ ਬੰਦੇ ਦੀ ਪਿਕਚਰ ਨਹੀਂ ਚੱਲੀ, ਬੰਦਾ ਕਰੀਅਰ, ਬੰਦੇ ਨੂੰ ਲੱਗਦਾ ਯਾਰ ਮੇਰੇ ਲਈ ਨਹੀਂ ਹੈਗਾ, ਮੈਂ ਕੁਛ ਹੋਰ ਚੁਣ ਲਾਂ। ਪਿਕਚਰ ਚੱਲ ਗਈ, ਤੁਹਾਨੂੰ ਬੰਦੇ ਪਛਾਣਨ ਲੱਗ ਗਏ ਕਿ ਯਾਰ, ਔਰ ਐਪਰੀਸ਼ੀਏਟ ਕਰਨ ਲੱਗੇ ਜੀ, ਬੜਾ ਵਧੀਆ ਬੜਾ ਵਧੀਆ। ਲੋਕਾਂ ਨੂੰ ਲੱਗਦਾ ਹੁੰਦਾ ਕਿ ਯਾਰ ਚਲੋ ਹੁਣ ਇੱਕ ਪਿਕਚਰ ਹੋ ਗਈ, ਹੁਣ ਅਗਲੀ ਆਊਗੀ। 6 ਮਹੀਨੇ ਹਾਲੇ ਸ਼ੁਰੂ ਵੀ ਨਹੀਂ ਹੋਈ ਪਿਕਚਰ, ਤਾਂ ਕਦੋਂ ਆਊਗੀ? ਸੋ ਉਸ ਲਈ ਮੈਂ ਡਿਸੀਜਨ ਲਿਆ ਕਿ ਕੰਮ ਕਰਦੇ ਹਾਂ, ਬੰਬੇ ਮੂਵ ਕਰਦੇ ਹਾਂ, ਔਰ ਉੱਥੇ ਜੌਬ ਕਰਕੇ ਨਾਲ ਨਾਲ ਜੋ ਮਿਲਦਾ ਕਰੀ ਜਾਵਾਂਗੇ। ਸੋ ਕਮਿੰਗ ਬੈਕ ਟੂ ਯੋਰ ਕੁਐਸਚਨ ਕਿ ਵੀ ਅੱਜ ਦੇ ਜੇ ਦੇਖੋ, ਅੱਜ ਤਾਂ ਜਿਹੜੇ ਯੰਗਸਟਰਸ ਆ ਰਹੇ ਨੇ ਇਸ ਲਾਈਨ ਦੇ ਅੰਦਰ, ਪਹਿਲਾਂ ਤਾਂ ਟ੍ਰੇਨ ਹੋ ਕੇ ਆਉਂਦੇ ਨੇ, ਜੋ ਸਾਡੇ ਵੇਲੇ ਫਿਲਮ ਸਕੂਲਸ ਵੀ ਨਹੀਂ ਹੁੰਦੇ ਸੀਗੇ ਉਹ 20-25 ਸਾਲ ਪਹਿਲਾਂ। ਔਰ ਟ੍ਰੇਨ ਹੋ ਕੇ ਆਉਂਦੇ ਨੇ, ਪਲੱਸ ਕੌਨਫੀਡੈਂਟ ਨੇ ਜੀ। ਉਹ ਨੈਗੋਸ਼ੀਏਟ ਕਰਨਾ ਪਹਿਲੀ ਫਿਲਮ ਤੋਂ ਉਹ ਹੁੰਦੇ ਆ। ਮੈਂ ਅੱਜ 25 ਸਾਲ ਬਾਅਦ ਵੀ ਮੈਨੂੰ ਜੇ ਕੋਈ ਪੁੱਛਦਾ ਹਾਂਜੀ ਕਿੰਨੇ ਪੈਸੇ ਲੈਣੇ ਆ, ਮੈਂ ਹੱਸ ਕੇ ਦਿਖਾ ਦਿੰਦਾ। ਮੈਂ ਓਨੈਸਟਲੀ ਕਰ ਰਿਹਾ, ਮੇਰੇ ਤੋਂ ਅੱਜ ਤੱਕ ਨਹੀਂ ਮੇਰੇ ਤੋਂ ਪੈਸੇ ਮੰਗਣੇ ਆਉਂਦੇ। ਮੈਨੂੰ ਕਿਸੇ ਨਾਲ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਪੈਸੇ ਮੰਗਾ। ਮੈਂ ਕਿਹਾ ਯਾਰ ਜੋ ਠੀਕ ਲੱਗਦਾ ਦੇ ਦਿਓ। ਔਰ ਮੈਂ ਅੱਜ ਦੀ ਗੱਲ ਜੇ ਕਰੀਏ ਆਪਾਂ, ਜਿਹੜੇ ਯੰਗਸਟਰਸ ਆਉਂਦੇ ਉਹ ਇੰਨੇ ਕੌਨਫੀਡੈਂਟ ਹੁੰਦੇ ਆ, ਡੇ 1 ਉਹਨੂੰ ਨੈਗੋਸੀਏਸ਼ਨ ਕਰਨੀ ਆਉਂਦੀ ਹੈ, ਗੱਲਾਂ ਕਰਨੀਆਂ ਆਉਂਦੀਆਂ, ਕੌਨਫੀਡੈਂਟ ਨੇ, ਵਿਚ ਇਜ਼ ਅ ਗੁੱਡ ਥਿੰਗ। ਆਈ ਵਾਜ਼ ਆਲਵੇਜ਼ ਐਨ ਅੰਡਰ ਕੌਨਫੀਡੈਂਟ ਪਰਸਨ। ਉਹ ਪਰਸਨੈਲਿਟੀ ਜਿਹੜੀ ਚੀਜ਼ ਆ ਉਹ ਜਾਂਦੀ ਨਹੀਂ ਹੈਗੀ।
ਬਟ ਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅੱਜ ਦੀ ਜਨਰੇਸ਼ਨ ਆ ਜਿਹੜੀ ਦ ਕੌਨਫੀਡੈਂਟ ਪੀਪਲ ਔਰ ਇਟਸ ਅ ਗੁੱਡ ਸਾਈਨ ਕਿ ਉਹ ਟੋਟਲੀ ਡਿਪੈਂਡੈਂਟ ਹੋ ਸਕਦੇ ਇਸ ਕਰੀਅਰ 'ਤੇ ਔਰ ਪਲਾਨ ਕਰ ਸਕਦੇ ਆਪਣੀ ਜ਼ਿੰਦਗੀ ਇਹ ਸੋਚ ਕੇ ਕਿ ਯਾਰ ਮੈਂ ਇਹ ਪ੍ਰੋਫੈਸ਼ਨ ਚੁਣਨਾ 6 ਮਹੀਨੇ ਨਹੀਂ 10 ਮਹੀਨੇ ਸਾਲ। ਔਰ ਇੱਕ ਸਭ ਤੋਂ ਵੱਡੀ ਗੱਲ the volume of work has increased, there's lot of work, ਬਹੁਤ ਜ਼ਿਆਦਾ ਕੰਮ ਹੁਣ ਹੈਗਾ ਜੋ ਸਾਡੇ ਵੇਲੇ 25 ਸਾਲ ਪਹਿਲਾਂ ਨਹੀਂ ਸੀਗਾ। ਸੋ ਤੁਸੀਂ ਗੱਲ ਕੀਤੀ ਜਸਪਾਲ ਭੱਟੀ ਜੀ ਦੀ ਹੈ ਨਾ, ਕਾਮੇਡੀ ਦਾ ਵੈਸੇ ਇੱਕ ਟ੍ਰੈਂਡ ਉਹਨਾਂ ਨੇ ਹੀ ਸੈੱਟ ਕੀਤਾ ਸੀ, ਸਟਾਇਰ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਮਨ ਪ੍ਰਮੋਟ ਕੀਤਾ ਆਲਵੇਜ਼ ਹੈ ਨਾ, ਫੋਕਸ ਕੀਤਾ, ਹਾਈਲਾਈਟ ਕੀਤਾ। ਸੋ ਸਰ ਉਹਨਾਂ ਦੇ ਨਾਲ ਦਾ ਟਾਈਮ, ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਅਨਫੋਰਚੂਨੇਟਲੀ ਆ ਜੋ ਹੈ ਨਹੀਂ ਸਾਡੇ ਵਿੱਚ। ਸੋ ਇਹ ਇਹਨਾਂ ਚੀਜ਼ਾਂ ਨੂੰ ਅੱਜ ਤੁਸੀਂ ਮਤਲਬ ਕਈ ਵਾਰ ਆਪਾਂ ਕਹਿੰਦੇ ਨੇ ਕਿ ਆਹ ਚੀਜ਼ ਮੈਂ ਉਹਨਾਂ ਕੋਲੋਂ ਹੀ ਸਿੱਖ ਲਈ, ਉਹ ਭਾਵੇਂ ਨਹੀਂ ਗਏ ਪਰ ਉਹਨਾਂ ਦੀ ਆਹ ਮੈਮੋਰੀਜ਼ ਹਮੇਸ਼ਾ ਮੇਰੇ ਨਾਲ ਰਹਿਣਗੀਆਂ। ਦੇਖੋ ਪਹਿਲਾਂ ਐਜ਼ ਅ ਪਰਸਨ ਮੇਰੇ ਗੁਰੂ ਨੇ ਮੈਨੂੰ ਇਸ ਲਾਈਨ 'ਚ ਲੈ ਕੇ ਆਏ ਨੇ, ਤਾਂ ਉਹਨਾਂ ਨੂੰ ਤਾਂ ਮੈਂ ਓਬਜ਼ਰਵ ਕੀਤਾ 2 ਸਾਲ ਜਿੰਨੀ ਦੇਰ ਫਿਲਮ ਬਣਦੀ ਰਹੀ। ਮੈਨੂੰ ਜਦੋਂ ਵੀ ਟਾਈਮ ਮਿਲਦਾ ਮੈਂ ਹੋਸਟਲ ਤੋਂ ਉਹਨਾਂ ਕੋਲ ਚਲੇ ਜਾਂਦਾ, ਆਪਣੀ ਕਲਾਸਿਸ ਤੋਂ ਬਾਅਦ ਉਹਨਾਂ ਨਾਲ ਟਾਈਮ ਸਪੈਂਡ ਕਰਦਾ ਜਦ ਜੋ ਵੀ ਉਹ ਕੰਮ ਕਰ ਰਹੇ ਹੁੰਦੇ, ਔਰ ਉਹ ਬਹੁਤ ਇਨਕਰੇਜ ਕਰਦੇ। ਮੈਂ ਕਿਊਰੀਅਸ ਹੁੰਦਾ ਸੀਗਾ, ਪੁੱਛਦਾ ਰਹਿੰਦਾ ਸੀਗਾ ਇਹ ਉਹ, ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਮੇਜਰ ਜਿਹੜੀ ਮੈਨੂੰ ਲੱਗਦਾ ਮੈਨੂੰ ਇਹ ਚੀਜ਼ ਮੈਂ ਉਹਨਾਂ ਦੀ ਨੋਟ ਕੀਤੀ ਆ ਔਰ ਸ਼ਾਇਦ ਮੇਰੇ ਅੰਦਰ ਆਈ ਹੈ ਕਿ ਉਹ ਇੱਕ ਇੰਟੈਲੀਜੈਂਟ ਫਿਲਮ ਮੇਕਰ ਸੀਗੇ ਜਿਹੜੇ ਹਸਾਉਂਦੇ ਵੀ ਸੀ ਤਾਂ ਜੈਂਟਰੀ ਵੀ ਉਹਨਾਂ ਦੀ ਜਿਹੜੀ ਜੋਕਸ ਜਾਂ ਜਿਹੜੀ ਕਾਮੇਡੀ ਹੈਗੀ ਆ ਉਹ ਲਾਈਕ ਕਰਦੀ ਸੀ। ਵਲਗੈਰਿਟੀ ਨਹੀਂ ਹੁੰਦੀ ਸੀਗੀ, ਫੈਮਿਲੀ ਹਿਊਮਰ ਹੁੰਦਾ ਸੀਗਾ ਜੋ ਕਈ ਵਾਰ ਕਾਮੇਡੀ ਮੇਕਰਸ ਕਈ ਵਾਰ ਹੁੰਦੇ ਆ, ਕਈ ਵਾਰ ਉਹਨਾਂ ਦੀ ਕਾਮੇਡੀ ਜੈਂਟਰੀ ਨੂੰ ਅਪੀਲ ਨਹੀਂ ਕਰਦੀ ਹੁੰਦੀ ਔਰ ਕਈ ਵਾਰ ਥੋੜੀ ਵਲਗੈਰਿਟੀ ਆ ਜਾਂਦੀ ਹੈ ਜੋ ਭੱਟੀ ਸਾਹਿਬ 'ਚ ਕਦੇ ਨਹੀਂ ਸੀ। ਉਹਨਾਂ ਦੀ ਕੋਈ ਮੂਵੀ, ਕੋਈ ਕੰਮ, ਕੋਈ ਸੀਰੀਅਲ ਦੇਖ ਲਓ ਉਹਦੇ 'ਚ ਨਹੀਂ ਸੀ। ਜੋ ਮੈਂ ਵੀ ਇੰਟੈਂਸ਼ਨਲੀ ਇਹ ਕਿਹਾ ਕਿ ਮੈਂ ਆਪਣੀ ਜਿਹੜੀ ਵੀ ਪਿਕਚਰ ਬਣਾਵਾਂ, ਜੋ ਵੀ ਮੈਂ ਕੰਮ ਕਰਾਂ, ਉਹਦੇ 'ਚ ਕੋਈ ਇੱਕ ਡਾਇਲੋਗ ਜਾਂ ਇੱਕ ਸੀਨ ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਕਿ ਫੈਮਿਲੀ ਦਾ ਕੋਈ ਵੀ ਮੈਂਬਰ ਐਂਬੈਰਸ ਹੋਏ। ਪਰ ਸਰ ਜਿੱਦਾਂ ਸਪੈਸ਼ਲਿਟੀ ਕਹਿ ਸਕਦੇ ਹਾਂ ਆਪਾਂ ਹੈ ਨਾ ਕਿ ਤੁਸੀਂ ਕਾਮੇਡੀ ਜੋਨਰ ਨੂੰ ਬਹੁਤ ਤਵੱਜੋ ਦਿੰਦੇ ਹੋ, ਕਿ ਇਹ ਤੁਹਾਡਾ ਖੁਦ ਦਾ ਇੱਕ ਕੰਫਰਟ ਜੋਨਰ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਮਕਸਦ ਹੈ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਆਲਰੇਡੀ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਕੁਝ ਹੈ, ਸੋ ਜੇ ਕੁਝ ਕਰਨਾ ਹੀ ਹੈ ਤਾਂ ਉਹਨਾਂ ਨੂੰ ਹਸਾਉਣ ਲਈ ਕੀਤਾ ਜਾਵੇ? ਦੇਖੋ ਇਹ ਚੀਜ਼ਾਂ ਨਾ ਪਲਾਨ ਨਹੀਂ ਕੀਤੀਆਂ ਜਾਂਦੀਆਂ ਕਿ ਵੀ ਤੁਸੀਂ ਪਲਾਨ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਚੀਜ਼ ਦੇ ਅੰਦਰ ਅੱਛੇ ਹੋ। ਤੁਸੀਂ ਜਿਹੜੀ ਚੀਜ਼ ਦੇ ਅੰਦਰ ਐਕਸੈਪਟੈਂਸ ਮਿਲ ਜਾਂਦੀ ਹੈ, ਇਹਦਾ ਮਤਲਬ ਲੋਕਾਂ ਨੂੰ ਕੋਈ ਚੀਜ਼ ਉਹ 'ਚ ਅੱਛੀ ਲੱਗੀ ਤਾਂ ਤੁਸੀਂ ਵੀ ਉਹ ਚੀਜ਼ ਬਣਾਉਂਦੇ ਹੋ ਪਹਿਲਾਂ ਤਾਂ ਜੋ ਤੁਹਾਡੇ ਦਿਲ ਦੀ ਹੈ। ਬੰਦਾ ਆਪਣੇ ਦਿਲ ਤੋਂ ਹਟ ਕੇ ਚੀਜ਼ ਉਦੋਂ ਬਣਾਉਂਦਾ ਜਦੋਂ ਉਹਦੀ ਦਿਲ ਦੀ ਚੀਜ਼ ਨਹੀਂ ਚੱਲਦੀ। ਜੇ ਤੁਹਾਡੀ ਦਿਲ ਦੀ ਚੀਜ਼ ਚੱਲ ਰਹੀ ਆ ਤਾਂ ਇਹਦਾ ਮਤਲਬ ਫਿਰ ਤੁਸੀਂ ਕੋਈ ਸਟ੍ਰੈਟਜੀ ਨਹੀਂ ਹੈਗੀ। ਮੈਂ ਤਾਂ ਜੋ ਚੀਜ਼ ਬਣਾਉਣਾ ਉਹਦੀ ਐਕਸੈਪਟੈਂਸ ਹੈਗੀ ਆ ਤਾਂ ਮੈਂ ਕੋਈ ਸਟ੍ਰੈਟਜੀ ਨਹੀਂ ਚਲਾ ਰਿਹਾ, ਮੈਂ ਤਾਂ ਮਜ਼ਾ ਆਉਂਦਾ ਸ਼ੂਟਿੰਗ ਕਰਦੇ ਹੋਏ। ਔਰ ਉਹੀ ਮਜ਼ਾ ਜੇ ਟਰਾਂਸਲੇਟ ਥੀਏਟਰ 'ਚ ਦੇਖਣ ਵਾਲਿਆਂ 'ਚ ਹੋ ਜਾਂਦਾ ਤਾਂ ਫਿਰ ਤਾਂ ਇਹ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ। ਸਰ ਵਿਊਅਰਸ ਨੇ ਨਾ ਬਹੁਤ ਹੱਦ ਤੱਕ ਕਿਹਾ ਸੀਗਾ, ਮਤਲਬ ਉਹਨਾਂ ਦਾ ਇੱਕ ਸਟੇਟਮੈਂਟ ਸੀਗਾ ਜਦੋਂ ਕੈਰੀ ਔਨ ਜੱਟਾ ਰਿਲੀਜ਼ ਹੋਈ ਹੈ ਨਾ, ਜੋ ਕਿ ਇੱਕ ਬਿਲਕੁਲ ਮਤਲਬ ਟ੍ਰੈਂਡ ਹੀ ਚੇਂਜ ਕਰਤਾ ਸੀ ਸਿਨੇਮਾ ਦਾ, ਹੈ ਨਾ, ਬਸ ਮਿਲ ਗਿਆ ਸੀ ਫਿਲਮਾਂ ਨੂੰ ਕਿ ਮਾਹੌਲ ਠੀਕ ਹੈ ਦਾ ਫੀਲ ਹੈ ਉਹਦੇ ਵਿੱਚ, ਡਾਇਲੌਗਸ ਕਹਿ ਲਈਏ ਜਾਂ ਉਵੇਂ ਇੱਕ ਫੀਲ ਕਹਿ ਲਈਏ। ਸੋ ਇਸ ਦੀ ਖਾਸ ਵਜ੍ਹਾ ਇਹੀ ਸੀਗੀ ਕਿ ਦੋਨੋਂ ਹੀ ਤੁਹਾਡੀ ਜ਼ਿੰਦਗੀ ਦੇ ਅਹਿਮ ਹਿੱਸੇ ਸੀ, ਦੋਨਾਂ ਨੇ ਹੀ ਤੁਹਾਡੀ ਜ਼ਿੰਦਗੀ ਦਾ ਇੱਕ ਟਰਨ ਚੇਂਜ ਕੀਤਾ, ਉਹਨੇ ਹਿੱਸਾ ਬਣਾਇਆ ਔਰ ਕੈਰੀ ਔਨ ਜੱਟਾ ਨੇ ਤਾਂ ਇੱਕ ਲੰਬੀ ਜਰਨੀ ਸਟਾਰਟ ਹੋ ਗਈ। ਦੇਖੋ ਜੀ ਬਿਲਕੁਲ 100% ਉਹ ਜਿਹੜਾ ਇੰਨੇ ਸਾਲ ਕੰਮ ਕੀਤਾ, 16 ਸਾਲ ਦੀ ਜਿਹੜੀ ਜਰਨੀ ਆ ਉਹਦੇ ਅੰਦਰ ਭੱਟੀ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ। ਮੇਰੀ ਜਿਹੜੀ ਪਹਿਲੀ ਫਿਲਮ ਐਜ਼ ਡਾਇਰੈਕਟਰ ਸੀ ਚੱਕ ਦੇ ਫੱਟੇ, ਉਹਦੇ 'ਚ ਘੁੱਗੀ ਭਾਜੀ, ਵਿਵੇਕ ਸ਼ੌਕ ਜੀ, ਜਸਵਿੰਦਰ ਭੱਲਾ ਸਾਹਿਬ ਤੇ ਜਸਪਾਲ ਭੱਟੀ ਸਾਹਿਬ ਸੀਗੇ। ਉਦੋਂ ਮੇਰੀ ਜਰਨੀ ਐਜ਼ ਅ ਡਾਇਰੈਕਟਰ ਸ਼ੁਰੂ ਹੋਈ ਸੀ। ਉਹਨਾਂ 'ਚ 2 ਲੋਕ ਆਪਣੇ ਨਾਲ ਨਹੀਂ ਹੈਗੇ, ਭੱਟੀ ਸਾਹਿਬ ਤੇ ਵਿਵੇਕ ਸ਼ੌਕ ਜੀ। ਉਹ ਹੀ ਨਹੀਂ ਹੁੰਦੇ ਮੇਰੀ ਪਿਕਚਰਾਂ 'ਚ, ਤੁਸੀਂ ਬਾਕੀ ਦੇਖ ਲਓ ਉਹ ਸਾਰੇ ਜਾਣੇ ਹੈ ਨਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ। ਘੁੱਗੀ ਭਾਜੀ ਵੀ ਫਿਲਮ ਤਕਰੀਬਨ ਹਰ ਫਿਲਮ 'ਚ ਹੁੰਦੇ, ਭੱਲਾ ਸਾਹਿਬ ਵੀ ਹੁੰਦੇ ਨੇ। ਤਾਂ ਨੈਚੁਰਲੀ ਹਾਂਜੀ ਉਹ ਹਿੱਸਾ ਸੀਗਾ ਜੀ। ਉਹ ਜਰਨੀ ਦੇ ਅੰਦਰ ਜੋ ਵੀ ਚੀਜ਼ਾਂ ਸਿੱਖੀਆਂ ਉਹ ਜਰਨੀ 'ਚ ਮਾਹੌਲ ਠੀਕ ਹੈ ਵੀ ਆਉਂਦੀ ਹੈ, ਚੱਕ ਦੇ ਫੱਟੇ ਵੀ ਆਉਂਦੀ ਹੈ। ਉਹਦਾ ਕੁਝ ਪਾਰਟ ਤੁਹਾਨੂੰ ਕੈਰੀ ਔਨ ਜੱਟਾ ਜ਼ਰੂਰ ਦਿਖੂਗਾ। ਔਰ ਮੈਨੂੰ ਤਾਂ ਪਤਾ ਹੀ ਹੈ ਕਿ ਵੀ ਕਿਹੜਾ ਚੀਜ਼ ਹੈ। ਔਰ ਜਦ ਮੈਨੂੰ ਇੰਨੀ ਖੁਸ਼ੀ ਹੋਈ ਜਦ ਕੈਰੀ ਔਨ ਜੱਟਾ ਰਿਲੀਜ਼ ਹੋਈ ਔਰ ਬਹੁਤ ਵੱਡੀ ਹਿੱਟ ਹੋ ਰਹੀ ਸੀ, ਰੌਲਾ ਪੈ ਰਿਹਾ ਸੀ, ਚੀਕਾਂ ਪੈ ਰਹੀਆਂ, ਅਤੇ ਭੱਟੀ ਸਾਹਿਬ ਨੇ ਪਿਕਚਰ ਦੇਖੀ ਔਰ ਮੈਨੂੰ ਫ਼ੋਨ ਕੀਤਾ ਉਹਨਾਂ ਨੇ ਕਿ ਫ਼ੋਨ ਕਰਕੇ ਕਹਿੰਦੇ ਉਹ ਸਮੀਪ ਯਾਰ ਤੇਰੀ ਪਿਕਚਰ ਤਾਂ ਬਹੁਤ ਚੱਲ ਰਹੀ ਹੈ, ਇੱਥੇ ਤਾਂ ਰੌਲਾ ਪੈ ਰਿਹਾ ਥੀਏਟਰ 'ਚ, ਕਿਉਂ ਕਰਕੇ ਉਹਨਾਂ ਲਈ ਵੀ ਬੜੀ ਪ੍ਰਾਊਡ ਮੂਮੈਂਟ ਸੀਗੀ। ਅਤੇ ਮੈਨੂੰ ਇੰਨੀ ਖੁਸ਼ੀ ਹੋਈ, ਮੈਂ ਕਿਹਾ ਜੇ ਭੱਟੀ ਸਾਹਿਬ ਨੇ ਮੈਨੂੰ ਐਡੀ ਵੱਡੀ ਗੱਲ ਕਹਿ ਤੀ ਤਾਂ ਮੇਰੇ ਲਈ ਹੋਰ ਕੀ ਹੋ ਸਕਦਾ ਹੈ ਨਾ। ਬਹੁਤ ਵਧੀਆ।
ਸੋ ਤੁਹਾਡੇ ਕੋਲੋਂ ਇਸ ਜਾਣਨਾ ਚਾਹਾਂਗੇ ਜਿੱਦਾਂ ਕੰਮ ਦੀ ਗੱਲ ਹੋ ਰਹੀ ਹੈ ਕਿਉਂਕਿ ਹੈ ਨਾ ਹੀ ਇਜ਼ ਐਲਡਰ ਟੂ ਯੂ ਜਿੱਦਾਂ ਕਿ ਆਪਾਂ ਹੁਣੇ ਗੱਲ ਵੀ ਕੀਤੀ ਹੈ ਲੇਕਿਨ ਇਹਨਾਂ ਦਾ ਕਰੀਅਰ ਜਿਹੜਾ ਹੈ ਉਹ ਬੱਚਿਆਂ ਵਾਂਗੂ ਤੁਹਾਡੇ ਸਾਹਮਣੇ ਗਰੋ ਹੋਇਆ ਹੈ, ਵੱਡਾ ਹੋਇਆ ਹੈ ਨਾ। ਸੋ ਬੀਇੰਗ ਅ ਵਾਈਫ ਬੀਇੰਗ ਅ ਲੇਡੀ ਅਸੀਂ ਵੀ ਜੋ ਘਰ ਨੂੰ ਮੈਨੇਜ ਕਰਦੀ ਹੁੰਦੀ ਹੈ ਬਾਹਰਲੇ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਸ ਤਰੀਕੇ ਦੇ ਨਾਲ ਕਰ ਰਹੀ ਹੈ ਨਾ। ਸੋ ਅਪ ਐਂਡ ਡਾਊਨਸ ਨੂੰ ਅਚੀਵਮੈਂਟਸ ਨੂੰ ਔਰ ਕਈ ਵਾਰ ਜਦੋਂ ਅਸੀਂ ਡਿੱਗਦੇ ਹਾਂ ਹੈ ਨਾ ਉਹਨਾਂ ਚੀਜ਼ਾਂ ਨੂੰ ਆਈ ਮੀਨ ਤੁਸੀਂ ਕਿਸ ਤਰੀਕੇ ਦੇ ਨਾਲ ਲਿਆ ਔਰ ਅੱਜ ਵੀ ਜਦੋਂ ਤੁਸੀਂ ਦੋਨੋਂ ਬਹਿੰਦੇ ਹੋ ਤੇ ਤੁਸੀਂ ਕਿਸ ਤਰ੍ਹਾਂ ਉਹਨਾਂ ਮੈਮਰੀਜ਼ ਨੂੰ ਸ਼ੇਅਰ ਕਰਦੇ ਹੋ, ਡਿਸਕਸ ਕਰਦੇ ਹੋ? ਇਹਦੇ 'ਚ ਮੈਂ ਪਹਿਲਾਂ ਕੁਛ ਬੋਲਣਾ ਚਾਹੂੰਗਾ। ਮੈਂ ਆਪਣੀ ਕੋਈ ਰਾਏ ਦੇਦਾ। ਦੇਖੋ ਇਹ ਤੋਂ ਪਹਿਲਾਂ ਕਿ ਇਹ ਬੋਲਣ ਮੈਂ ਇਹਨਾਂ ਦੱਸਦਾ ਕਿ ਮੈਂ ਸਿਵਾਏ ਫਿਲਮਾਂ ਬਣਾਉਣ ਤੋਂ ਡੱਕਾ ਨਹੀਂ ਤੋੜਦਾ। ਮੈਂ ਕੋਈ ਕੰਮ ਨਹੀਂ ਕਰਦਾ। ਮੈਨੂੰ ਜਿੰਨਾ ਮਰਜ਼ੀ ਬੋਲੀ ਜਾਏ, ਜੋ ਮਰਜ਼ੀ ਕਹੀ ਜਾਏ, ਮੈਂ ਕੋਈ ਕੰਮ ਨਹੀਂ ਕਰਦਾ। ਸਾਰਾ ਕੰਮ ਇਹ ਆਪ ਮੈਨੇਜ ਕਰਦੀ, ਸਾਰਾ A to Z, ਚਾਹੇ ਘਰ ਦਾ ਹੈਗਾ, ਚਾਹੇ ਨੌਨ ਕ੍ਰੀਏਟਿਵ ਚੀਜ਼ਾਂ ਫਿਲਮ ਦੀਆਂ ਵੀ ਹੈਗੀਆਂ। ਸ਼ੀ ਹੈਂਡਲਸ ਐਵਰੀਥਿੰਗ। ਅੱਛਾ, ਤੁਹਾਡੇ ਘਰ 'ਚ ਵੀ ਸਰ ਇੱਦਾਂ ਦੀ ਆਵਾਜ਼ ਆਉਂਦੀ ਹੈ ਕਿ ਗਿੱਲਾ ਤੌਲੀਆ ਸਿੱਟਦਾ ਬੈੱਡ ਤੇ, ਕੱਪੜੇ ਨਹੀਂ ਚੁੱਕੇ, ਭਾਂਡੇ ਨਹੀਂ ਚੁੱਕੇ? ਆਵਾਜ਼ ਨਹੀਂ ਜੀ, ਇਹਨੂੰ ਪਲੂਰਲ ਕਰ ਦਿਓ, ਆਵਾਜ਼ਾਂ। ਮੇਰੇ ਘਰ ਸਾਰਾ ਦਿਨ ਇਹੀ ਆਵਾਜ਼ਾਂ ਆਉਂਦੀਆਂ ਸਾਰੇ। ਪਰ ਮੈਂ ਤਾਂ ਢੀਠ ਹੋ ਗਿਆ ਜੀ, ਮੈਂ ਤਾਂ ਨਹੀਂ ਸੁਣਦਾ। ਇਹ ਆਪ ਮੈਂ ਤਾਂ ਚੇਂਜ ਹੋਣਾ ਨਹੀਂ, ਮੈਂ ਕਿਸੇ ਵੀ ਕੀਮਤ ਤੇ ਚੇਂਜ ਨਹੀਂ ਹੋਣਾ। ਮੈਂ ਰਿਅਲਾਈਜ਼ ਕਰਦੀ ਹਾਂ ਕਿ ਫਿਰ ਚਲੋ ਮੈਂ ਰੌਲਾ ਪਾ ਕੇ ਆਪਣੀ ਫਰਸਟ੍ਰੇਸ਼ਨ ਕੱਢਦੀ, ਮੈਂ ਕੱਲਿਓ ਘਰ 'ਚ ਰੌਲਾ ਪਾ ਰਹੀ ਹੁੰਦੀ ਹਾਂ। ਹੀ ਇਜ਼ ਲੀਸਟ ਬੋਦਰਡ। ਪਰ ਹਾਂ, ਮੈਂ ਰੌਲਾ ਪਾ ਕੇ ਆਪਣੀ ਫਰਸਟ੍ਰੇਸ਼ਨ ਕੱਢ ਲੈਂਦੀ ਹਾਂ। ਮੇਡਸ ਦੇਖ ਕੇ ਮੈਨੂੰ ਸਮਾਈਲ ਦੇ ਦਿੰਦੀਆਂ ਵੀ ਅੱਜ ਫੇਰ ਸ਼ੁਰੂ ਹੋ ਗਈ। ਸੋ ਕੋਈ ਜ਼ਿਆਦਾ ਸੀਰੀਅਸ ਮੈਟਰ ਹੁੰਦਾ ਨਹੀਂ ਹੈ। ਅੱਛਾ, ਉਹ ਮਾਹੌਲ ਉਵੇਂ ਦਾ ਬਣਿਆ ਰਹਿੰਦਾ ਹੈ। ਕਿੰਨੇ ਸਾਲ ਹੋ ਗਏ ਜੀ? ਸੋ ਮੈਂ ਕੰਮ ਦੀ ਗੱਲ ਕਰ ਰਹੀ ਸੀ ਕਿ ਉਸ ਟਾਈਮ ਤੇ ਕਿ ਕਿਸ ਤਰ੍ਹਾਂ ਉਸ ਬੇਬੀ ਨੂੰ ਪੈਂਪਰ ਕਰਕੇ, ਉਸ ਬੇਬੀ ਨੂੰ ਡਾਂਟ ਕੇ, ਉਹ ਮਤਲਬ ਇਹਨਾਂ ਦਾ ਹੋਲ ਕਰੀਅਰ ਆਈ ਮੀਨ ਟੂ ਸੇ ਕਿਉਂਕਿ ਤੁਸੀਂ ਹਿੱਸਾ ਰਹੇ ਹੋ। ਸੋ ਕਿਸ ਤਰ੍ਹਾਂ ਤੁਸੀਂ ਆਪਣੇ ਉਸ ਬੇਬੀ ਨੂੰ ਗਰੋਨ ਅਪ ਹੁੰਦੇ ਦੇਖਿਆ ਐਂਡ ਦੇਖ ਰਹੇ ਹੋ? ਮੈਂ ਐਕਚੁਅਲੀ ਡੇ 1 ਤੋਂ ਵੈਨ ਮਾਈ ਫਾਦਰ ਆਸਕਡ ਮੀ ਕਿ ਵਾਟ ਡਿਡ ਯੂ ਸੀ ਇਨ ਦਿਸ ਗਾਏ ਦੈਟ ਯੂ ਵਾਂਟ ਟੂ ਗੈਟ ਮੈਰਿਡ ਟੂ ਹਿਮ, ਆਈ ਸੈਡ ਮੈਂ ਪਹਿਲੀ ਗੱਲ ਤਾਂ ਉਸ 'ਚ ਓਨੈਸਟੀ ਦੇਖੀ ਹੈ ਤੇ ਫਾਈਨੈਂਸ ਫਨੂੰਸ ਦਾ ਮੈਨੂੰ ਬਾਹਲਾ ਮੈਟਰ ਯੂਥ 'ਚ ਪਤਾ ਹੀ ਨਹੀਂ ਚੱਲਦਾ ਨਾ ਫਾਈਨੈਂਸ਼ੀਅਲ ਡਿਫਰੈਂਸਿਸ ਕੀ ਹੁੰਦੇ ਹੈ। ਅਤੇ ਮੈਂ ਕਿਹਾ ਮੈਂ ਉਸ 'ਚ ਹਾਰਡ ਵਰਕ ਦੇਖਿਆ। ਠੀਕ ਹੈ, ਮੈਨੂੰ ਮੇਰੇ ਕਲਾਸਮੇਟਸ ਪੁੱਛਿਆ ਕਰਦੇ ਸੀ ਤੈਨੂੰ ਉਸ 'ਚ ਕੀ ਦਿਖਿਆ ਅਪਾਰਟ ਫਰੋਮ ਸ਼ਕਲ। ਹੀ ਵਾਜ਼ ਯੂਜ਼ ਟੂ ਬੀ ਵੈਰੀ ਹੈਂਡਸਮ। ਮੈਂ ਤੁਹਾਨੂੰ ਜੇ ਪੁਰਾਣੀ ਫੋਟੋਜ਼ ਦਿਖਾਵਾਂ, ਯੂਜ਼ ਟੂ ਬੀ ਵੈਰੀ ਹੈਂਡਸਮ ਰਾਈਟ। ਤਾਂ ਸਭ ਨੂੰ ਲੱਗਦਾ ਸੀ ਸ਼ਾਇਦ ਮੈਂ ਖੂਬਸੂਰਤੀ 'ਤੇ ਡੁੱਲੀ ਹਾਂ, ਹੈ ਨਾ। ਆਈ ਸੈਡ ਨੋ, ਹੀ ਇਜ਼ ਵੈਰੀ ਓਨੈਸਟ, ਹੀ ਇਜ਼ ਵੈਰੀ ਹਾਰਡ ਵਰਕਿੰਗ, ਹੀ ਇਜ਼ ਵੈਰੀ ਡੈਡੀਕੇਟਿਡ ਰਾਈਟ। ਅਤੇ ਮੈਨੂੰ ਉਹ ਚੀਜ਼ਾਂ ਬਹੁਤ ਲੌਂਗ ਟਰਮ ਜਿਹੜੇ ਇਨਵੈਸਟਮੈਂਟਸ ਹੁੰਦੀਆਂ ਉਹ ਲੱਗੀਆਂ ਸੀਗੀਆਂ ਕਿ ਠੀਕ ਹੈ ਅੱਜ ਜੋ ਵੀ ਹੈ ਠੀਕ ਹੈ। ਅਤੇ ਮਾਈ ਫਰੈਂਡਸ ਦੇ ਆਸਕ ਮੀ ਕਿ ਯੂ ਆਰ ਮੈਰਿੰਗ ਅ ਸਟਰਗਲਰ। I said yes, मेरी long term investment है, let me get married to him because I know his potential right। ਤੇ I said okay fine। ਤੇ ਫਿਰ ਜਦੋਂ ਵਿਆਹ ਹੋਇਆ ਤਾਂ ਉਸ ਜਦੋਂ ਫਸਟ ਟਾਈਮ ਵਿਆਹ ਤੋਂ ਪਹਿਲੇ ਇਹਨਾਂ ਨੇ ਮਾਹੌਲ ਠੀਕ ਹੈ ਦੀ ਆਡੀਸ਼ਨ ਦਿੱਤਾ, I was very happy। I said best of luck। ਜਦੋਂ ਵੀ ਸਮੀਪ ਕੁਝ ਕਰਨ ਜਾਂਦੇ ਆ I always give my wishes right। ਤੇ ਮੈਨੂੰ ਇੰਨਾ ਕੁ ਪਤਾ ਕਿ ਇੰਨਾ ਕੁ ਵਾਈਜ਼ ਹੀ ਇਜ਼ ਵੈਰੀ ਵਾਈਜ਼ ਟੂ ਹੈਂਡਲ ਦ ਸਰਕਮਸਟਾਂਸਿਸ ਕਿ ਕੀ ਅੱਗੇ ਕਿਵੇਂ ਕਰਨਾ ਹੈ ਰਾਈਟ। ਤਾਂ ਉਸ ਜਿਹੜੇ ਕੰਮ ਦੇ ਮਾਮਲੇ 'ਚ ਤੁਸੀਂ ਕਹਿ ਰਹੇ ਹੋ ਕਿ ਮੇਰੀ ਹਮੇਸ਼ਾ ਬੈਸਟ ਵਿਸ਼ਜ਼ ਜਾਂਦੀਆਂ ਹੁੰਦੀਆਂ ਸੀ। ਹਾਂ, ਲੋਕਾਂ ਦੀ ਕ੍ਰਿਟਿਸਿਜ਼ਮ ਫੇਸ ਕਰਨੀ ਪੈਂਦੀ ਸੀ ਬਹੁਤ ਜ਼ਿਆਦਾ। ਅਤੇ ਉਹ ਮੈਂ ਥੋੜ੍ਹੀ ਜਿਹੀ ਸਟੱਬਨ ਹੈ ਬਾਈ ਨੇਚਰ। ਮੈਂ ਉਹ ਸਟੱਬਨ ਨੇਚਰ ਨੇ ਮੈਨੂੰ ਬਹੁਤ ਹੈਲਪ ਕੀਤੀ ਅਤੇ ਬਟ ਮੈਂ ਸਮੀਪ ਨੂੰ ਹਮੇਸ਼ਾ ਬੈਸਟ ਵਿਸ਼ਜ਼ ਕਹਿੰਦੀ ਸੀਗੀ। ਇੱਕ ਟਾਈਮ ਇਹੋ ਜਿਹਾ ਆਇਆ ਸੀਗਾ ਜਿੱਥੇ ਕਹਿੰਦੇ ਆ ਆਪਾਂ ਮੁੰਬਈ 'ਚ ਹੈ ਨਾ ਨਵੇਂ ਫਰੈਂਡ ਸਰਕਲ, ਉਹਨਾਂ ਨੇ ਜਦੋਂ ਪਿੱਛੇ ਨੂੰ ਘੜੀਸਿਆ ਦੈਟ ਵਾਜ਼ ਵੈਰੀ ਹਰਟਿੰਗ। ਮੈਨੂੰ ਲੱਗ ਰਿਹਾ ਸੀ ਕਿ ਇਸ ਬੰਦੇ 'ਚ ਇੰਨਾ ਪੋਟੈਂਸ਼ੀਅਲ, ਇਸ ਨੂੰ ਪਿੱਛੇ ਕਿਉਂ ਘੜੀਸ ਰਹੇ ਹੈ ਨਾ। ਕਿ ਚਲੋ ਡਰਿੰਕ ਕਰਦੇ ਹੈ, ਪਾਰਟੀ ਕਰਦੇ ਹੈ, ਉਹ ਚੀਜ਼ਾਂ ਸਾਡੇ ਹੀ ਇਜ਼ ਨੋਟ ਅ ਪਾਰਟੀ ਗੋਇੰਗ, ਆਈ ਐਮ ਨੋਟ ਅ ਪਾਰਟੀ ਗੋਇੰਗ ਪਰਸਨ। ਸੋ ਉਦੋਂ ਮੈਨੂੰ ਥੋੜ੍ਹਾ ਜਿਹਾ ਇੱਕ ਸੈਟਬੈਕ ਲੱਗਿਆ ਸੀਗਾ ਕਿ ਕੀ ਹੋ ਰਿਹਾ। ਉਸ ਤੋਂ ਬਾਅਦ ਫਿਰ ਲਾਈਕ ਹੁਰੀਕੇਨ ਆਈ ਕੇਮ ਅਪ, ਆਈ ਸੈਡ ਨਹੀਂ, ਇਹ ਦਿਸ ਇਜ਼ ਨੋਟ ਹੈਪਨਿੰਗ, ਇਹ ਮੈਂ ਨਹੀਂ ਹੋਣ ਦਊਂਗੀ। ਉਸ ਟਾਈਮ ਤੋਂ ਮੈਂ ਥੋੜ੍ਹਾ ਜਿਹਾ ਕਹਿ ਲਓ ਵੀ ਥੋੜ੍ਹਾ ਜਿਹਾ ਕੰਟਰੋਲ ਕੀਤੀ ਸਿਚੁਏਸ਼ਨ, ਔਰ ਕੰਟਰੋਲ ਕਰਕੇ ਹੀ ਵਾਜ਼ ਅਗੇਨ ਵੈਰੀ ਮੱਚ ਨੋਰਮਲ। ਜਿਸ ਨੂੰ ਕੰਮ 'ਤੇ ਮੈਨੂੰ ਉਦੋਂ ਹਰਟ ਕਰਦੀ ਜਿਵੇਂ ਹੀ ਲੂਜ਼ਸ ਹਿਜ਼ ਕੌਨਸਨਟ੍ਰੇਸ਼ਨ ਔਨ ਵਰਕ। ਮੈਨੂੰ ਉਦੋਂ ਮੈਂ ਡਿਸਟਰਬ ਹੋ ਜਾਂਦੀ ਹਾਂ ਕਿ ਕੰਮ ਤੋਂ ਹਟ ਕੇ ਕੁਛ ਹੋਰ ਕਿਉਂ। ਹਾਂਜੀ।
ਮੈਂ ਜ਼ਰੂਰ ਜਾਣਨਾ ਚਾਹਾਂਗੀ, ਜਿੱਦਾਂ ਕਿ ਤੁਸੀਂ ਕਿਹਾ ਕਿ ਪਿੱਛੇ ਖਿੱਚਣ ਵਾਲੇ ਬੜੇ ਸਾਰੇ ਲੋਕ ਸੀਗੇ ਮੈਮ, ਜਦੋਂ ਇਹ ਤਾਂ ਹੋ ਗਿਆ ਨਾ ਸਟਰਗਲਿੰਗ ਦਾ ਟਾਈਮ, ਜਦੋਂ ਅਸੀਂ ਚੜ੍ਹਨਾ ਸ਼ੁਰੂ ਕਰਦੇ ਆ ਨਾ ਉੱਪਰ ਨੂੰ, ਤੇ ਉਦੋਂ ਵੀ ਇੱਕ ਮੋਮੈਂਟ ਇਦਾਂ ਦਾ ਆਉਂਦਾ ਹੈ ਕਿ ਆਸ-ਪਾਸ ਕੋਈ ਵੀ ਨਹੀਂ ਹੁੰਦਾ, ਕੋਈ ਇਸ ਕਰਕੇ ਨਹੀਂ ਹੁੰਦਾ ਕਿ ਤੁਸੀਂ ਉੱਪਰ ਚੜ੍ਹ ਜਾਂਦੇ ਹੋ, ਤੇ ਕੋਈ ਇਸ ਕਰਕੇ ਨਹੀਂ ਹੁੰਦਾ ਕਿ ਉਹ ਤੁਹਾਨੂੰ ਬੀਟ ਨਹੀਂ ਕਰ ਪਾਉਂਦਾ। ਸੋ ਅਜਿਹਾ ਟਾਈਮ ਵੀ ਰਿਹਾ ਜ਼ਿੰਦਗੀ 'ਚ ਕਿ ਤੁਸੀਂ ਦੋ ਹੀ ਜਣੇ ਸੀ ਆਸ-ਪਾਸ, ਹੋਰ ਕੋਈ ਸਾਥ ਖੜਨ ਵਾਲਾ ਜਾਂ ਸਾਥ ਦੇਣ ਵਾਲਾ ਜਾਂ ਖੁਸ਼ੀ 'ਚ ਖੁਸ਼ ਹੋਣ ਵਾਲਾ ਨਹੀਂ ਸੀ। ਟੂ ਬੀ ਵੈਰੀ ਓਨੈਸਟ, ਰੱਬ ਦੀ ਕਿਰਪਾ ਕਹੂੰਗੀ ਮੈਂ, ਸਾਡੇ ਨਾਲ ਖੜਨ ਵਾਲਾ ਕੋਈ ਵੀ ਨਹੀਂ ਸੀਗਾ, ਕਦੇ ਵੀ ਨਹੀਂ ਸੀਗਾ। ਸੋ ਮੈਨੂੰ ਰੱਬ ਦੀ ਕਿਰਪਾ ਲੱਗਦੀ ਹੈ, ਕਿਉਂਕਿ ਅੱਧੀ ਸਟਰਗਲ ਤੁਹਾਡੀ ਨਹੀਂ ਤਾਂ ਉਹ ਖਰਾਬ ਕਰ ਦਿੰਦੇ ਆ ਜਿੰਨੇ ਵੀ ਇਰਦ ਗਿਰਦ। ਹਾਂ, ਜਦੋਂ ਸਮੀਪ ਹਿੱਟ ਹੋਏ ਤਾਂ ਅਚਾਨਕ ਰਿਸ਼ਤੇਦਾਰ ਬਹੁਤ ਆ ਗਏ, ਅਚਾਨਕ। ਮੇਰਾ ਇਹ ਕੁਐਸਚਨ ਆਪਣੇ ਮਨ 'ਚ ਹੁੰਦਾ ਸੀ, ਉਹਨਾਂ ਨੂੰ ਮੈਂ ਪੁੱਛਦੀ ਹੁੰਦੀ ਸੀ ਕਿ ਤੁਸੀਂ ਇਸ ਤੋਂ ਪਹਿਲੇ ਕਿੱਥੇ ਸੀ। ਮੈਨੂੰ ਚਾਹੀਦੇ ਸੀ ਰਿਸ਼ਤੇਦਾਰ, ਰਾਈਟ, ਬਟ ਨਹੀਂ ਸੀਗੇ ਉਸ ਟਾਈਮ। ਬਟ ਠੀਕ ਹੈ, ਮੈਨੂੰ ਅੱਜ ਦੇ ਕੈਨੋਟ ਕੁਐਸਚਨ ਹਿਮ, ਦੇ ਕੈਨੋਟ ਕੁਐਸਚਨ ਮੀ। ਉਹਨਾਂ ਨੂੰ ਉਹਨਾਂ ਦਾ ਜੀ ਕਰਦਾ ਸੀ ਡਿਕਟੇਟ ਕਰੀਏ ਕਿ ਸਮੀਪ ਇਜ਼ ਮਾਈ ਰਿਸ਼ਤੇਦਾਰ, ਸਮੀਪ ਇਜ਼ ਮਾਈ ਨੈਫਿਊ, ਸਮੀਪ ਇਜ਼ ਮਾਈ ਨੀ, ਜੋ ਵੀ ਰਿਸ਼ਤੇਦਾਰੀ ਬਣ ਜਾਂਦੀ ਹੈ। ਬਟ ਉਹਨਾਂ ਦਾ ਹੁਣ ਰਾਈਟ ਨਹੀਂ ਹੈ ਨਾ, ਬਿਕੋਜ਼ ਮੈਂ ਕਿਤੇ ਨਾ ਕਿਤੇ ਆਪਣੀ ਅੱਖਾਂ ਦੇ ਇਸ਼ਾਰੇ ਨਾਲ ਪੁੱਛਿਆ ਸੀਗਾ ਕਿ ਤੁਸੀਂ ਕਿੱਥੇ ਸੀ ਸਾਰੇ ਜਣੇ, ਰਾਈਟ। ਸੋ ਇਸ ਕਰਕੇ ਆਈ ਐਮ ਵੈਰੀ ਹੈਪੀ ਦੈਟ ਵੀ 3 ਆਰ ਟੁਗੇਦਰ। ਮੈਂ ਆਪਣੇ ਬੇਟੇ ਨੂੰ ਨਾਲ ਕਾਊਂਟ ਕਰ ਰਹੀ ਹਾਂ, ਰਾਈਟ। ਬਾਕੀ ਕੋਈ ਕੁਐਸਚਨ ਨਹੀਂ ਕਰ ਸਕਦਾ, ਕੋਈ ਅੱਜ ਤੱਕ ਮੈਨੂੰ ਰਿਸ਼ਤੇਦਾਰੀ 'ਚੋਂ ਕੁਐਸਚਨ ਨਹੀਂ ਕਰ ਸਕਦਾ ਸਮੀਪ ਦੀ ਫੀਸ ਕਿੰਨੀ ਹੈ। ਪੁੱਛਣ ਦਾ ਜੀ ਬਹੁਤ ਕਰਦਾ, ਬਟ ਦੇ ਕੈਨ ਨਾਟ ਕੁਐਸਚਨ ਮੀ, ਦੇ ਕੈਨ ਨਾਟ ਕੁਐਸਚਨ ਹਿਮ, ਰਾਈਟ। ਸੋ ਈਜ਼ੀ ਜਰਨੀ ਹੈ, ਬਾਈ ਗੋਡਸ ਗ੍ਰੇਸ ਕੋਈ ਨਾਲ ਨਹੀਂ ਖੜਿਆ ਸੀਗਾ, ਐਂਡ ਆਈ ਐਮ ਵੈਰੀ ਹੈਪੀ। ਸੋ ਸਮੀਪ ਜੀ, ਇਹਨਾਂ ਨੇ ਤਾਂ ਦੱਸਤਾ ਕਿ ਇਹਨਾਂ ਨੂੰ ਕਿਹੜੀਆਂ ਕੁਆਲਿਟੀਜ਼ ਤੁਹਾਡੀਆਂ ਚੰਗੀਆਂ ਲੱਗੀਆਂ, ਔਰ ਇਹਨਾਂ ਨੇ ਹੁਣ ਤੱਕ ਹੈ ਨਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਖੜੇ ਨੇ। ਪਰ ਫਿਲਮੀ ਤੌਰ ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂ ਕਿ ਤੁਹਾਡੀ ਜ਼ਿੰਦਗੀ ਦੀ ਅਦਾਕਾਰਾ ਜੇ ਅਸੀਂ ਫਰੇਮ ਕਰਕੇ ਵਿਖਾਣੀ ਹੋਏ ਕਿ ਕਿਸ ਤਰ੍ਹਾਂ ਮਿਲੇ, ਕਿਸ ਤਰ੍ਹਾਂ ਨਜ਼ਰਾਂ ਦੋ ਤੋਂ ਚਾਰ ਹੋਈਆਂ, ਕਿਸ ਤਰ੍ਹਾਂ ਉਹ ਇੱਕ ਖੂਬਸੂਰਤ ਸ਼ੁਰੂਆਤ ਹੋਈ ਹੈ ਨਾ, ਕਿਸ ਤਰ੍ਹਾਂ ਹੀਰੋ ਨੂੰ ਹੀਰੋਇਨ ਮਿਲੀ, ਸੋ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ। ਦੇਖੋ, ਉਦੋਂ ਤਾਂ ਬੰਦਾ ਇੰਨਾ ਕੁਝ ਸੋਚਦਾ ਨਹੀਂ ਹੈ ਨਾ ਜੀ, ਯੰਗ ਏਜ ਦੇ ਅੰਦਰ ਪੜ੍ਹਦੇ ਹੁੰਦੇ ਹੋ ਤੁਸੀਂ ਮਿਲਣਾ ਸ਼ੁਰੂ ਕਰਦੇ ਹੋ, ਤੁਸੀਂ ਇੱਕ ਦੂਜੇ ਦੀ ਕੰਪਨੀ ਇੰਜੋਏ ਕਰਦੇ ਹੋ, ਇੱਕ ਦੂਜੇ ਦੀ ਗੱਲਾਂ ਬਾਤਾਂ ਅੱਛੀਆਂ ਲੱਗਦੀਆਂ ਨੇ, ਉਵੇਂ ਫਿਰ ਤੁਸੀਂ ਕਲੋਜ਼ ਆ ਜਾਂਦੇ ਹੋ ਜੀ। ਲਵ ਐਟ ਫਰਸਟ ਸਾਈਟ ਸੀ ਇਹ ਲਵ ਐਟ ਫਰਸਟ ਸਾਈਟ। ਉਹ ਦੇਖੋ, ਫਰਸਟ ਸਾਈਟ ਮਤਲਬ ਅਸੀਂ ਪਟਿਆਲੇ ਤੋਂ ਸੀਗੇ, ਪੜ੍ਹਦੇ ਦੋਨੋਂ ਚੰਡੀਗੜ੍ਹ ਸੀਗੇ, ਸੋ ਸੇਮ ਸਕੂਲ ਤੋਂ ਸੀਗੇ ਅਸੀਂ, ਮੈਂ ਸੀਨੀਅਰ ਸੀਗਾ ਇਹਨਾਂ ਦਾ, ਅਤੇ ਮਿਲਣਾ ਉਹ ਸਕੂਲ 'ਚ ਕਦੇ ਮਿਲੇ ਨਹੀਂ, ਪਰ ਇੱਥੇ ਮਿਲਣਾ ਸ਼ੁਰੂ ਕੀਤਾ ਹੈ ਨਾ। ਉਹ ਇਹ ਹੁੰਦਾ ਨੇ, ਜੇ ਤੁਸੀਂ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਹੋ, ਤੁਹਾਨੂੰ ਅੱਛਾ ਲੱਗਦਾ, ਇੱਕ ਸਾਥ ਅੱਛਾ ਲੱਗਦਾ, ਔਰ ਨੈਚੁਰਲੀ ਤੁਸੀਂ ਕਲੋਜ਼ ਆ ਜਾਂਦੇ ਹੋ। ਫਿਰ ਤੁਸੀਂ ਡਿਸੀਜਨ ਲੈਂਦੇ ਹੋ ਕਿ ਯਾਰ ਜਦ ਇੰਨਾ ਟਾਈਮ ਸਪੈਂਡ ਕਰ ਹੀ ਲਿਆ, ਹੁਣ ਵਿਆਹ ਕਰ ਲੈਂਦੇ ਯਾਰ, ਵੀ ਉਹ ਐਟਲੀਸਟ ਤੁਹਾਨੂੰ ਪਤਾ ਤਾਂ ਹੈ ਨਾ ਵੀ ਮਤਲਬ ਵੀ ਕਿਹੋ ਜਿਹਾ ਬੰਦਾ, ਔਰ ਫਿਊਚਰ ਤੁਸੀਂ ਕੀ ਐਕਸਪੈਕਟ ਕਰਨਾ। ਜਿਵੇਂ ਕਿ ਅਰੇਂਜ ਮੈਰਿਜ ਕਰਾਂਗੇ, ਪਤਾ ਨਹੀਂ ਕੀ ਗੱਲ ਬਣੂਗੀ। ਔਰ ਫਿਰ ਨਾ ਇੱਕ ਬੰਦਾ ਜਦ ਤੁਸੀਂ 2-4 ਸਾਲ ਇਕੱਠੇ ਰਹਿੰਦੇ ਹੋ, ਇੱਕ ਦੇਖੋ ਮਾਈਂਡ ਦੇ ਅੰਦਰ ਆਲਰੇਡੀ ਚੱਲਣ ਲੱਗ ਜਾਂਦਾ ਕਿ ਯਾਰ ਜੇ ਇੰਨੇ ਸਾਲ ਚੱਲਿਆ ਤਾਂ ਮਤਲਬ ਵਿਆਹ ਹੀ ਕਰਨਾ, ਨਹੀਂ ਤਾਂ ਇੰਨੇ ਸਾਲ ਤੋਂ ਇਕੱਠੇ ਕਿਉਂ ਆ, ਕਿਉਂ ਐਵੇਂ ਟਾਈਮ ਵੇਸਟ ਹੈ ਨਾ। ਫਿਰ ਤੁਸੀਂ ਇਨਵੈਸਟ ਕੀਤਾ ਹੁੰਦਾ ਇਮੋਸ਼ਨਲੀ ਰਿਲੇਸ਼ਨਸ਼ਿਪ ਦੇ ਅੰਦਰ, ਤਾਂ ਤੁਸੀਂ ਇਹੀ ਚਾਹੁੰਦੇ ਹੋ ਕਿ ਯਾਰ ਕਿ ਵਿਆਹ ਕਰੀਏ, ਯਾਨੀ ਇੱਕ ਪਾਰਟ ਆਫ ਲਾਈਫ ਤਾਂ ਸਮੂਥ ਹੋ ਜੇ। ਜੇ ਤੁਹਾਡੀ ਲਾਈਨ ਪੁੱਠੀ ਚੁਣ ਲਈ ਹੈ, ਜਿਹੜੀ ਉਸ ਵੇਲੇ ਐਕਸੈਪਟੇਬਲ ਪ੍ਰੋਫੈਸ਼ਨ ਨਹੀਂ ਸੀ, ਉਹ ਤੁਸੀਂ ਪਰਸਨਲ ਲਾਈਫ ਦੇ ਅੰਦਰ ਵੀ ਸੌਰਟਡ ਨਹੀਂ ਹੈਗੇ, ਤੁਹਾਡਾ ਸਾਰਾ ਕੁਝ। ਮੇਰਾ ਮੰਨਣਾ ਇਹ ਹੈ ਜੀ, 90% of life's happiness, 90% of life's happiness depend on the kind of person you marry and the kind of profession you choose. ਦੋਨੋਂ ਚੋਂ ਇੱਕ ਗੜਬੜ ਹੋ ਜੇ, ਤੁਹਾਡੀ 45% ਖੁਸ਼ੀ ਗਈ। ਸੋ ਐਟਲੀਸਟ ਮੇਰੇ ਹੱਥ 'ਚ ਪ੍ਰੋਫੈਸ਼ਨ ਤਾਂ ਹੈ ਨਹੀਂ ਸੀ, ਪਰਸਨਲ ਲਾਈਫ ਤਾਂ 45% ਸੀਗਾ, ਤਾਂ ਮੈਂ ਕਿਹਾ ਯਾਰ ਇਹ ਤਾਂ ਸਮੂਥ ਕਰੋ, ਹੈ ਨਾ, ਘੱਟੋ ਘੱਟ ਲਾਈਫ ਅੱਧੀ ਤਾਂ ਸੌਰਟਡ ਹੋਏ, ਪਰ ਹੈ ਨਾ ਜੀ। ਤਾਂ ਉਹ ਮੈਂ ਉਸ ਇੰਟੈਂਸ਼ਨ ਦੇ ਨਾਲ ਸੋ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਜਦੋਂ ਕੁੜੀ ਮੁੰਡਾ ਮਿਲਣ ਵਾਲੇ ਹੁੰਦੇ ਨੇ, ਜਦੋਂ ਵਿਆਹ ਦਾ ਟਾਈਮ ਸ਼ੁਰੂ ਹੁੰਦਾ ਹੈ ਜਾਂ ਜਦੋਂ ਮਿਲਣਾ ਦਾ ਟਾਈਮ ਸ਼ੁਰੂ ਹੁੰਦਾ ਹੈ, ਉਦੋਂ ਹੀ ਸਮੀਪ ਕੰਗ ਜੀ ਦੀ ਫਿਲਮਾਂ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਕਨਫਿਊਜ਼ਨਲ ਜੀ ਕਾਮੇਡੀ ਸਟਾਰਟ ਹੋ ਜਾਂਦੀ ਹੈ। ਸੋ ਇਹ ਤੁਹਾਡੀ ਪਰਸਨਲ ਲਾਈਫ ਹੀ ਰੀਅਲ ਲਾਈਫ ਤੇ ਆਉਂਦੀ ਹੈ ਜਾਂ ਫਿਰ ਅੱਛਾ ਆਉਂਦੀ ਹੈ? ਫਿਰ ਆਈ ਵੁੱਡ ਲਾਈਕ ਟੂ ਸੇ ਕਿ ਮੇਰੇ ਘਰ 'ਚ ਕੈਰੀ ਔਨ ਜੱਟਾ ਪਹਿਲੇ ਬਣਦੀ ਹੈ, ਔਰ ਰੋਜ਼ ਬਣਦੀ ਹੈ, ਹਰ ਘੰਟੇ ਬਣਦੀ ਹੈ। ਹੀ ਲਵਸ ਟੂ ਕ੍ਰੀਏਟ ਕਨਫਿਊਜ਼ਨਸ। ਮੈਂ ਕਿਹਾ ਮੇਰੇ ਤੇ ਕੈਰੀ ਔਨ ਜੱਟਾ ਨਾ ਬਣਾਇਓ, ਮੇਰੇ ਪੌੜੀ ਨਾ ਲਾਇਓ, ਕੋੜੀ ਨਹੀਂ ਲਗਾਣੀ ਪੌੜੀ। ਮੈਂ ਕਹਾਣੀ ਜਦ ਫਾਈਨਲ ਕਰਦਾ ਯਾਰ ਇਹ ਬਣਾਈਏ, ਤਾਂ ਮੈਂ ਪਹਿਲਾਂ ਬਾਉਂਸ ਆਫ ਕਰਦਾ ਇਹਨਾਂ ਨਾਲ, ਬੇਟੇ ਨਾਲ, ਘਰ ਵਾਲੀ ਨਾਲ ਤੇ ਬੇਟੇ ਨਾਲ। ਤਾਂ ਬੇਟਾ ਪਹਿਲਾਂ ਪੁੱਛ ਲੈਂਦਾ, ਇੱਕ ਇਹ ਵਿਆਹ 'ਤੇ ਮਿਲ ਰਹੇ ਨੇ ਮੁੰਡਾ ਕੁੜੀ, ਇਹ ਕਨਫਿਊਜ਼ਨ ਇੱਥੋਂ ਸ਼ੁਰੂ ਕਰੋਗੇ ਕਿ ਥੋੜ੍ਹੀ ਦੇਰ ਲਟਕਾਓਗੇ? ਮੈਂ ਕਿਹਾ ਬੇਟੇ ਲਟਕਾਉਣਾ ਕਿਉਂ ਆ, ਹੈ ਨਾ, ਆਪਾਂ ਕਰਦੇ ਹਾਂ ਨਾ ਵੀ, ਹੈ ਨਾ, ਆਪਾਂ ਸਿੱਧਾ ਪਲਾਟ 'ਤੇ ਆਉਂਦੇ ਹਾਂ, ਕਿਉਂ ਐਵੇਂ ਟਾਈਮ ਵੇਸਟ ਕਰਨਾ। ਕਹਿੰਦਾ ਠੀਕ ਹੈ ਠੀਕ ਹੈ। ਸੋ ਇਹਨਾਂ ਦੀ ਐਕਸੈਪਟੈਂਸ ਮਿਲਦੀ ਹੈ ਜੇ ਥੋੜ੍ਹਾ ਜਿਹਾ ਹੱਸਦੇ ਨੇ ਪਲਾਟ ਸੁਣ ਕੇ, ਮੈਨੂੰ ਲੱਗਦਾ ਗੱਲ ਠੀਕ ਆ।
ਹੈ ਨਾ। ਆਪਣੇ ਵਿਆਹ ਦੇ ਟਾਈਮ ਤੇ ਵੀ ਇਹ ਸੀਗਾ ਕੋਈ ਕਨਫਿਊਜ਼ਨ ਜਾਂ ਮਨਾਨਾ ਰੁਸਨਾ ਜਾਂ ਫਿਰ ਸਮੂਥ ਰਾਈਡ ਹੋ ਗਈ? ਉਦੋਂ ਥੋੜਾ ਸਮੂਥ ਹੋ ਗਈ ਜੀ। ਉਹ ਸਾਡੇ ਇੰਨਾ ਕਨਫਿਊਜ਼ਨ ਨਹੀਂ ਸੀ। ਦੇਖੋ ਬੇਸਿਕਲੀ ਲਵ ਮੈਰਿਜ 'ਚ ਸਲਾਈਟ ਉਹ ਤਾਂ ਆਉਂਦਾ ਹੀ ਹੈ ਨਾ ਜੀ, ਕਿ ਇੰਨਾ ਸਮੂਥਲੀ ਤਾਂ ਸਾਰਾ ਕੁਝ ਨਹੀਂ ਹੁੰਦਾ, ਬਟ ਫਿਰ ਵੀ ਇੰਨੀਆਂ ਮੁਸ਼ਕਿਲਾਂ ਨਹੀਂ ਆਈਆਂ ਮੇਰੇ ਖਿਆਲ ਨਾਲ। ਜ਼ਿਆਦਾ ਮੁਸ਼ਕਿਲਾਂ ਨਹੀਂ। ਉਹਨਾਂ ਨੇ ਤੇ ਆਪਣੇ ਫਾਦਰ ਨੂੰ ਕਨਵਿੰਸ ਕੀਤਾ ਤੁਹਾਡੀਆਂ ਕੁਆਲਿਟੀਆਂ ਦੱਸ ਕੇ। ਤੁਸੀਂ ਆਪਦੇ ਘਰ ਦੇ ਵਿੱਚ ਕਿਵੇਂ ਇੱਕ ਥਾਂ ਮਤਲਬ ਇੱਕ ਸਪੇਸ ਬਣਾਉਣਾ ਪੈਂਦਾ ਨਾ ਕਿ ਇਦਾਂ ਮੇਰੀ ਪਸੰਦ ਹੈ, ਆਹ ਚੀਜ਼ਾਂ ਨੇ? ਦੇਖੋ ਜੀ, ਮੈਂ ਘਰਦਿਆਂ ਤੋਂ ਕਦੇ ਲੁਕਾਇਆ ਨਹੀਂ ਹੈ ਨਾ, ਕਿਉਂ ਕਰਕੇ ਜਦ ਅਸੀਂ ਪੜ੍ਹਦੇ ਸੀਗੇ ਉਦੋਂ ਮਿਲਦੇ ਹੁੰਦੇ ਸੀ, ਦੋਨੋਂ ਪਟਿਆਲੇ ਦੇ ਸੀਗੇ, ਤਾਂ ਘਰਦਿਆਂ ਨੂੰ ਵੀ ਮੈਂ ਮਿਲਾਤਾ ਸੀਗਾ ਉਸੇ ਵੇਲੇ ਜਦ ਮੈਂ ਪੜ੍ਹਦਾ ਹੁੰਦਾ ਸੀ। ਤਾਂ ਘਰਦਿਆਂ ਦੇ ਮਨ 'ਚ ਵੀ ਸੀਗਾ ਕਿ ਜੇ ਲੜਕੀ 3-4 ਸਾਲ ਤੋਂ ਨਾਲ ਹੈ, ਇਕੱਠੇ ਜਾਣਦੇ ਨੇ ਔਰ ਪਸੰਦ ਕਰਦੇ ਆ, ਵੀ ਕਿਤੇ ਨਾ ਕਿਤੇ ਉਹ ਸਾਨੂੰ ਮਿਲਾਇਆ ਵੀ ਆ। ਤਾਂ ਕਿਤੇ ਨਾ ਕਿਤੇ ਮੇਰੇ ਘਰਦਿਆਂ ਨੇ ਤਾਂ ਐਕਸੈਪਟ ਕਰ ਹੀ ਲਿਆ ਸੀ ਕਿ ਇਹ ਗੱਲ ਵਿਆਹ ਵੱਲ ਨੂੰ ਤੁਰ ਰਹੀ ਹੈ। ਮੇਰੇ ਲਈ ਉਹਨਾਂ ਨੇ ਕੋਈ ਲੜਕੀ ਦੇਖੀ ਨਹੀਂ, ਕੋਈ ਰਿਸ਼ਤਾ, ਕੋਈ ਇੱਕ ਵੀ ਨਹੀਂ ਰਿਸ਼ਤਾ ਆਇਆ ਮੈਨੂੰ। ਮੇਰੇ ਜ਼ਿਹਨ 'ਚ ਇੱਕ ਸਵਾਲ ਹੈ, ਮਤਲਬ ਕਿਉਂਕਿ ਕਾਲਜ ਟਾਈਮ ਦੀ ਗੱਲ ਚੱਲ ਰਹੀ ਹੈ ਨਾ, ਤੇ ਉਦੋਂ ਤੁਸੀਂ ਕਿਹਾ ਜ਼ਿਆਦਾ ਸੋਚਦੇ ਵੀ ਨਹੀਂ ਸੀ, ਤੇ ਉਦੋਂ ਤੇ ਪ੍ਰੋਪਰ ਇੱਕ ਉਹ ਚੱਲ ਰਿਹਾ ਹੋਏਗਾ ਨਾ, ਇੱਕ ਜਿਹੜਾ ਫੇਸ ਚੱਲ ਰਿਹਾ ਹੁੰਦਾ। ਸੋ ਤੁਸੀਂ ਵੀ ਇਦਾਂ ਗਰਾਊਂਡ 'ਚ ਬਹਿ ਕੇ ਪੜ੍ਹਦੇ ਸੀ, ਇਦਾਂ ਸਿਰ ਰੱਖ ਲੈਂਦੇ ਸੀ, ਫਿਰ ਇੱਕ ਕੋਲਡ ਡਰਿੰਕ 'ਚ 2 ਪਾਈਪਸ ਲਗਾ ਕੇ? ਦੇਖੋ ਉਹ ਬੈਠਦੇ ਜ਼ਰੂਰ ਸੀ, ਗਾਰਡਨ 'ਚ ਬੈਠਦੇ ਸੀ, ਸਟੂਡੈਂਟ ਸੈਂਟਰ ਤੇ ਬੈਠਦੇ ਸੀ, ਪੜ੍ਹਦੇ। ਯੈਸ, ਕਿਉਂ ਕਰਕੇ ਮੈਂ ਸੀਨੀਅਰ ਸੀਗਾ ਔਰ ਮੈਂ 10th ਦੇ ਅੰਦਰ ਜੂਲੀਅਸ ਸੀਜ਼ਰ ਕੀਤੀ ਸੀ। ਉਹ ਮੈਂ ਸਾਰੀ ਇਹਨਾਂ ਦੀ ਗ੍ਰੈਜੂਏਸ਼ਨ ਜੂਲੀਅਸ ਸੀਜ਼ਰ ਸੀ। ਉਹ ਸ਼ੇਕਸਪੀਅਰ ਮੈਂ ਪੂਰੀ ਧਿਆਨ ਨਾਲ ਪੜ੍ਹੇ ਤੇ ਮੈਂ ਪੜ੍ਹਾਇਆ ਸੀਗਾ, ਉਹ ਉਹਨਾਂ ਪੜ੍ਹਦੇ ਸੀ ਬਸ। ਅੱਛਾ, ਤੁਸੀਂ ਟੀਚਰਸ ਦੀ ਨੋਟਿਸ ਦੇ ਵਿੱਚ ਆਏ ਹੋ, ਫਿਰ ਬੜੀ ਵਾਰਨਿੰਗ ਜੀ ਦਿੰਦੇ ਆ ਨਾ, ਜੋ ਹੈ ਬਾਹਰ ਰੱਖੋ, यहाँ नहीं चलेगा, ऐदा कुछ? ਹਲੇ ਨੋਟ ਕਿਉਂ ਕਰਕੇ ਮੈਂ ਪੜ੍ਹਦਾ ਸੀ ਯੂਨੀਵਰਸਿਟੀ 'ਚ, ਇਹ GCG 'ਚ, ਤਾਂ ਸਾਡੇ ਕੈਂਪਸ ਹੀ ਅਲੱਗ ਸੀਗੇ। ਤਾਂ ਅਸੀਂ ਮਿਲਦੇ ਉਦੋਂ ਸੀ ਜਦ ਇਹਨਾਂ ਨੂੰ ਉਹ ਵੈਨਸਡੇ ਔਰ ਸੰਡੇ ਨੂੰ ਨਹੀਂ ਮਿਲਦੇ ਸੀ, ਆਊਟਿੰਗ ਮਿਲਦੀ ਹੁੰਦੀ ਸੀ। ਕਦੀ ਇਦਾਂ ਹੁੰਦਾ ਨਾ ਛੁੱਟੀਆਂ 'ਚ ਘਰ ਚਲੇ ਗਏ, ਕੋਈ ਇੱਕ ਫੇਸ ਇਦਾਂ ਦਾ ਆ ਜਾਂਦਾ ਜਦੋਂ ਅਸੀਂ ਅਲੱਗ-ਅਲੱਗ ਹੋ ਜਾਂਦੇ, ਰੋਏ ਹੋ ਤੁਸੀਂ ਕਦੇ ਯਾਦ ਕਰਕੇ ਫੋਨ ਗਏ, ਹਾਈ ਆਈ ਮਿਸ ਯੂ ਸੋ ਮਚ? ਰੋਏ ਆਰ ਅਫੇਅਰ ਵਾਸ ਨੈਵਰ ਲਾਈਕ ਜਿਵੇਂ ਟੈਲੀਵਿਜ਼ਨ 'ਚ ਹੁੰਦਾ, ਮੈਂ ਸ਼ਾਇਦ ਰਿਪੈਂਟ ਕਰਦੀ ਹਾਂ ਅੰਦਰੋਂ, ਹੈ ਨਾ, ਬਟ ਵਾਸ ਨੈਵਰ ਲਾਈਕ ਕਿ ਅਸੀਂ ਬੜਾ, ਮੈਨੂੰ ਤਾਂ ਐਂ ਲੱਗਦਾ ਜਿਸ ਦਿਨ ਤੋਂ ਫੇਅਰ ਸ਼ੁਰੂ ਹੋਇਆ ਸੀਗਾ ਉਸ ਦਿਨ ਤੋਂ ਰਿਸਪੌਂਸਿਬਿਲਿਟੀ ਸਿਰ ਤੇ ਆ ਗਈਆਂ ਸੀਗੀਆਂ। ਸੋ ਸਾਡਾ ਫੇਅਰ ਵਾਸ ਨੈਵਰ ਲਾਈਕ ਹੀ ਵਿਲ ਗਿਵ ਮੀ ਰੋਜ਼ਸ, ਹੀ ਵਿਲ ਗਿਵ ਮੀ ਗਿਫਟਸ, ਹੈ ਨਾ। ਸੋ ਉਹ ਵਾਲਾ ਫੇਅਰ ਟਾਈਮ ਆਈ ਮਿਸਡ ਇਨ ਦਿਸ ਲਾਈਫ ਟਾਈਮ। ਇਟ ਵਾਸ ਅ ਮੋਰ ਆਫ ਅ ਮੈਚੁਰ ਕਾਈਂਡ ਆਫ ਉਹਦਾ ਫਰਕ ਇਟਸ ਨਾਟ ਕਿ ਮਿਸ ਇਸ ਕਰਕੇ ਕੀਤਾ, ਇਹ ਤਾਂ ਜਿਹੜਾ ਸਾਹਮਣੇ ਵਾਲਾ ਬੰਦਾ ਹੋ ਜਾਣੀ ਸੀ। ਅਦਰਵਾਈਜ਼ ਅੱਜ ਵੀ ਔਰ ਉਦੋਂ ਵੀ ਲੋਕ ਫਲਾਵਰਸ ਵੀ ਦਿੰਦੇ ਸੀ, ਰੋਮਾਂਟਿਕ ਗੱਲਾਂ ਵੀ ਕਰਦੇ ਸੀ, ਪਰ ਸਾਹਮਣੇ ਵਾਲਾ ਬੰਦਾ ਨੀਰਸ ਸੀ, ਕੀ ਕਰੋ? ਇਹ ਬੰਦਾ ਹੀ ਬੋਰਿੰਗ ਹੋਏ ਫਿਰ ਕੀ ਕਰੋਗੇ ਤੁਸੀਂ? ਅੱਛਾ, ਜਦੋਂ ਇਹਨਾਂ ਨੇ ਹਾਂ ਕੀਤੀ ਕਿ ਹਾਂਜੀ, ਹੈ ਨਾ, ਇਹਨਾਂ ਵੱਲੋਂ ਤੁਹਾਨੂੰ ਇੱਕ ਰਿਸਪੌਂਸ ਮਿਲਣਾ ਸ਼ੁਰੂ ਹੋਇਆ, ਤੁਹਾਨੂੰ ਯਕੀਨ ਆਇਆ ਖੁਦ ਤੇ ਕਿ ਕਿਵੇਂ ਇਹ ਕਿੱਦਾਂ ਹੋ ਗਿਆ, ਜਦੋਂ ਤੁਸੀਂ ਕਹਿ ਰਹੇ ਹੋ ਵੀ ਮੈਂ ਆਪਣੇ ਆਪ ਨੂੰ, ਹੈ ਨਾ, ਕਿ ਮੈਂ ਨੀਰਸ? He started following me when I was in 10th. I was not aware. ਇਹ ਕਹਿੰਦੇ ਸਕੂਲ 'ਚ ਤੇ ਕੋਈ ਪਤਾ ਹੀ ਨਹੀਂ ਸੀ? ਮਿਲੇ ਨਹੀਂ ਸੀ। ਮਿਲੇ ਅੱਛਾ, ਬਸ ਅੱਛਾ ਫੀਲ ਸੀਗਾ ਇਹਨਾਂ ਦੇ ਅੰਦਰ। ਇਹ ਮੈਨੂੰ ਵੀ ਸੀਕ੍ਰੇਟ ਬਹੁਤ ਸਾਲਾਂ ਬਾਅਦ ਪਤਾ ਚੱਲਿਆ ਸੀਗਾ। ਹੀ ਯੂਜ਼ਡ ਟੂ ਫੋਲੋ ਮੀ। ਮਤਲਬ ਕਿ ਲੋਕ, ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਕਿਤੇ ਕੁਝ ਯੂਨੀਕਨੈਸ ਸੀਗੀ ਜਿਹੜੀ ਮੈਨੂੰ ਸ਼ਾਇਦ ਕਦੇ ਇੰਪ੍ਰੈਸ ਕਰ ਗਈ। ਉਹ ਮੈਨੂੰ ਨਹੀਂ ਪਤਾ ਮੇਰਾ ਬੈਨੀਫਿਟ ਸੀ ਕਿ ਡਿਸਐਡਵਾਂਟੇਜ ਸੀਗੀ। ਲੋਕ ਮੁੰਡੇ ਪਿੱਛੋਂ ਆ ਕੇ ਫੋਲੋ ਕਰਦੇ ਆ, ਰਾਈਟ। ਇਹ ਪਹਿਲਾ ਬੰਦਾ ਸੀ ਜਿਹੜਾ ਅੱਗੇੋਂ ਆ ਕੇ ਚੇਸ ਕਰਦਾ ਸੀਗਾ। ਮਤਲਬ ਮੈਨੂੰ ਹੁੰਦਾ ਸੀ ਕਿ ਲੜਕੇ ਪਿੱਛੇ ਆਉਂਦੇ ਆਪਾਂ ਡਾਊਟ ਕਰਦੇ ਕਿ ਅੱਛਾ ਦਿਸ ਬॉय ਮਾਈਟ ਬੀ ਚੇਜ਼ਿੰਗ ਮੀ, ਰਾਈਟ। ਇਹ ਮੈਨੂੰ ਕ੍ਰਾਸ ਬਹੁਤ ਵਾਰ ਕੀਤੇ ਸੀ ਪਟਿਆਲੇ 'ਚ, ਬਟ ਮੈਨੂੰ ਕਦੇ ਡਾਊਟ, ਆਈ ਥਿੰਕ ਕਿਸੇ ਨੂੰ ਵੀ ਨਹੀਂ ਡਾਊਟ ਹੋਊਗਾ ਜਿਹੜਾ ਕੋਈ ਸਾਹਮਣੇ ਆ ਕੇ ਕੋਲ ਦੀ ਜਾ ਰਿਹਾ ਹੈ, ਆਪਾਂ ਨੂੰ ਲੱਗਦਾ ਆਪੋਜ਼ਿਟ ਸਾਈਡ ਤੋਂ ਆ ਰਿਹਾ, ਜਾ ਰਿਹਾ ਆਪਣੇ ਕਿਸੇ ਕੰਮ। ਸੋ ਮੈਨੂੰ ਬਹੁਤ ਦੇਰ ਬਾਅਦ ਪਤਾ ਚੱਲਿਆ ਸੀਕ੍ਰੇਟ। ਮੈਂ ਤੁਹਾਨੂੰ ਕਿਹਾ ਹੀ ਇਜ਼ ਇੰਟੈਲੀਜੈਂਟ, ਉਸਨੂੰ ਪਤਾ ਸੀ। ਨਹੀਂ, ਇੰਟੈਲੀਜੈਂਟ ਡਰਪੋਕ ਸੀ। ਮੈਨੂੰ ਹਿੰਮਤ ਹੀ ਨਹੀਂ ਮੈਂ ਕਦੇ ਗੱਲ ਕਰਨਾ, ਹੈ ਨਾ, ਮੈਂ ਕਿਹਾ ਬੇਇੱਜ਼ਤੀ ਨਾ ਕਰਾ ਲਵਾਂ, ਸੋ ਮੇਰੇ 'ਚ ਹਿੰਮਤ ਹੀ ਨਹੀਂ ਸੀ। ਉਹ ਕਿਸੇ ਇੱਕ ਦਿਨ ਆ ਗਈ ਹਿੰਮਤ, ਗੱਲ ਕਰ ਲਈ, ਉਹ ਵੀ ਐਵੇਂ ਕਿ ਚਲੋ ਆਪਾਂ ਬੈਠ ਕੇ ਮੈਂ ਐਡਮਿਸ਼ਨ ਕਰਾਉਣੀ ਹੈ GC 'ਚ ਆਪਣੀ ਕਿਸੇ ਕਜ਼ਨ ਦੀ, ਆਪਾਂ ਗੱਲ ਕਰ ਸਕਦੇ ਹਾਂ। ਸੋ ਬਹਾਨੇ ਜਿਹੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ। ਮੈਂ ਕਦੇ ਹਿੰਮਤ ਨਹੀਂ ਹੋਈ ਕਿ ਮੈਂ ਪ੍ਰਪੋਜ਼ ਕਰਾਂ। He's very decent otherwise, like that's why girls on his set are very comfortable, right? ਤੇ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਤੁਸੀਂ ਨਾ ਵਿਗੜੋ। ਮੈਂ ਗਰਲਸ ਨੂੰ ਹਮੇਸ਼ਾ ਹੀ ਰਿਕੁਐਸਟ ਕਰਦੀ ਹਾਂ, ਮੈਂ ਕਿਹਾ ਆਈ ਨੋ ਮਾਈ ਮੈਨ, ਮੈਂ ਕਿਹਾ ਤੁਸੀਂ ਨਾ ਵਿਗੜ ਜਾਓ, ਤੁਸੀਂ ਠੀਕ ਰਹੋ, ਅਦਰਵਾਈਜ਼ ਇੱਥੇ ਮੀ ਟੂ ਮੂਵਮੈਂਟ ਦੇ ਕੋਈ ਚਾਂਸਸ ਨਹੀਂ। ਰਾਈਟ। ਸੋ ਕਿਉਂਕਿ ਲੇਡੀਜ਼ ਦਾ ਤਾਂ ਬਹੁਤ ਕਲੀਅਰ ਰਹਿੰਦਾ ਹੈ ਆਲਮੋਸਟ ਸਾਰਾ ਕੁਝ। ਬੰਦੇ ਹੀ ਜਿਹੜੇ ਹੁੰਦੇ ਨੇ ਦੀ ਬਾਹਰ ਦੀ ਲਾਈਫ ਅਲੱਗ ਹੁੰਦੀ ਹੈ, ਪ੍ਰੋਫੈਸ਼ਨਲ ਲਾਈਫ ਅਲੱਗ ਹੁੰਦੀ ਹੈ। ਸੋ ਕਦੀ ਇਹਨਾਂ ਦੀ ਕੋਈ ਚੋਰੀ ਫੜੀ ਗਈ ਹੈ ਜਿਹੜੀ ਇਹ ਨਹੀਂ ਮੰਨੇ ਹੋਣ, ਪਰ ਤੁਸੀਂ ਕਿਹਾ ਵੀ ਸਮੀਪ ਮੈਨੂੰ ਪਤਾ ਹੈ ਕਿ ਇਹ ਕੰਮ ਤੁਹਾਡੇ ਵੱਲੋਂ ਹੀ ਕੀਤਾ ਗਿਆ? ਚੋਰੀ ਇਨ ਦ ਸੈਂਸ ਕਿਸੇ ਲੜਕੀ ਦੇ ਐਂਗਲ ਤੋਂ, ਅਦਰਵਾਈਜ਼ ਅੱਛਾ ਇਹਨਾਂ ਨੂੰ ਹੀ ਡਸਨਟ ਨੋ ਅਬਾਊਟ ਹਿਮਸੈਲਫ, ਆਈ ਨੋ ਅਬਾਊਟ ਹਿਮ। ਮੇਰਾ ਤਾਂ ਸਾਰਾ ਵੀ ਤਾਂ ਹੈਂਡਲ ਹੀ ਮੈਨੂੰ ਪਤਾ ਹੈ ਕਿ ਸਮੀਪ ਨੇ ਕਿਵੇਂ ਖਾਣ ਪੀਣ ਦੀ ਚੋਰੀ ਹੋ ਸਕਦੀ ਹੈ, ਬਸ ਉਹੀ, ਉਸ ਤੋਂ ਇਲਾਵਾ ਹੋਰ ਕੋਈ ਚੋਰੀ। ਜਿਵੇਂ ਕਿ
he doesn't want to go to any party on this planet, right? ਔਰ ਮੈਨੂੰ ਮੈਂ ਸਪੋਜ਼ ਕਿਸੇ ਨੂੰ ਕਹਿਤਾ ਕਿ ਅੱਛਾ ਅਸੀਂ ਆਵਾਂਗੇ, now he knows ਕਿ I'm in a fix, ਮੈਂ ਕਹਿ ਚੁੱਕੀ ਹਾਂ ਕਿ ਆਣਾ ਹੈ ਨਾ, ਤਾਂ ਉੱਥੇ he tries to avoid it because he knows ਕਿ I am answerable, ਹੈ ਨਾ। ਤਾਂ ਉੱਥੇ ਮੈਂ ਜਦੋਂ ਫਸ ਜਾਂਦੀ ਹਾਂ, ਉਦੋਂ ਹੁੰਦਾ ਕਿ ਮੈਨੂੰ ਪਹਿਲੇ ਕਹਿ ਦਿੰਦੇ ਯੂ ਡੋਨਟ ਵਾਂਟ ਟੂ ਗੋ, ਮੈਂ ਅਗਲੇ ਨੂੰ ਕਮਿਟ ਨਾ ਕਰਦੀ, ਹੈ ਨਾ। ਸੋ ਉੱਥੇ ਮੈਨੂੰ ਚੋਰੀ ਦਾ ਪਤਾ ਕਿ ਇਹਨਾਂ ਦੀ ਇਹ ਚੋਰੀ ਹੋ ਗਈ, ਹੀ ਵਾਂਟਸ ਟੂ ਅਵੋਇਡ ਦੈਟ ਸਿਚੁਏਸ਼ਨ, ਹੈ ਨਾ। ਹੀ ਵੁੱਡ ਪ੍ਰੀਫਰ ਕਿ ਮੈਂ ਕੋਈ ਮੀਟਿੰਗ ਕਰਿਆ ਮੈਂ ਆਪਣੀ, ਹੀ ਵੁੱਡ ਪ੍ਰੀਫਰ ਮੈਂ ਲੌਕ ਲਗਾ ਕੇ ਆਪਣੀ ਸਟੋਰੀ 'ਤੇ ਬੈਠ ਜਾ, ਮਤਲਬ ਕਿ ਇਹਨਾਂ ਦੇ ਉਹ ਚੋਇਸਿਸ ਹੋ ਜਾਂਦੀਆਂ। ਅਤੇ ਮੈਂ ਉੱਥੇ ਥੋੜ੍ਹਾ ਜਿਹਾ ਟਿਫ ਜਿਹਾ ਹੋ ਜਾਂਦਾ ਕਿ ਵਾਈ ਡਿਡ ਯੂ ਸੇ ਕਿ ਕੋਈ ਕਿਸੇ ਦੇ ਜਾਣਾ ਹੈ ਜਾਂ ਕਿਸੇ ਨੇ ਆਪਣੇ ਟਾਈਮ 'ਤੇ ਘਰੇ ਆਉਣਾ ਹੈ। ਸੋ ਉਦੋਂ ਥੋੜ੍ਹਾ ਜਿਹਾ ਚੋਰੀ ਮੈਂ ਇਹਨਾਂ ਦੀ ਫੜ ਲਿਆ, ਬਹੁਤ ਈਜ਼ੀ ਹੈ ਇਹਨਾਂ ਦੀ ਚੋਰੀ ਫੜਨੀ ਮੇਰੇ ਲਈ। ਨੋਬਡੀ ਔਨ ਦਿਸ ਪਲੈਨਟ ਕੈਨ ਅੰਡਰਸਟੈਂਡ ਹਿਮ ਅਪਾਰਟ ਫਰੋਮ ਗੋਡ। ਰੱਬ ਨੇ ਕੀ ਕੀਤਾ, ਪੈਦਾ ਕੀਤਾ, and he assigned his job to me. Okay, you handle him, right? Otherwise he is a very difficult person to understand. ਸਮੀਮ ਨੂੰ ਲੱਗਦਾ I don't understand him. ਮੈਂ ਇਹਨਾਂ ਨੂੰ ਕਹਿੰਦੀ ਹਾਂ, ਮੈਂ ਕਿਹਾ ਸਮੀਪ ਤੁਸੀਂ ਅੰਡਰਸਟੈਂਡ ਨਹੀਂ ਕਰਦੇ, ਆਈ ਅੰਡਰਸਟੈਂਡ ਜਿੱਥੇ ਤੁਹਾਡਾ ਬ੍ਰੇਨ ਆਪਰੇਟ ਕਰ ਰਿਹਾ ਹੁੰਦਾ। ਸੋ ਉਵੇਂ ਹੈ ਸਾਰਾ। ਪਰਮਾਤਮਾ ਇੱਦਾਂ ਹੀ ਇਹ ਖੁਸ਼ੀ ਬਣਾਏ ਰੱਖੇ। ਸੋ ਇੱਕ ਰਿਸਪੌਂਸਿਬਿਲਿਟੀ ਕਹਿ ਲਈਏ ਜਾਂ ਕਹਿ ਲਈਏ ਕਿ ਇੱਕ ਤੁਹਾਡਾ ਜਿਹੜਾ ਹਿੱਸਾ ਜ਼ਿੰਦਗੀ ਦਾ ਹੋ ਰਿਹਾ ਤੁਹਾਡਾ ਬੇਟਾ। ਸੋ ਡਿਵੋਰਸ ਦੇ ਡਾਰਲਿੰਗ ਦੀ ਛੋਟੇ ਛੋਟੇ ਕਲਿੱਪਸ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲ ਰਹੀਆਂ ਨੇ, ਤੁਸੀਂ ਐਕਟ ਵੀ ਕਰ ਰਹੇ ਹੋ ਐਂਡ ਉਹ ਡਾਇਰੈਕਟ ਕਰ ਰਹੇ ਨੇ ਇਸ ਨੂੰ। ਸੋ ਸਰ ਇਹ ਮਾਹੌਲ ਵੈਸੇ ਜੈਨੇਟਿਕਲੀ ਜਿਹੜਾ ਹੁੰਦਾ ਗੁੜਤੀ 'ਚ ਕਹਿ ਸਕਦੇ ਕਿ ਮਿਲਿਆ, ਲੇਕਿਨ ਉਹਨਾਂ ਦਾ ਇੰਟਰਸਟ ਇਸ ਪਾਸੇ ਆਉਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਤੁਸੀਂ ਹੋ ਜਾਂ ਫਿਰ ਇਹ ਸਿਰਫ ਉਹਨਾਂ ਦੀ ਵੀ ਹੌਬੀ ਹੈ ਜਿੱਦਾਂ ਤੁਹਾਡੀ ਵੀ ਹੌਬੀ ਸੀ ਸਟਾਰਟਿੰਗ 'ਚ? ਦੇਖੋ ਮੈਂ ਨਾ ਉਹਨੂੰ ਮੈਂ ਬਹੁਤ ਇੰਟੈਲੀਜੈਂਟ ਮੰਨਦਾ ਇਸ ਯੰਗ ਏਜ 'ਚ, ਹਲੇ 18 ਸਾਲ ਦਾ ਹੀ ਹੋਇਆ, ਪਰ ਮੈਂ ਪਿਛਲੇ ਦੇਖ ਲਓ 10 ਸਾਲਾਂ ਤੋਂ ਫਿਲਮਾਂ ਬਣਾ ਰਿਹਾ, ਮੈਂ ਕੋਈ ਇਹੋ ਜਿਹੀ ਫਿਲਮ ਨਹੀਂ ਹੋਊਗੀ ਜਿਹੜੀ ਉਹਨਾਂ ਨਾਲ ਡਿਸਕਸ ਨਾ ਕੀਤੀ ਹੋਏ। ਔਰ ਕੋਈ ਵੈਰੀ ਰੇਅਰ ਹੋਊਗਾ ਕਿ ਬੰਬੇ ਦੇ ਅੰਦਰ ਕੋਈ ਪ੍ਰੀਮੀਅਰ ਹੋਏ ਜਾਂ ਕੋਈ ਸ਼ੋਅ ਹੋਏ ਪੰਜਾਬੀ ਫਿਲਮ ਦਾ, ਉਹ ਨਾਲ ਨਾ ਗਿਆ ਹੋਏ। ਔਰ ਕੋਈ ਨਾ ਕੋਈ ਗੱਲ ਉਹ ਇਹੋ ਜਿਹੀ ਫੜਦਾ ਸੀਗਾ ਫਿਲਮਾਂ ਦੇ ਅੰਦਰ ਜਿਹੜੀ ਮੈਨੂੰ ਬੜੀ ਵਧੀਆ ਸ਼ਾਰਪ ਲੱਗਦੀ ਸੀ ਗੱਲ, ਇਸੇ ਕਰਕੇ ਮੈਂ ਉਹਨਾਂ ਡਿਸਕਸ ਕਰਦਾ ਸੀਗਾ। ਤਾਂ ਮੈਨੂੰ ਪਤਾ ਸੀ ਕਿ ਇਹਦਾ ਮਾਈਂਡ ਤਾਂ ਸ਼ਾਰਪ ਹੈਗਾ 100% ਜਿਹੜਾ ਡਿਸਕਸ ਕਰਦਾ ਔਰ ਗੱਲ ਸਮਝਦਾ ਔਰ ਰਿਸਪੌਂਡ ਕਰਦਾ। ਹੁਣ ਜਦ ਲੋਕਡਾਊਨ ਲੱਗਿਆ, ਫਿਲਮਾਂ ਬਣੀਆਂ ਪਈਆਂ ਸੀ, ਰਿਲੀਜ਼ ਨਹੀਂ ਹੋ ਰਹੀਆਂ ਸੀਗੀਆਂ, ਫਿਰ ਮੈਂ ਵੈਬ ਸੀਰੀਜ਼ ਸ਼ੁਰੂ ਕਰ ਲਈਆਂ ਕਿ ਚਲੋ ਯਾਰ ਆਪਣੇ ਚੈਨਲ 'ਤੇ YouTube ਚੈਨਲ 'ਤੇ ਪਾਵਾਂਗੇ। ਉਹ ਫਿਰ ਲੋਕਡਾਊਨ ਲੱਗ ਗਿਆ, ਮੈਂ ਫਿਰ ਫਸਟ ਮੈਂ ਕਿਹਾ ਹੁਣ ਵੈਬ ਸੀਰੀਜ਼ ਵੀ ਨਹੀਂ ਬਣਾ ਸਕਦੇ, ਘਰ ਬੈਠੇ ਹਾਂ। ਉਹ ਬੇਟਾ ਕਹਿੰਦਾ ਤੁਸੀਂ ਕਿਉਂ ਇੱਕ ਕੰਮ ਕਰੋ ਨਾ, ਤੁਸੀਂ ਘਰ ਬੈਠ ਕੇ ਤੁਸੀਂ ਦੋਨੋਂ ਜਾਣੇ ਕੁਝ ਉਹ ਸਕਿਟਸ ਬਣਾ ਲਓ, ਆਪਾਂ ਘਰ ਸ਼ੂਟ ਕਰ ਲੈਂਦੇ ਹਾਂ, ਵੀ ਘੱਟੋ ਘੱਟ ਜੀ ਲੱਗਿਆ ਰਹੂਗਾ। ਅਤੇ ਮੈਂ ਕਿਹਾ ਕੀ ਕਿਸ ਟਾਈਪ ਦੀ? ਕਹਿੰਦਾ ਕਿ ਤੁਸੀਂ ਝਗੜਦੇ ਤਾਂ ਰਹਿੰਦੇ ਹੋ, ਜਿਹੜਾ ਝਗੜਦੇ ਆਪਸ ਦੇ ਅੰਦਰ ਮੈਂ ਤੁਹਾਨੂੰ ਕਿੰਨੀ ਵਾਰ ਤਾਂ ਦੇਖਿਆ, ਦਿਨ 'ਚ ਤੁਸੀਂ 1-2 ਵਾਰ ਤਾਂ ਇੱਕ ਦੂਜੇ ਦੇ ਮਗਰ ਪੈਂਦੇ ਹੋ। ਕਹਿੰਦਾ ਉਹ ਤੁਹਾਡੇ ਲਈ ਸੀਰੀਅਸ ਝਗੜਾ ਹੁੰਦਾ, ਪਰ ਸੁਣਨ ਵਾਲਾ ਤਾਂ ਹੱਸਦਾ ਹੀ ਹੈ ਵੀ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ। ਅਤੇ ਕਹਿੰਦੇ ਇਹੀ ਜੇ ਆਪਾਂ ਉਹ ਸ਼ੂਟ ਕਰ ਲਈਏ ਝਗੜੇ ਤਾਂ ਸ਼ਾਇਦ ਹਿਊਮਰ ਵਾਲੀ ਚੀਜ਼ ਬਣ ਜੇ। ਮੈਨੂੰ ਗੱਲ 'ਚ ਤਾਂ ਦਮ ਲੱਗਿਆ, ਮੈਂ ਕਿਹਾ ਗੱਲ ਤਾਂ ਠੀਕ ਹੈ, ਗੱਲ ਇੰਟੈਲੀਜੈਂਟ ਆ ਕਿ ਆਪਾਂ ਹਸਬੈਂਡ ਵਾਈਫ ਦੀਆਂ ਜਿਹੜੇ ਝਗੜੇ ਨੇ ਜੇ ਉਹਨੂੰ ਹਿਊਮਰਸਲੀ ਦੇਖੀਏ ਤਾਂ ਹੈ ਤਾਂ ਚੀਜ਼ ਅੱਛੀ। ਅਤੇ ਮੈਂ ਕਿਹਾ ਤੂੰ ਡਾਇਰੈਕਟ ਕਰੇਂਗਾ? ਤਾਂ ਚੁੱਪ ਹੋ ਗਿਆ। ਮੈਂ ਕਿਹਾ ਜੇ ਤੂੰ ਡਾਇਰੈਕਟ ਕਰੇਂਗਾ ਆਪਾਂ ਕਰਦੇ ਹਾਂ। ਕਹਿੰਦਾ ਚਲੋ ਮੈਂ ਕਰ ਲੂੰਗਾ। ਅਤੇ ਫਿਰ ਉਹ ਡਿਵੋਰਸ ਦੇ ਡਾਰਲਿੰਗ ਦੇ 3-3 ਮਿੰਟ ਦੇ ਕਲਿੱਪ ਉਹਨੇ ਸ਼ੁਰੂ ਕੀਤੇ, ਜੋ ਮੈਨੂੰ ਲੱਗਦਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਜੈਨੇਟਿਕਲੀ ਵੀ ਗੁੜਤੀ 'ਚ ਮਿਲੀ ਹੋਈ ਚੀਜ਼ ਆ। ਯੈਸ, ਮੈਂ ਤਾਂ ਬਹੁਤ ਇੰਪਰੈਸ ਹੋਇਆ ਉਹਦੇ ਕੰਮ ਤੋਂ ਜੀ। 17-18 ਸਾਲ ਦੇ ਅੰਦਰ ਜੇ ਤੁਸੀਂ ਵਿਦਆਊਟ ਐਨੀ ਫਾਰਮਲ ਟ੍ਰੇਨਿੰਗ ਇੱਕ ਚੀਜ਼ ਇਹੋ ਜਿਹੀ ਡਾਇਰੈਕਟ ਕਰ ਲੈਂਦੇ ਹੋ, ਇਜ਼ ਅ ਗੁੱਡ ਸਾਈਨ। ਸੋ ਨਾਮ ਬਹੁਤ ਇੰਟਰਸਟਿੰਗ ਹੈ, ਡਿਵੋਰਸ ਦੇ ਡਾਰਲਿੰਗ। ਆਈ ਮੀਨ ਡਿਵੋਰਸ ਵੀ ਚਾਹੀਦਾ ਤੇ ਡਾਰਲਿੰਗ ਤੋਂ ਚਾਹੀਦਾ, ਆਈ ਮੀਨ ਵਾਟ? ਉਹ ਦੇਖੋ ਇਹੀ ਤਾਂ ਮਜ਼ਾ ਨਾ, ਤੁਸੀਂ ਸੁਣ ਕੇ ਹੀ ਸਮਾਈਲ ਆ ਜਾਂਦੀ ਹੈ ਵੀ ਬੰਦਾ ਕਿਹੋ ਜਿਹੀ ਚੀਜ਼ ਮੰਗ ਰਿਹਾ ਹੈ ਨਾ, ਵੀ ਡਿਵੋਰਸ ਮੰਗ ਰਿਹਾ, ਕਹਿ ਰਿਹਾ ਡਾਰਲਿੰਗ। ਇਹੀ ਜੇ ਟਾਈਟਲ ਪੜ੍ਹ ਕੇ ਸੁਣ ਕੇ ਤੁਹਾਨੂੰ ਸਮਾਈਲ ਆ ਜੇ, ਇਹੀ ਪੰਚ ਲਾਈਨ ਕਿਤੇ ਰੀਅਲ ਲਾਈਫ ਵਾਲੀ ਲੜਾਈ ਦਾ ਤੇ ਨਹੀਂ ਹੈਗਾ, ਇਹ ਸਾਰਿਆਂ ਦੇ ਵਿੱਚ ਹੁੰਦਾ ਹੈ। ਮੈਂ ਤੇ ਤਲਾਕ ਦੇ ਦੇਣਾ, ਮੈਂ ਤੇ ਚੱਲ ਜਾਣਾ ਹੈ, ਬਸ ਹੁਣ ਬਹੁਤ ਹੋ ਗਿਆ, ਮੇਰਾ ਪੈਕ ਹੈ। ਦੇਖੋ ਤੁਹਾਨੂੰ ਨਾ, ਮੈਨੂੰ ਇੱਕ ਚੀਜ਼ ਦਾ ਮੈਂ ਸ਼ੁਰੂ ਤੋਂ ਬੜਾ ਧਿਆਨ ਰੱਖਦਾ ਕਿ ਜਿਹੜਾ ਕੋਈ ਵੀ ਸੀਨ ਆ ਨਾ ਉਹ ਰਬੜ ਨਾ ਬਣੇ, ਉਹਨੂੰ ਉੱਥੋਂ ਤੱਕ ਸਟ੍ਰੈਚ ਕਰੋ ਜਿੱਥੇ ਤੱਕ ਬੰਦੇ ਇੰਜੋਏ ਕਰਦੇ ਆ। ਉਸ ਤੋਂ ਬਾਅਦ ਨਾ ਐ ਨਾ ਹੋਏ ਕਿ ਤੁਸੀਂ ਆਪਣੇ ਤੁਹਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਯਾਰ ਇਹ ਸੀਨ ਇਸ ਤੋਂ ਲੰਬਾ ਕਰੋਗੇ ਨਾ ਤਾਂ ਸਾਹਮਣੇ ਵਾਲੇ ਕਹਿਣਗੇ ਯਾਰ ਹੁਣ ਇਹ ਉਸ ਚੀਜ਼ ਨੂੰ ਰਬੜ ਬਣਾਈ ਸਟ੍ਰੈਚ ਕਰ ਰਹੇ। ਸਿਮਿਲਰਲੀ ਪਰਸਨਲ ਲਾਈਫ 'ਚ ਆ ਜਾਓ, ਉਸ ਲੈਵਲ ਤੱਕ ਲੜੋ ਜਿਸ ਲੈਵਲ ਤੱਕ ਤੁਸੀਂ ਇਕੱਠੇ ਰਹਿਣਾ, ਇਸ ਲੈਵਲ ਤੱਕ ਪਤਾ ਹੈ ਵੀ ਹੁਣ ਅਗਲੇ ਨੂੰ ਮਨਾਉਣਾ ਵੀ ਹੈ। ਹਾਂ ਵੀ ਨਹੀਂ ਜੀ, ਮਨਾਉਣਾ ਤਾਂ ਦੇਖੋ, ਮਨਾਉਣਾ ਤਾਂ ਮੈਨੂੰ ਹੀ ਪੈਂਦਾ। ਇਹਨਾਂ ਨੇ ਜੇ ਸੌਰੀ ਕਹਿਣਾ ਤਾਂ ਬੜਾ ਵਧੀਆ ਤਰੀਕਾ ਸੌਰੀ ਕਹਿਣ ਦਾ ਉਹ ਹੁੰਦਾ ਕਿ ਆਈ ਐਮ ਸੌਰੀ ਪਰ ਗਲਤੀ ਤੁਹਾਡੀ ਸੀ। ਸੋ ਨਾ ਇਹ ਮੈਨੂੰ ਨਹੀਂ ਪਤਾ ਕਿਹੋ ਜਿਹੀ ਅਪੋਲੋਜੀ ਹੈ। ਸੋ ਪਰ ਹਾਂ
ਤੁਹਾਡੀ ਗੱਲ ਜਿਹੜੀ ਮੈਂ ਪਹਿਲਾਂ ਦੱਸ ਰਿਹਾ ਸੀ ਵੀ ਉੱਥੇ ਤੱਕ ਲੜਨਾ ਕਿ ਉਹ ਡਿਵੋਰਸ ਦੇ ਡਾਰਲਿੰਗ ਤੱਕ ਨਾ ਗੱਲ ਆਏ, ਹੈ ਨਾ, ਉਹ ਡਾਰਲਿੰਗ ਤੱਕ ਹੀ ਰਹੇ। ਸੋ ਸਰ ਵੈਬ ਸੀਰੀਜ਼ ਦਾ ਇੱਕ ਟ੍ਰੈਂਡ ਸ਼ੁਰੂ ਹੋਇਆ ਲੋਕਡਾਊਨ ਨੇ, ਜਿੱਥੇ ਪੂਰੀ ਇੰਡਸਟਰੀ ਨੂੰ ਸਲੋ ਕਰਤਾ, ਵਿੱਚ ਰੋਕ ਵੀ ਦਿੱਤਾ, ਉੱਥੇ ਹੀ ਕੁਝ ਨਿਊ ਟ੍ਰੈਂਡ ਸਟਾਰਟ ਹੋਏ, ਹੈ ਨਾ। ਆਪਾਂ ਵੈਬ ਸੀਰੀਜ਼ ਦੀ ਗੱਲ ਕਰਦੇ ਹਾਂ, ਯਾਰ ਜਿਗਰੀ ਤੋਂ ਸ਼ੁਰੂ ਹੋਇਆ ਐਂਡ ਉਸ ਤੋਂ ਬਾਅਦ ਤੁਸੀਂ ਦੇਖੀ ਸੀ ਉਹ ਵੈਬ ਸੀਰੀਜ਼? ਮੈਂ ਯਾਰ ਜਿਗਰੀ ਕਸੂਤੀ ਡਿਗਰੀ ਦਾ ਬਹੁਤ ਵੱਡਾ ਫੈਨ ਆ ਔਰ ਬਹੁਤ ਹੀ ਇੰਸਪਾਇਰ ਹੋਇਆ ਸੀ। ਸਭ ਤੋਂ ਮੈਂ ਦੇਖਣ ਇਸ ਕਰਕੇ ਲੱਗਿਆ ਸੀ ਕਿਉਂਕਿ ਭੱਲਾ ਸਾਹਿਬ ਨਾਲ ਮੇਰੀ ਐਸੋਸੀਏਸ਼ਨ ਬਹੁਤ ਪੁਰਾਣੀ ਹੈ ਔਰ ਉਹਨਾਂ ਦੇ ਬੇਟੇ ਨੇ ਉਹ 'ਚ ਐਕਟ ਕੀਤਾ ਸੀ ਹੀਰੋ। ਤਾਂ ਮੈਂ ਦੇਖਣਾ ਸ਼ੁਰੂ ਕੀਤਾ ਔਰ ਮੈਂ ਪਹਿਲੇ ਐਪੀਸੋਡ ਤੋਂ ਹੀ ਇੰਨਾ ਇੰਪ੍ਰੈਸ ਹੋ ਗਿਆ। ਮੈਂ ਪੂਰੀ ਸੀਰੀਜ਼ ਦੇਖੀ ਔਰ ਮੈਂ ਇੰਨਾ ਜ਼ਿਆਦਾ ਇੰਪ੍ਰੈਸ ਹੋਇਆ ਲੋਕਡਾਊਨ ਦੇ ਅੰਦਰ, ਮੈਂ ਇੱਕ ਡਿਸੀਜਨ ਲੈ ਲਿਆ। ਮੈਂ ਕਿਹਾ ਯਾਰ ਮੈਂ YouTube ਚੈਨਲ ਖੋਲ੍ਹਣਾ ਔਰ ਮੈਂ ਉੱਤੇ ਆਪਣੀਆਂ ਵੈਬ ਸੀਰੀਜ਼ ਬਣਾਉਣੀ ਹੈ। ਬਣਾ ਵੀ ਦਿੱਤੀਆਂ, ਅਗਲੇ ਹਫਤੇ 10 ਦਿਨਾਂ ਤੱਕ ਉਹ ਰਿਲੀਜ਼ ਵੀ ਆ ਕੀ ਬਣੂ ਪੁਨੀਆ ਦਾ। ਤੇ ਪਰ ਟੋਟਲੀ ਇੰਸਪਾਇਰਡ ਫਰੋਮ ਥੀਸ ਯੰਗਸਟਰਸ ਜਿਨ੍ਹਾਂ ਨੇ ਯਾਰ ਜਿਗਰੀ ਕਸੂਤੀ ਡਿਗਰੀ ਬਣਾਈ ਹੈ। ਮੈਨੂੰ ਇੰਨੀ ਅੱਛੀ ਲੱਗੀ, ਇੰਨਾ ਇੰਪ੍ਰੈਸ ਹੋਇਆ, ਮੈਂ ਇੰਨਾ ਇੰਸਪਾਇਰ ਹੋਇਆ ਇਹਨਾਂ ਯੰਗਸਟਰਸ ਤੋਂ ਜੀ। ਸਰ ਬੜੇ ਆਰਟਿਸਟਾਂ ਦੇ ਨਾਲ, ਆਰਟਿਸਟ ਜਿਹੜੇ ਹੈਗੇ ਨੇ ਤੁਸੀਂ ਉਹਨਾਂ ਨਾਲ ਕੰਮ ਕੀਤਾ, ਆਈ ਮੀਨ ਆਲਮੋਸਟ ਸਾਰੀ ਇੰਡਸਟਰੀ ਦੇ ਨਾਲ ਹੀ, ਹੈ ਨਾ। ਉਹਨਾਂ ਵਿੱਚੋਂ ਕਈ ਨੇ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਵੀ ਬਹੁਤ ਅੱਛਾ ਆਪਣਾ ਸਪੇਸ ਕ੍ਰੀਏਟ ਕੀਤਾ ਹੈ। ਸੋ ਤੁਸੀਂ ਇਸ ਗਰੋਥ ਨੂੰ ਕਿਵੇਂ ਦੇਖਦੇ ਹੋ? ਤੁਸੀਂ ਉਹਨਾਂ ਆਰਟਿਸਟ ਨੂੰ ਕਿਵੇਂ ਵੇਖਦੇ ਹੋ ਜਿਨ੍ਹਾਂ ਨੇ ਬਾਲੀਵੁੱਡ 'ਚ ਵੀ ਆਪਣੀ ਜਗ੍ਹਾ ਬਣਾਈ? ਤੁਸੀਂ ਮੈਨੂੰ ਐਗਜ਼ਾਮਪਲ ਦਿਓ ਉਹਨਾਂ ਦੇ ਅੰਦਰ ਕੌਣ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਔਰ ਬਾਲੀਵੁੱਡ 'ਚ ਜਗ੍ਹਾ ਬਣਾ ਲਈ? ਸੁਨੀਲ ਗਰੋਵਰ ਜੀ, ਜਿਮੀ ਸ਼ੇਰਗਿਲ ਜੀ, ਹਾਂ, ਇਹ ਦੋ ਬੰਦੇ ਤਾਂ ਹੈਗੇ ਨੇ ਜਿਹੜੇ ਮੈਨੂੰ ਦਿਖ ਰਹੇ ਜਿਨ੍ਹਾਂ ਨਾਲ ਮੈਂ ਪਰਸਨਲੀ ਕੰਮ ਕੀਤਾ ਔਰ ਜਿਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਈ। ਹੋਰ ਕੋਈ ਯਾਦ ਤਾਂ ਨਹੀਂ ਆ ਰਿਹਾ ਜਿਨ੍ਹਾਂ ਨੂੰ ਮੈਂ ਕੰਮ ਕੀਤਾ ਤੇ ਇਹਨਾਂ ਨਾਲ ਦੇਖ ਕੇ ਜੀ ਬੜੀ ਖੁਸ਼ੀ ਹੁੰਦੀ ਹੈ 100% ਕਿ ਇਹਨਾਂ ਨੂੰ ਜਦ ਦੇਖਦੇ ਹਾਂ ਕਿ ਬਾਲੀਵੁੱਡ ਦੇ ਅੰਦਰ ਆਪਣੇ ਬੰਦਿਆਂ ਨੇ, ਆਪਣੇ ਦੋਸਤਾਂ ਨੇ ਜਗ੍ਹਾ ਬਣਾਈ ਹੈ, ਯੂ ਫੀਲ ਪ੍ਰਾਊਡ ਐਂਡ ਯੂ ਫੀਲ ਹੈਪੀ, ਵੈਰੀ ਹੈਪੀ ਫॉर them। ਸਰ ਤੁਸੀਂ ਮੁੰਬਈ ਰਹਿੰਦੇ ਹੋ ਕਿਉਂਕਿ, ਹੈ ਨਾ, ਪਰ ਫਿਰ ਵੀ ਤੁਹਾਡਾ ਜਿਹੜਾ ਰੁਝਾਨ ਹੈ, ਤੁਹਾਡੀ ਪ੍ਰਾਇੋਰਿਟੀ ਜਿਹੜੀ ਹੈਗੀ ਆ ਉਹ ਪੰਜਾਬੀ ਸਿਨੇਮਾ ਹੈ। ਕੀ ਕਹਿੰਦੇ ਆ, ਬਾਲੀਵੁੱਡ ਦੀ ਜੇ ਆਪਾਂ ਗੱਲ ਕਰੀਏ, ਸੋ ਉਧਰ ਵਾਲਾ ਰੁਝਾਨ ਕੇ ਲਈ ਜਾਂ ਉਧਰ ਜਾਣ ਵਾਲਾ ਆਪਾਂ ਸੋਚਦੇ ਹਾਂ ਕਿ ਜਾਵਾਂਗੇ ਜਾਂ ਆਪਾਂ ਕਲੀਅਰ ਹੁੰਨੇ ਆ, ਸੋ ਇਹ ਕਿਵੇਂ ਆ ਵੀ ਬਾਲੀਵੁੱਡ ਤੇ ਬਾਲੀਵੁੱਡ ਦੀ ਜੇ ਆਪਾਂ ਗੱਲ ਕਰੀਏ? ਦੇਖੋ ਜਨਰਲੀ ਹੁੰਦਾ ਕੀ ਹੈ, ਜਦ ਤੁਸੀਂ ਪੰਜਾਬੀ ਫਿਲਮਾਂ 'ਚ ਬਿਜ਼ੀ ਹੋ ਜਾਂਦੇ ਹੋ ਜਾਂ ਸਕਸੈਸਫੁਲ ਹੋ ਜਾਂਦੇ ਹੋ ਤਾਂ ਤੁਹਾਨੂੰ ਬੈਕ ਟੂ ਬੈਕ ਕੰਮ ਮਿਲਣ ਲੱਗ ਜਾਂਦਾ। ਉਹ ਤੁਹਾਡੇ 'ਤੇ ਤੁਸੀਂ ਕਿੰਨਾ ਕਰ ਸਕਦੇ ਹੋ, ਪਰ ਤੁਹਾਨੂੰ ਲੋਕ ਆਫਰ ਕਰਦੇ ਆ। ਉਹਦਾ ਇੱਕ ਡਰਾਬੈਕ ਹੁੰਦਾ, ਉਹਦਾ ਡਰਾਬੈਕ ਇਹ ਹੁੰਦਾ ਕਿ ਜੋ ਤੁਸੀਂ ਹਿੰਦੀ ਫਿਲਮ ਇੰਡਸਟਰੀ ਦੇ ਅੰਦਰ ਆਪਣੀ ਜਗ੍ਹਾ ਬਣਾਉਣੀ ਹੈ, ਤੁਹਾਡੇ ਕੋਲ ਟਾਈਮ ਜ਼ਰੂਰ ਚਾਹੀਦਾ, ਕਿਉਂ ਕਰਕੇ ਉੱਥੇ ਮੋਸਟਲੀ 90% ਪ੍ਰੋਜੈਕਟਸ ਜਿਹੜੇ ਸਿਨੇਮਾ 'ਚ ਲੱਗਦੇ ਨੇ ਕਾਰਪੋਰੇਟ ਬੈਕਿੰਗ ਵਾਲੇ ਹੁੰਦੇ ਨੇ। ਕਾਰਪੋਰੇਟ ਬੈਕਿੰਗ ਦਾ ਇੱਕ ਟਾਈਮਲਾਈਨ ਹੈਗਾ ਕਿ ਕੋਈ ਵੀ ਪ੍ਰੋਜੈਕਟ 6-8 ਮਹੀਨੇ ਤਿਆਰੀ ਮੰਗਦਾ। ਪੰਜਾਬੀ ਫਿਲਮਾਂ ਦੀ ਤਿਆਰੀ ਹੁੰਦੀ ਹੈ 15 ਦਿਨ। ਤੁਸੀਂ ਡਿਸੀਜਨ ਲਓ, ਡੇਟਸ ਹੈਗੀਆਂ ਨੇ, ਐਕਟਰ ਕੋਲ ਸ਼ੁਰੂ ਕਰ ਲਓ। ਜੇ ਆਪਾਂ ਦੋਨਾਂ ਨੂੰ ਕੰਪੇਅਰ ਕਰੀਏ, ਮੋਸਟਲੀ ਜਿਹੜੇ ਬੰਦੇ ਇੱਧਰ ਸਕਸੈਸਫੁਲ ਨੇ ਉੱਧਰ ਟਾਈਮ ਨਹੀਂ ਕੱਢ ਸਕਦੇ। ਇਹ ਮੇਜਰ ਪ੍ਰੋਬਲਮ ਹੈ ਜੀ, ਕਿਉਂ ਕਰਕੇ ਜਦੋਂ ਹੀ ਤੁਹਾਡੇ ਕੋਲ ਟਾਈਮ ਹੁੰਦਾ ਕੋਈ ਫਿਰ ਇੱਧਰ ਪ੍ਰੋਜੈਕਟ ਸ਼ੁਰੂ ਹੋ ਜਾਂਦਾ, ਟਾਈਮ ਹੈਗਾ ਚਲੋ ਆਹ ਬਣਾ ਲਓ। ਫਿਰ ਬੰਦਾ ਕਹਿੰਦਾ ਯਾਰ ਚਲੋ ਯਾਰ ਇਹ ਵੀ ਦੋਸਤ ਆ, ਜਾਂ ਕੋਈ ਨਾ ਕੋਈ ਇਨਵੋਲਵਡ ਹੁੰਦਾ ਜਿਹਨੂੰ ਤੁਸੀਂ ਨਾ ਨਹੀਂ ਕਰ ਸਕਦੇ। ਸਰ ਕੁਝ ਜਿੱਦਾਂ ਤੁਸੀਂ ਕਿਹਾ ਕਿ ਹਿੱਸਾ ਤੁਹਾਡੀ ਜ਼ਿੰਦਗੀ ਦਾ ਸ਼ੁਰੂ ਤੋਂ ਹੀ ਹੈਗੇ ਨੇ, ਭੱਲਾ ਸਾਹਿਬ ਹੋ ਗਏ, ਗੁਰਪ੍ਰੀਤ ਘੁੱਗੀ ਜੀ ਹੋ ਗਏ, ਹੈ ਨਾ। ਸੋ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਤੇ ਅਸੀਂ ਦੇਖਦੇ ਹਾਂ ਕਿ ਹਰ ਫਿਲਮ ਦਾ ਇਹ ਹਿੱਸਾ ਹੁੰਦੇ ਨੇ, ਬੜੇ ਸੋਹਣੇ ਸੋਹਣੇ ਵੱਖ-ਵੱਖ ਕਿਰਦਾਰਾਂ ਜ਼ਰੀਏ ਆਪਾਂ ਇਹਨਾਂ ਨੂੰ ਵੇਖਦੇ ਹਾਂ। ਤੇ ਅਸਲ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀ ਸਾਂਝ ਇਹਨਾਂ ਦੇ ਨਾਲ ਹੈਗੀ ਹੈ, ਕਿਸ ਤਰ੍ਹਾਂ ਦਾ ਬੌਂਡ ਤੁਸੀਂ ਆਪਸ ਦੇ ਵਿੱਚ ਸ਼ੇਅਰ ਕਰਦੇ ਹੋ? ਚੰਗੇ ਮਾੜੇ ਟਾਈਮ ਦੀ ਗੱਲ ਕਰੀਏ, ਦੇਖੋ ਜੀ, ਮੈਂ ਗੁਰਪ੍ਰੀਤ ਘੁੱਗੀ ਭਾਜੀ ਦਾ ਤਾਂ ਮੈਂ ਥੈਂਕਸ ਹੀ ਨਹੀਂ ਕਹਿ ਸਕਦਾ ਕਿ ਪ੍ਰੋਫੈਸ਼ਨਲ ਲਾਈਫ ਦੇ ਅੰਦਰ ਤਾਂ ਉਹ ਮੇਰੇ ਨਾਲ ਹਰ ਪਿਕਚਰ 'ਚ ਹੈਗੇ ਨੇ। ਤੇ ਸੀਨਸ ਜੋ ਆਪ ਹੋਣ ਨਾ ਹੋਣ, ਮੈਂ ਉਹਨਾਂ ਨੂੰ ਸੀਨ ਪੜ੍ਹਾ ਕੇ ਉਹਨਾਂ ਦੀ ਕੰਟਰੀਬਿਊਸ਼ਨ ਲੈਣਾ ਹੀ ਲੈਣਾ, ਕੋਈ ਵੀ ਪਿਕਚਰ। ਇਹ ਤਾਂ ਹੋ ਗਿਆ ਪ੍ਰੋਫੈਸ਼ਨਲ। ਪਰਸਨਲ ਲਾਈਫ ਦੇ ਅੰਦਰ ਵੀ ਬਹੁਤ ਜਿਹੜਾ ਟਾਈਮ ਸਟਰਗਲ ਦਾ ਬੀਤਿਆ, ਉਹਦੇ ਅੰਦਰ ਉਹ ਇੱਕ ਮੇਜਰ ਹਿੱਸਾ ਸੀਗੇ ਮੈਨੂੰ ਇਨਕਰੇਜ ਕਰਨ ਲਈ। ਔਰ ਬੰਬੇ ਰਹਿੰਦੇ ਸੀਗੇ ਘੁੱਗੀ ਭਾਜੀ। ਪਹਿਲੀ ਜਿਹੜੀ DVD ਫਿਲਮ ਬਣਾਈ ਮੇਰੀ ਵਹੁਟੀ ਦਾ ਵਿਆਹ, ਉਹ ਘੁੱਗੀ ਭਾਜੀ ਦੇ ਕਰਕੇ ਬਣੀ। ਫਿਰ ਦੈਨ ਇੱਕ ਡਿਪਰੈਸ਼ਨ, ਫਿਰ ਹਾਂ ਚੱਕ ਦੇ ਫੱਟੇ ਵੀ ਘੁੱਗੀ ਭਾਜੀ ਦੇ ਕਰਕੇ ਬਣੀ। ਫਿਰ ਇੱਕ ਜਦ ਫਿਲਮ ਨਹੀਂ ਚੱਲੀ ਤਾਂ ਡਿਪਰੈਸ਼ਨ 'ਚ ਔਰ ਲੋ ਫੀਲ ਕਰਨ ਲੱਗ ਗਿਆ, ਤਾਂ ਵੀ ਬਹੁਤ ਇਨਕਰੇਜ ਕੀਤਾ ਭਾਜੀ ਨੇ ਕਿ ਕੋਈ ਚੱਕਰ ਨਹੀਂ, ਬਣੂਗੀ ਗੱਲ, ਫਿਕਰ ਨਹੀਂ ਕਰਨੀ, ਬਣੂਗੀ ਗੱਲ। ਤੇ ਫਿਰ ਕਿਤੇ ਨਾ ਕਿਤੇ ਗਿੱਪੀ ਗਰੇਵਾਲ ਭਾਜੀ ਨੇ ਮੈਨੂੰ ਕੈਰੀ ਔਨ ਜੱਟਾ 'ਚ ਡਾਇਰੈਕਟਰ ਲਿਆ, ਤਾਂ ਬਹੁਤ ਮੇਜਰ ਉਹਨਾਂ ਦੇ ਅੰਦਰ ਕੰਟਰੀਬਿਊਸ਼ਨ ਗੁਰਪ੍ਰੀਤ ਘੁੱਗੀ ਭਾਜੀ ਦਾ ਵੀ ਹੈ ਕਿ ਉਹਨਾਂ ਨੇ ਹੌਸਲਾ ਦਿੱਤਾ ਕਿ ਇਹ ਟਰਸਟ ਕਰੋ, ਫਿਲਮ ਇਹਨਾਂ ਤੋਂ ਡਾਇਰੈਕਟ ਕਰਾਓ ਔਰ ਇਹ ਫਿਲਮ ਠੀਕ ਬਣੂਗੀ।
ਸੋ ਘੁੱਗੀ ਭਾਜੀ ਦਾ ਮੈਂ ਕੀ ਮਤਲਬ ਮੈਂ ਮਤਲਬ ਮੈਂ ਥੈਂਕਸ ਕਰ ਨਹੀਂ ਸਕਦਾ, ਮਤਲਬ ਬਹੁਤ ਮੇਜਰ ਕੰਟਰੀਬਿਊਸ਼ਨ ਹੈ ਮੇਰੀ ਲਾਈਫ 'ਚ। ਜੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਇੰਡਸਟਰੀ 'ਚ ਬੇਸ਼ੱਕ ਬਹੁਤ ਜ਼ਿਆਦਾ ਬਦਲਾਅ ਆ ਗਿਆ, ਬੜੀ ਗਰੋਥ ਜਿਹੜੀ ਇੰਡਸਟਰੀ ਦੀ ਦੇਖਣ ਨੂੰ ਮਿਲਦੀ ਹੈ, ਪਰ ਬੇਸ਼ੱਕ ਤੁਸੀਂ ਆਪਣੀ ਹੀ ਟੀਮ ਦੇ ਨਾਲ ਕੰਮ ਕਰਦੇ ਹੋ, ਤੁਸੀਂ ਸਰ ਦੇ ਨਾਲ ਹੀ ਕੰਮ ਕਰਦੇ ਹੋ, ਲੇਕਿਨ ਫਿਰ ਵੀ ਬੀਇੰਗ ਅ ਲੇਡੀ, ਬੀਇੰਗ ਅ ਫੀਮੇਲ ਆਰਟਿਸਟ ਕਿੰਨਾ ਕੁ ਔਖਾ ਹੈ ਅੱਜ ਵੀ? ਕਿਹੜੀਆਂ ਬੇਸਿਕ ਪ੍ਰੋਬਲਮਸ ਨੇ ਜਿਹੜੀਆਂ ਅੱਜ ਵੀ ਫੇਸ ਕਰਨੀਆਂ ਪੈਂਦੀਆਂ ਨੇ ਆਪਣੀ ਇੰਡਸਟਰੀ ਦੇ ਵਿੱਚ, ਔਰ ਫਿਰ ਉੱਥੇ ਕਿਤੇ ਨਾ ਕਿਤੇ ਜਾ ਕੇ ਇੱਦਾਂ ਲੱਗਦਾ ਵੀ ਇੰਨੀ ਜ਼ਿਆਦਾ ਗਰੋਥ ਤੋਂ ਬਾਅਦ ਵੀ ਆਹ ਚੀਜ਼ਾਂ ਕਿਉਂ ਫੇਸ ਕਰਨੀਆਂ ਪੈਂਦੀਆਂ ਨੇ? ਮੈਨੂੰ ਇੱਥੇ ਲੱਗਦਾ ਕਿ ਕੁਝ ਚੀਜ਼ਾਂ 'ਚ ਨਾ ਪ੍ਰੋਫੈਸ਼ਨਲਿਜ਼ਮ ਦੀ ਘੱਟ ਮੈਨੂੰ ਲੈਕ ਦਿਖਦਾ ਹੈ, ਕਿਉਂਕਿ ਸਭ ਨੂੰ ਲੱਗਦਾ ਅੱਛਾ ਅਸੀਂ ਇੱਥੇ ਆ ਗਏ, ਇਹ ਤਾਂ ਸਾਡੀ ਹੱਕ ਬਣਦਾ ਸੀ ਇੱਥੇ ਆਉਣਾ, ਨਾ ਤਾਂ ਉਹ ਯਾਦ ਕਰਦੇ ਕਿ ਇੱਥੇ ਤੱਕ ਆਉਣ ਲਈ ਉਹਨਾਂ ਦੀ ਵੀ ਸਟਰਗਲ ਲੱਗੀ ਹੋਊਗੀ। ਤੁਸੀਂ ਸਮਝ ਲਓ, ਹਾਂ, ਮਤਲਬ ਕਿ ਉਹ ਆਪ ਹੀ ਭੁੱਲ ਜਾਂਦੇ ਕਿ ਅੱਜ ਅਸੀਂ ਇੱਥੇ ਬੈਠੇ ਹਾਂ, ਜਿੱਥੇ ਵੀ ਜਿਹੜੀ ਪੋਜੀਸ਼ਨਸ ਤੇ ਹੈ, ਆਪਾਂ ਇਹ ਭੁੱਲ ਜਾਂਦੇ ਕਿ ਇਸ ਦੇ ਪਿੱਛੇ ਇੱਕ ਆਪਣੀ ਸਟਰਗਲ ਸੀ, ਇੱਕ ਮਿਹਨਤ ਸੀ, ਤਾਂ ਆਪਾਂ ਇੱਥੇ ਆਏ ਹਾਂ, ਰਾਈਟ। ਤਾਂ ਉਹ ਜੇ ਆਪਾਂ ਚੀਜ਼ ਭੁੱਲ ਜਾਂਗੇ, ਹੁਣ ਫੋਰ ਐਗਜ਼ਾਮਪਲ ਮੈਂ ਆਪਣੇ ਆਪ ਨੂੰ ਕਹਿ ਲਾਂ, ਸਪੋਜ਼ ਮੈਂ ਜੇ ਮੈਂ ਭੁੱਲ ਜਾਂ ਆਪਣੇ ਆਪ ਨੂੰ ਕਿ ਮੈਂ ਇੱਥੇ ਹਾਂ ਬਿਕੋਜ਼ ਆਫ ਸਮੀਪ ਕੰਗ, ਤੁਸੀਂ ਸਮਝ ਰਹੇ ਹੋ, ਜੇ ਮੈਂ ਆਪਣੀ ਹਵਾ ਖਰਾਬ ਕਰ ਲਾਂ ਕਿ ਮੈਂ ਟੈਂਟਰਮਸ ਥਰੋ ਕਰਨ ਲੱਗ ਜਾਂ ਉਹ ਮੇਰੀ ਬੇਵਕੂਫੀ ਹੋਊਗੀ ਜਾਂ ਕਿਸੇ ਵੀ ਹੋਰ ਬੰਦੇ ਦੀ ਬੇਵਕੂਫੀ ਹੋਊਗੀ ਕਿ ਆਪਾਂ ਉਹ ਪੋਜੀਸ਼ਨ ਨੂੰ ਫੋਰ ਗ੍ਰਾਂਟਡ ਲੈਂਦੇ ਹਾਂ। ਮੈਂ ਹਮੇਸ਼ਾ ਆਪਣੀ ਟੀਮ ਨੂੰ ਕਹਿੰਦੀ ਹਾਂ, ਦੇਖੋ ਮੇਰਾ ਰੋਲ ਹੈ ਇੱਥੇ ਬੈਠ ਕੇ ਮਿਸਿਸ ਸਮੀਪ ਕੰਗ ਦਾ, ਮੈਂ ਪਪੀਤਾ ਆਊਗਾ ਮੇਰੇ ਲਈ, ਠੀਕ ਹੈ, ਮੇਰੇ ਲਈ ਸਬ ਆਊਗਾ, ਮੇਰੇ ਲਈ ਕੋਕ ਆਊਗਾ, ਫੈਂਟਾ ਆਊਗਾ, ਮੈਂ ਸਮੀਪ ਦੇ ਨਾਲ ਮੋਢਾ ਜੋੜ ਕੇ ਬੈਠ ਜੂੰਗੀ। ਮਾਈ ਜੋਬ ਇਜ਼ ਵੈਰੀ ਈਜ਼ੀ, ਪਰ ਮੈਨੂੰ ਈਜ਼ੀ ਜੋਬ ਨਹੀਂ ਚਾਹੀਦੀ ਸੀ ਬਿਕੋਜ਼ ਮੈਂ ਟੀਮ ਆਰਗੇਨਾਈਜ਼ ਕਰਨੀ ਸੀਗੀ, ਠੀਕ ਹੈ। ਤਾਂ ਆਈ ਵੁੱਡ ਨਾਟ ਟੇਕ ਮਾਈ ਪੋਜੀਸ਼ਨ ਫॉर ਗ੍ਰਾਂਟਡ, ਨਿਸਬਤ ਕਿ ਮੈਂ ਸਮੀਪ ਦੇ ਨਾਲ ਮੋਢਾ ਜੋੜ ਕੇ ਬੈਠ ਜਾਂ ਤੇ ਉਹ ਫੈਸਿਲਿਟੀਜ਼ ਨੂੰ ਯੂਜ਼ ਕਰਾਂ, ਇਸ ਤੋਂ ਅੱਛਾ ਮੈਂ ਕੰਮ ਕਰਾਂ, ਰਾਈਟ। ਸੋ ਸਾਰਿਆਂ ਨੂੰ ਮੈਂ ਇਹ ਕਹਿੰਦੀ ਹਾਂ, ਮੇਰੀ ਟੀਮ 'ਚ ਜਿੰਨੇ ਵੀ ਹੈ, ਕਿ ਆਪਾਂ ਕੰਮ 'ਤੇ ਧਿਆਨ ਦਿੰਦੇ ਹਾਂ, ਆਪਾਂ ਫॉर ਗ੍ਰਾਂਟਡ ਕਿਤੇ ਹੋਰ ਲੈ ਲਓ, ਆਪਾਂ ਆਪਣੇ ਘਰ 'ਚ ਵੀ ਜੇ ਫॉर ਗ੍ਰਾਂਟਡ ਆਪਣੀ ਪੋਜੀਸ਼ਨ ਰੱਖਾਂਗੇ, ਆਪਣੇ ਪੇਰੈਂਟਸ ਆਪਾਂ ਨੂੰ ਰਿਪਰੀਮਾਂਡ ਕਰ ਦੇਣਗੇ, ਆਪਾਂ ਨੂੰ ਪੇਰੈਂਟਸ ਹੀ ਗੁੱਸੇ ਹੋ ਜਾਣਗੇ ਕਿ ਵਾਟ ਆਰ ਯੂ ਡੂਇੰਗ, ਹੈ ਨਾ। ਤਾਂ ਇਹ ਪੋਜੀਸ਼ਨ ਦਾ ਫਾਇਦਾ ਨਾ ਚੱਕੋ, ਪ੍ਰੋਫੈਸ਼ਨਲਿਜ਼ਮ ਲੈ ਕੇ ਆਓ, ਆਪਾਂ ਜਿੱਥੇ ਬੈਠੇ ਹਾਂ ਉਹਨੂੰ ਸਾਂਭੋ, ਉਹ ਪਾਵਰ ਜਿਹੜੀ ਆਪਾਂ ਨੂੰ ਮਿਲੀ ਹੈ ਉਸ ਦੇ ਨਾਲ ਰਿਸਪੌਂਸਿਬਿਲਿਟੀਜ਼ ਨੂੰ ਅਟੈਚ ਕਰੋ, ਸਿਰਫ ਪਾਵਰ ਨੂੰ ਮਿਸਯੂਜ਼ ਨਾ ਕਰੋ, ਦੈਟਸ ਇਟ। ਹਾਂਜੀ, ਨਹੀਂ, ਜਿਹੜੀ ਗੱਲ ਕਰ ਰਹੇ ਹੋ ਵੀ ਕੀ ਮੁਸ਼ਕਲਾਂ ਜਿਹੜੀਆਂ ਅੱਜ ਵੀ ਫੇਸ ਕਰਦੇ ਆ, ਦੇਖੋ ਪੋਜੀਸ਼ਨ ਨੂੰ ਫੋਲੋ ਅਨਪ੍ਰੋਫੈਸ਼ਨਲ ਨਹੀਂ ਅਨਪ੍ਰੋਫੈਸ਼ਨਲ ਨਹੀਂ, ਵੀ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਕੀ ਤਕਲੀਫਾਂ ਆਉਂਦੀਆਂ ਨੇ? ਅੱਛਾ ਓਕੇ ਹਾਂਜੀ ਹਾਂ। ਤੁਹਾਡੇ ਕੋਲੋਂ ਮੈਂ ਇਹ ਜਾਣਨਾ ਚਾਹਾਂਗੀ ਕਿ ਹੁਣ ਬਹੁਤ ਸਾਰੇ ਅੱਗੇ ਜਿਹੜੇ ਪ੍ਰੋਜੈਕਟਸ ਨੇ ਬਿਲਕੁਲ ਬੰਦ ਹੋ ਚੁੱਕੇ ਨੇ, ਹੈ ਨਾ, ਹੁਣ ਹੌਲੀ ਚੀਜ਼ਾਂ ਅਨਬਾਕਸ ਹੋਣਗੀਆਂ, ਪਰ ਤੁਸੀਂ ਹੁਣ ਕਿਸ ਤਰ੍ਹਾਂ ਦੇ ਕਨਸੈਪਟਸ ਤੇ ਕਹਿ ਲਈਏ ਕਿ ਕੰਮ ਕਰਨਾ ਚਾਹੋਗੇ, ਜਾਂ ਕਿਹੜੀਆਂ ਚੀਜ਼ਾਂ ਨੇ ਜਿਹਨਾਂ ਦੀ ਪਲੈਨਿੰਗ ਹਜੇ ਦੋਨਾਂ ਦੇ ਵਿੱਚ ਚੱਲਦੀ ਹੈ? ਦੇਖੋ ਹਾਲੇ ਤਾਂ ਪਹਿਲਾਂ ਤਾਂ ਜਿਹੜੀਆਂ ਪਿਕਚਰਾਂ ਬਣੀਆਂ ਪਈਆਂ ਜੀ, 5 ਪਿਕਚਰਾਂ ਨੇ, ਉਹ ਇੱਕ ਕਰਕੇ ਰਿਲੀਜ਼ ਕਰਾਂਗੇ, ਮੈਨੂੰ ਲੱਗਦਾ ਉਹਨੂੰ ਹੀ ਸਾਲ 1.5 ਸਾਲ ਲੱਗ ਜਾਣਾ। ਉਦੋਂ ਤੱਕ ਵੈਬ ਸੀਰੀਜ਼ ਬਣਾਵਾਂਗੇ, 2 ਬਣਾ ਚੁੱਕੇ ਹਾਂ, ਇੱਕ ਅੱਧੀ ਹੋਰ ਬਣਾਵਾਂਗੇ। ਮੇਰੇ ਖਿਆਲ ਨਾਲ ਨਵਾਂ ਲੋਟ ਹੋਰ 2-3 ਮਹੀਨੇ ਬਾਅਦ ਸ਼ੁਰੂ ਕਰਦੇ ਹਾਂ ਜੀ ਅਗਲੀਆਂ ਫਿਲਮਾਂ ਦਾ, ਜਦ ਤੱਕ ਇਹ ਸਾਰੀਆਂ ਕੰਪਲੀਟ ਕਰਾਂਗੇ। ਤੇ ਅਗਲਾ ਸੇਮ ਜਨਰ ਹਲੇ ਤਾਂ ਕਾਮੇਡੀ, ਮਤਲਬ ਜਦ ਉਹਦੀ ਐਕਸੈਪਟੈਂਸ ਹੈਗੀ ਹੈ ਤਾਂ ਫਿਰ ਆਪਾਂ ਚੇਂਜ ਕਿਉਂ ਕਰੀਏ ਜੀ। ਤੁਸੀਂ ਕਹਿ ਰਹੇ ਸੀਗੇ ਵੀ ਵੈਬ ਸੀਰੀਜ਼ ਤੇ ਜੇ ਆਪਾਂ ਵੈਬ ਸੀਰੀਜ਼ ਦੀ ਗੱਲ ਕਰੀਏ ਕਿ ਜਿੰਨੀਆਂ ਵੀ ਚੱਲ ਰਹੀਆਂ ਨੇ ਉਹਨਾਂ ਵਿੱਚ ਕਾਮੇਡੀ ਨਹੀਂ ਹੈਗੀ, ਸੋ ਮੈਂ ਆਡੀਅנס ਨੂੰ ਦੱਸਣਾ ਚਾਹਾਂਗੀ ਕਿ ਬਹੁਤ ਜਲਦੀ ਇਹਨਾਂ ਦੀ ਜਿਹੜੀ ਵੈਬ ਸੀਰੀਜ਼ ਹੈ, ਮਤਲਬ ਕਿ ਕਾਮਿਕ ਜਨਰ ਦੀ ਵੈਬ ਸੀਰੀਜ਼ ਵੀ ਬਹੁਤ ਜਲਦੀ ਜਿਹੜੀ ਵੇਖਣ ਨੂੰ ਮਿਲੇਗੀ, ਲੈ ਕੇ ਆ ਰਹੇ ਨੇ। ਔਰ ਇੱਕ ਕੀ ਬਣੂ ਪੁੰਨਿਆ ਦਾ, ਦੂਸਰੀ ਮਾਸਟਰ ਸਕੀਮ ਸਿੰਘ ਜੀ, ਘੁੱਗੀ ਜੀ ਵਾਲੀ, ਹੈ ਨਾ। ਸੋ ਉਸ ਤੋਂ ਇਲਾਵਾ ਵੀ ਕੁਝ ਹੋਰ ਪਲਾਨਿੰਗ? ਹਾਂਜੀ ਮੈਂ ਤਾਂ ਮੇਰੀ ਤਾਂ ਜੀ ਸਮਝ ਲਓ, ਲਾ ਲਓ ਤੁਸੀਂ ਬਟਰ ਚਿਕਨ ਦੀ ਦੁਕਾਨ ਆ, ਮੈਂ ਤਾਂ ਬਟਰ ਚਿਕਨ ਹੀ ਵੇਚਣਾ, ਉਹ 'ਚ ਖਾਣ ਵਾਲੇ ਘੱਟ ਹੋਣ ਵੱਧ ਹੋਣ, ਮੈਂ ਤਾਂ ਦੁਕਾਨ 'ਤੇ ਹੀ ਬਣਨਾ। ਸੋ ਮੈਂ ਤਾਂ ਕਾਮੇਡੀ ਹੀ ਬਣਾਉਣੀ ਆ, ਹੈ ਨਾ। ਹੁਣ ਵੈਬ ਸੀਰੀਜ਼ ਜਿਹੜੀਆਂ ਲੋਕੀ ਬਣਾਉਂਦੇ ਆ, ਉਹ ਕ੍ਰਾਈਮ ਥ੍ਰਿਲਰਸ ਬਣਾਉਂਦੇ ਨੇ, ਹੈ ਨਾ ਜੀ, ਡਰਾਮਾ ਬਣਾਉਂਦੇ ਨੇ ਜੀ, ਐਕਸ਼ਨ ਬਣਾਉਂਦੇ ਆ, ਪਰ ਮੈਂ ਤਾਂ ਕੰਫਰਟੇਬਲ ਕਾਮੇਡੀ 'ਚ ਹੀ ਹਾਂ। ਤਾਂ ਬਣਾ ਕੇ ਦੇਖਦੇ ਆ ਵੀ ਲੋਕੀ ਇੰਜੋਏ ਕਰਦੇ ਜਾਂ ਨਹੀਂ, ਫਿਰ ਡਿਸੀਜਨ ਲਵਾਂਗੇ ਕਿ ਵੀ ਅੱਗੇ ਕੀ ਕਰਨਾ ਹੈ, ਵੀ ਜਨਰ ਚੇਂਜ ਕਰਨਾ ਜਾਂ ਦੇਖੋ। ਇਹ ਤਾਂ ਹੁਣ ਮੈਨੂੰ ਇੱਕ ਪਤਾ ਲੱਗੂਗਾ ਜੀ, ਇਹ 2-3 ਜਿਹੜੀਆਂ ਵੈਬ ਸੀਰੀਜ਼ 2 ਤਾਂ ਬਣਾਈ ਦਿੱਤੀਆਂ, ਇਹਨਾਂ ਦੇ ਰਿਸਪੌਂਸ ਤੋਂ ਪਤਾ ਲੱਗ ਜੂਗਾ ਜੀ ਕਿ ਲੋਕ ਦੇਖਦੇ ਕਿ ਨਹੀਂ ਦੇਖਦੇ। ਸੋ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਬੜਾ ਪੋਜ਼ਿਟਿਵ ਲੱਗਿਆ ਔਰ ਬੜਾ ਫੈਮਿਲੀਅਰ ਜਿਹਾ ਲੱਗਿਆ। ਪਰ ਮੈਂ ਜਾਣ ਤੋਂ ਪਹਿਲੇ ਤੁਹਾਡੇ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ, ਕਿਉਂਕਿ ਬਹੁਤ ਸਾਰੀ ਕੁੜੀਆਂ ਦੇ ਲਈ ਤੁਸੀਂ ਇੰਸਪੀਰੇਸ਼ਨ ਹੋ, ਜਿਸ ਤਰੀਕੇ ਦੇ ਨਾਲ, ਜਿਸ ਅੰਦਾਜ਼ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਐਂਡ ਆਈ ਵਿਸ਼ ਕਿ ਇਸੇ ਤਰ੍ਹਾਂ ਅੱਛਾ ਕੰਮ, ਅੱਛਾ ਜਿਹੜਾ ਕੰਟੈਂਟ ਹੈ ਸਾਨੂੰ ਵੇਖਣ ਨੂੰ ਮਿਲਦਾ ਰਹੇਗਾ। ਪਰ ਜਾਣ ਤੋਂ ਪਹਿਲਾਂ ਇੱਕ ਅੱਛਾ ਜਿਹਾ ਪੋਜ਼ਿਟਿਵ ਮੈਸੇਜ ਮੈਂ ਤੁਹਾਡੇ ਕੋਲੋਂ ਚਾਹਾਂਗੀ।
ਮੈਂ ਨਹੀਂ ਜੋਗੀ ਹੈ ਮੈਂ ਮੈਸੇਜ ਦੇਵਾਂ, ਆਈ ਡਾਊਟ, ਬਟ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਰੱਬ ਤੋਂ ਡਰ ਕੇ ਰਹੋ, ਹਰ ਚੀਜ਼ 'ਚ ਰੱਬ ਤੋਂ ਡਰ ਕੇ ਚੱਲੋ ਤਾਂ ਰੱਬ ਚਪੇੜੇ ਨਹੀਂ ਮਾਰਦਾ ਫਿਰ ਨਹੀਂ ਤਾਂ ਰੱਬ ਦੇ ਥੱਪੜਾਂ ਤੋਂ ਡਰਨਾ ਚਾਹੀਦਾ, ਦੈਟਸ ਵਾਟ ਆਈ ਫੀਲ। ਜੇ ਰੱਬ ਦਾ ਡਰ ਆਪਾਂ ਖਤਮ ਕਰ ਦਾਂਗੇ ਜਾਂ ਆਪਾਂ ਆਪਣੀ ਜ਼ਮੀਨ ਤੇ ਨਹੀਂ ਚੱਲਾਂਗੇ, ਆਪਾਂ ਉੜਾਂਗੇ ਤਾਂ ਕਿਤੇ ਨਾ ਕਿਤੇ ਆਪਾਂ ਪਤੰਗ ਨੂੰ ਵੀ ਤੁਣ ਕੇ ਦਿੰਦੇ ਹਾਂ, ਹੈ ਨਾ, ਤੁਣ ਕੇ ਮਿਲਦੇ ਹਾਂ ਫਿਰ। ਸੋ ਗਰਾਊਂਡਡ ਹਿਊਮਿਲਿਟੀ। ਸੋ ਮੈਨੂੰ ਤੇ ਇਹਨਾਂ ਦਾ ਉਹ ਸੁਣ ਕੇ ਨਾ, ਗੱਲ ਸੁਣ ਕੇ ਹੀ ਗਾਣਾ ਯਾਦ ਆ ਗਿਆ, ਕਹਿੰਦੇ ਬੰਦੇ ਬਣ ਕੇ ਰਹੋ, ਹੈ ਨਾ, ਗੈਰੀ ਸੰਧੂ ਦਾ ਗਾਣਾ ਬੰਦਾ ਬਣ ਜਾਂਦੇ। ਬਟ ਚਲੋ ਇਸੇ ਤਰ੍ਹਾਂ ਮੈਂ ਦੁਆ ਕਰਦੀ ਹਾਂ, ਮੇਰੀਆਂ ਸਾਰੀਆਂ ਦੁਆਵਾਂ ਔਰ ਪਿਆਰ ਤੁਹਾਨੂੰ ਦੋਨਾਂ ਨੂੰ, ਐਂਡ ਥੈਂਕ ਯੂ ਸੋ ਮਚ ਅੱਛਾ ਕੰਟੈਂਟ ਦੇਣ ਲਈ ਸਿਨੇਮਾ ਨੂੰ ਐਂਡ ਅੱਛੀ ਗੱਲਬਾਤ ਦੇ ਲਈ, ਥੈਂਕ ਯੂ। ਸੋ ਜੀ ਹੱਸਦੇ ਹਸਾਉਂਦੇ ਗੱਲਾਂ ਬਾਤਾਂ ਦੇ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਵਕਤ ਨਿਕਲ ਗਿਆ, ਲੇਕਿਨ ਇਹ ਵਕਤ ਬਹੁਤ ਕੀਮਤੀ ਸੀ, ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ। ਤੁਹਾਨੂੰ ਕਿਹੋ ਜਿਹੀਆਂ ਲੱਗੀਆਂ ਇਹ ਤੇ ਹੁਣ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ, ਆਪਣੀ ਫੀਡਬੈਕ ਜ਼ਰੂਰ ਦੇਣਾ। ਬਾਕੀ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ, ਸਟੇ ਪੋਜ਼ਿਟਿਵ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।